ਓਕੇ ਜੀ ਦੋਸਤੋ, ਸਤਿ ਸ੍ਰੀ ਅਕਾਲ। ਇੱਕ ਵਾਰੀ ਫੇਰ ਇੱਕ ਬੜਾ ਸਪੈਸ਼ਲ ਪ੍ਰੋਗਰਾਮ। ਅੱਜ ਸਾਡੇ ਨਾਲ ਇੱਕ ਬਹੁਤ ਹੀ ਜ਼ਬਰਦਸਤ ਮਹਿਮਾਨ, ਮੈਂ ਤਾਂ ਕਹੂੰਗਾ ਗੈਸਟ ਨੇ। ਜੇ ਤੁਸੀਂ ਆਹ ਕਿਤਾਬ, ਜਦੋਂ ਵੀ ਕਿਤਾਬ ਇਹ ਦੇਖੀ ਹੈ, ਇਹਦੇ ਉੱਪਰ ਹੈ ਜਿਹੜੀ ਫਰੰਟ ਵਾਲੀ ਤਸਵੀਰ ਹੈ, ਜਿਸ ਕੈਮਰੇ ਦੇ ਨਾਲ ਇਹ ਤਸਵੀਰ ਕਲਿੱਕ ਹੋਈ ਹੈ, ਅੱਜ ਅਸੀਂ ਉਹ ਆਪਣੇ ਜਾਂਬਾਜ਼ ਦੋਸਤ, ਪਾਕਿਸਤਾਨ ਦੇ ਫੇਮਸ ਹਿਸਟਰੀਓਗ੍ਰਾਫਰ, ਹਿਸਟੋਰੀਅਨ, ਹਿਸਟਰੀ ਰਿਸਰਚਰ, ਫੋਟੋਗ੍ਰਾਫਰ, ਕੀ ਕਹੋ ਭਈ, ਗੁਣਾਂ ਦੀ ਗਥਲੀ ਨੇ, ਜਿਨ੍ਹਾਂ ਨੂੰ ਅੱਜ ਤੁਹਾਡੇ ਨਾਲ ਮਿਲਾਉਣ ਜਾਵਾਂਗੇ। ਉਹਨਾਂ ਨੇ ਸਭ ਤੋਂ ਪਹਿਲਾਂ, ਮੇਰੇ ਖਿਆਲ ਦੇ ਵਿੱਚ, ਜਿੰਨਾ ਕਿ ਮੈਨੂੰ ਯਾਦ ਹੈ, ਪਾਕਿਸਤਾਨ ਦੇ ਵਿੱਚ ਸਿੱਖ ਗੁਰਦੁਆਰਾ ਸਾਹਿਬ, ਹਿੰਦੂ ਪਲੇਸਿਸ, ਉਹਨਾਂ ਨੂੰ ਸੋਸ਼ਲ ਮੀਡੀਆ ਤੇ ਉਜਾਗਰ ਕਰਨ ਦਾ ਜਿਹੜਾ ਬੀੜਾ ਉਠਾਇਆ ਸੀ। ਤੇ ਜਿੱਦਾਂ ਅਸੀਂ ਪਿਛਲੇ ਕੁਝ ਦਿਨਾਂ 'ਚ ਵੀ ਆਪਣੇ ਚੈਪਟਰਸ ਪੜ੍ਹਨੇ ਸ਼ੁਰੂ ਕੀਤੇ। ਅੱਜ ਦਾ ਪ੍ਰੋਗਰਾਮ ਥੋੜਾ ਅਲੱਗ ਹੋਏਗਾ। ਕੋਈ ਚੈਪਟਰ ਨਹੀਂ ਆਪਾਂ ਕਿਤਾਬ ਦਾ ਪੜਾਂਗੇ, ਆਪਾਂ ਉਹ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਇੱਥੇ ਪਹੁੰਚੇ। ਇਹ ਉਹਨਾਂ ਲੋਕਾਂ ਦੀ ਬਦੌਲਤ ਹੈ ਜਿਨ੍ਹਾਂ ਦੇ ਕਰਕੇ ਅੱਜ ਆਪਾਂ ਆਹ ਜਿਹੜੀ ਕਿਤਾਬ ਹੈ ਕਿ ਦੁਨੀਆ ਭਰ ਦੇ ਸਾਹਮਣੇ ਲਿਆ ਸਕੇ, ਕਿਉਂਕਿ ਇਹ ਚਿੰਗਾਰੀ ਉਹਨਾਂ ਨੇ ਛੱਡੀ ਸੀ, ਜਿਹਨੂੰ ਅਸੀਂ ਹੌਲੀ ਹੌਲੀ, ਸਾਨੂੰ ਵੀ ਆਦਤ ਪਈ, ਸਾਨੂੰ ਵੀ ਲੱਗਣ ਲੱਗੀ, ਔਰ ਅਸੀਂ ਇਸ ਵੇਲੇ ਤੇ ਪਹੁੰਚ ਗਏ ਹਾਂ। ਸਾਡੇ ਦੋਸਤ ਸ਼ੈਰੀ ਵਿਰਕ ਜੀ ਇੰਡੀਆ ਤੋਂ ਜੁੜ ਚੁੱਕੇ ਆ। ਔਰ ਮੈਂ ਹੁਣ ਲੈਟ ਮੀ ਇੰਟਰੋਡਿਊਸ ਸਾਰਿਆਂ ਦੇ ਲਈ ਸ਼ਾਹਿਦ ਸ਼ਬੀਰ ਬਾਬਾ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਆਦਾਬ ਐਂਡ ਅਸਲਾਮ ਵਾਲੇਕੁਮ ਭਾਜੀ, ਕੀ ਹਾਲ ਹੈ, ਕਿੱਦਾਂ ਹੋ, ਠੀਕ ਹੋ ਤੁਸੀਂ? ਠੀਕ ਹੈ ਵੀਰ ਜੀ, ਥੈਂਕ ਯੂ ਸੋ ਮਚ। ਪਹਿਲਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਤੁਹਾਨੂੰ ਰਮਜ਼ਾਨ ਦੀ ਬਹੁਤ ਬਹੁਤ ਮੁਬਾਰਕ ਹੋਵੇ ਜੀ। ਜੀ ਬਹੁਤ ਸ਼ੁਕਰੀਆ ਜੀ, ਆਪ ਜੀ ਦਾ ਪਿਆਰ ਹੈ ਸਾਰਾ, ਔਰ ਆਪ ਜੀ ਦੇ ਪਿਆਰ ਦੇ ਨਾਲ ਹੀ ਪਹਿਲੇ ਤੇ ਮੈਂ ਸੈਲੂਟ ਕਰਾਂਗਾ ਇਸ ਸੋਹਣੀ ਜੀ ਬੁੱਕ ਨੂੰ, ਆ ਜਿਹੜੀ ਮੇਰੇ ਕੋਲ ਹੈ, ਦੀ ਸਿੱਖ ਹੈਰੀਟੇਜ ਬਿਯੋਂਡ ਦੀ ਬਾਰਡਰਸ। ਮੇਰੇ ਕਹਿ ਲਓ ਤੁਸੀਂ ਕਿ ਮੇਰੀ ख्वाबां ਦੀ ਤਾਬੀਰ ਕਹਿ ਲਓ। ਕੁਛ ਲੋਕ ਮੈਨੂੰ ਰੋਜ਼ ਪੁੱਛਦੇ ਆ ਕਿ ਤੁਸੀਂ ਕਿਤਾਬ ਲਿਖਣ ਲਈ ਕਿਉਂ ਨਹੀਂ ਜਾ ਰਹੇ, ਤੁਸੀਂ ਕਿਤਾਬ ਕਿਉਂ ਨਹੀਂ ਲਿਖ ਰਹੇ। ਭਾਜੀ, ਕਿਤਾਬਾਂ ਮੈਂ ਲਿਖ ਲਾਂ ਜਾਂ ਦਲਵੀਰ ਭਾਜੀ ਲਿਖ ਲੈਣ ਜਾਂ ਅਮਰਦੀਪ ਲਿਖ ਲੈ, ਕੋਈ ਵੀ ਲਿਖ ਲੈ, ਕਿਤਾਬ ਤਾਂ ਕਿਤਾਬ ਹੀ ਹੈ। ਇਸ ਵਾਸਤੇ ਪਲੀਜ਼ ਇਹ ਨਾ ਸਮਝਿਆ ਕਰੋ ਕਿ ਤੁਸੀਂ ਕਿ ਕਿਤਾਬ ਮੈਂ ਨਹੀਂ ਲਿਖੀ ਤੇ ਇਹਦਾ ਮਤਲਬ ਹੈ ਕਿ ਸਾਡਾ ਯੋਗਦਾਨ ਨਹੀਂ ਹੈ। ਨਹੀਂ, ਸਾਡਾ ਆਪਸ ਦੇ ਵਿੱਚ ਕੋਆਰਡੀਨੇਸ਼ਨ ਹੁੰਦੀ ਹੈ, ਸਾਡੀ ਆਪਸ ਦੇ ਵਿੱਚ ਲੋਕਾਂ ਨਾਲ ਪਿਆਰ ਮੁਹੱਬਤ ਹੁੰਦਾ ਹੈ। ਤੇ ਸੋ ਆਪਾਂ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਤੱਕ ਸ਼ੇਅਰ ਕਰ ਪਾਉਂਦੇ ਹਾਂ। ਤੇ ਮੈਂ ਇੱਕ ਵਾਰੀ ਸ਼ੁਕਰੀਆ ਅਦਾ ਕਰਾਂਗਾ ਡਾਕਟਰ ਦਲਵੀਰ ਸਿੰਘ ਪੰਨੂ ਜੀ ਦਾ, ਕਿ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ। ਕਾਫੀ ਅਰਸੇ ਬਾਅਦ ਆਪਾਂ ਗੱਲਬਾਤ ਵਾਸਤੇ ਇਕੱਠੇ ਹੋ ਰਹੇ ਹਾਂ ਜੀ। ਜੀ ਪਲੀਜ਼ ਡਾਕਟਰ। ਥੈਂਕ ਯੂ ਸੋ ਮਚ ਬਾਬਾ ਜੀ। ਔਰ ਵਾਈਲ ਮੈਂ ਆਪਣੇ ਦੋਸਤਾਂ ਨੂੰ ਤੁਹਾਡੇ ਬਾਰੇ ਕੁਝ ਦੱਸ ਦਵਾਂ, ਤੁਸੀਂ ਇਨ ਦਾ ਮੀਨ ਟਾਈਮ ਸਾਨੂੰ ਹੈਲਪ ਮਿਲ ਜਾਏਗੀ ਜੇ ਤੁਸੀਂ ਇਸ ਲਾਈਵ ਸਟਰੀਮ ਨੂੰ ਆਪਣੇ ਜਿਹੜੇ ਤੁਹਾਡੇ ਬੇਅੰਤ ਪੇਜ ਨੇ, ਜਿਹਨੂੰ ਤੁਸੀਂ ਉਹਨਾਂ ਤੇ ਸ਼ੇਅਰ ਕਰ ਦਿਓ, ਤੇ ਸਾਡੇ ਜਿਹੜੇ ਹੈਗੇ ਆ ਸਰੋਤੇ, ਉਹਨਾਂ ਦੀ ਰੀਚ ਜਿਹੜੀ ਆ ਥੋੜੀ ਜਿਹੀ ਵੱਧ ਜਾਏਗੀ। ਇਨ ਦਾ ਮੀਨ ਟਾਈਮ ਬਾਬਾ ਜੀ ਇਹ ਕਨੈਕਸ਼ਨ ਕਰ ਰਹੇ ਆ। ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਦੱਸਦੇ ਹਾਂ, ਸ਼ਾਹਿਦ ਸ਼ਬੀਰ ਬਾਬਾ ਜੀ ਜਿਹੜੇ ਪਾਇਓਨੀਅਰ ਨੇ ਇਸ ਚੀਜ਼ ਦੇ, ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ। ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਹੌਸਲਾ ਅਫਜ਼ਾਈ ਕਰੀਏ, ਕੰਪਲੀਮੈਂਟ ਕਰੀਏ, ਐਕਨੋਲੇਜ ਕਰੀਏ ਉਹਨਾਂ ਦੀ ਹੈਲਪ ਦੇ ਲਈ, ਜਿਹਦੇ ਨਾਲ ਅੱਜ ਸਿੱਖ ਵਿਰਾਸਤ ਜੋ ਪਾਕਿਸਤਾਨ ਹੈ ਉਹਦੇ ਉੱਪਰ ਕਿੰਨੇ ਟੀਵੀ ਚੈਨਲ ਨੇ, ਕਿੰਨੀਆਂ ਕਿਤਾਬਾਂ ਲਿਖ ਚੁੱਕੀਆਂ, ਡਾਕੂਮੈਂਟਰੀਜ਼ ਬਣ ਚੁੱਕੀਆਂ। ਜਿਹੜੇ ਲੋਕਾਂ ਨੇ ਗਰਾਊਂਡ ਫੀਲਡ ਵਰਕ ਕੰਮ ਕਰਕੇ, ਸ਼ੁਰੂਆਤ ਕਰਕੇ, ਪਿੰਡਾਂ 'ਚ ਜਾ ਜਾ ਕੇ, ਡਿੱਗ ਕੇ, ਧੱਕੇ ਖਾ ਕੇ, ਕੈਮਰੇ ਗਵਾ ਕੇ, ਆਪਣੇ ਘਰ ਦਾ ਖਰਚਾ ਕਰਕੇ ਬਹੁਤ ਮਿਹਨਤ ਦੇ ਨਾਲ ਇਹ ਚੀਜ਼ਾਂ ਸਾਹਮਣੇ ਲਿਆਂਦੀਆਂ ਨੇ, ਉਹਨਾਂ 'ਚੋਂ ਬਾਬਾ ਸ਼ਾਹਿਦ ਸ਼ਬੀਰ ਜੀ ਮੇਰੇ ਖਿਆਲ ਕਿਸੇ ਇੰਟਰੋਡਕਸ਼ਨ ਦੇ ਮੁਤਾਜ ਨਹੀਂ ਨੇ। ਬਾਬਾ ਜੀ, ਆਮ ਗੋਣਾ ਗੈਟ ਯੂ ਇਨਟੂ ਦ ਸਟੂਡੀਓ ਨਾਓ। ਤੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਜਿਹੜੇ ਆਪਣੇ ਚੈਨਲ ਦੇ ਨਾਲ ਲਿੰਕ ਕਰ ਲਏ ਨੇ ਕਿ ਨਹੀਂ ਹੋਏ ਨੇ ਹਾਲੇ? ਜੀ ਉਹ ਥੋੜੀ ਜਿਹੀ ਔਕੜ ਜੀ ਆ ਰਹੀ ਹੈ ਮੈਨੂੰ ਉਹਦੇ ਕਰਨ ਦੇ ਵਿੱਚ। ਉਹੀ ਟਰਾਈ ਕਰ ਰਿਹਾ ਵਾਂ ਕਿ ਉਹਨਾਂ ਨੂੰ ਮੈਂ ਕਰ ਪਾਵਾਂ, ਸਾਰਿਆਂ ਨੂੰ ਲਿੰਕ ਕਰਦਾ, ਤਾਂ ਕਿ ਬਹੁਤ ਜ਼ਿਆਦਾ ਸਾਰੇ ਸਰੋਤੇ ਨੇ ਫਿਰ ਬਾਅਦ ਦੇ ਵਿੱਚ ਗਿਲਾ ਕਰਦੇ ਨੇ ਕਿ ਬਾਬਾ ਜੀ ਤੁਸੀਂ ਸਾਨੂੰ ਦੱਸਿਆ ਨਹੀਂ ਹੈਗਾ। ਕਿਉਂਕਿ ਆਪਾਂ ਜਦੋਂ ਲਾਈਵ ਹੁੰਦੇ ਹਾਂ ਤੇ ਉਸ ਵੇਲੇ ਯਾਦ ਰੱਖਣਾ ਕਿ ਸਭ ਤੋਂ ਜ਼ਿਆਦਾ ਮੁਸ਼ਕਿਲ ਕੰਮ ਹੁੰਦਾ ਹੈ ਸ਼ੇਅਰਿੰਗ ਵਾਲਾ। ਜੀ ਬਿਲਕੁਲ ਬਿਲਕੁਲ। ਇਹ ਸਭ ਤੋਂ ਜ਼ਿਆਦਾ ਸਿਰਫ ਇਹੀ ਮੈਨੂੰ ਹੋ ਰਿਹਾ ਹੈ ਕਿ ਵੀ ਕਿਉਂਕਿ ਗਰੁੱਪਸ ਦੇ ਵਿੱਚ ਤੇ ਆਪਾਂ ਨੂੰ ਸ਼ੇਅਰਿੰਗ ਦੀ ਆ ਰਹੀ ਹੈ ਆਪਸ਼ਨ, ਬਟ ਸੇਮ ਟਾਈਮ ਜਿਹੜੀ ਹੈ ਉਹ ਸਾਨੂੰ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ। ਮੈਂ ਤੁਹਾਨੂੰ ਸਾਰੇ ਦੋਸਤਾਂ ਨੂੰ ਇਹੀ ਕਹਾਂਗਾ ਕਿ 2 ਮਿੰਟ ਵੇਟ ਕਰ ਲਓ ਔਰ ਆਪਾਂ ਗੱਲ ਕਰਦੇ ਹਾਂ ਇਹਦੇ 'ਚ। ਉਨੀ ਦੇ ਡਾਕਟਰ ਸਾਹਿਬ ਤੁਸੀਂ ਜ਼ਰਾ ਥੋੜਾ ਜਿਹਾ ਇੰਟਰਵਿਊ ਕਰਾ ਦਿਓ, ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਜਲਦੀ ਨਾਲ ਆਪਣੇ ਜਿਹੜੇ ਪੇਜਿਸ ਨੇ, ਗਰੁੱਪਸ ਨੇ, ਉਹਨਾਂ ਦੇ 'ਚ ਵੜ ਜਾਈਏ ਔਰ ਲੋਕ ਜੁਆਇਨ ਕਰਨਾ ਸ਼ੁਰੂ ਹੋ ਜਾਣ ਸਾਨੂੰ। ਔਰ ਸਾਡੇ ਪਿਆਰ ਇਨ ਦਾ ਮੀਨ ਟਾਈਮ ਸਾਰੇ ਦੋਸਤਾਂ ਨੂੰ ਜੀ, ਇਨ ਦਾ ਮੀਨ ਟਾਈਮ ਜਿੰਨਾ ਚਿਰ ਬਾਬਾ ਜੀ ਰੈਡੀ ਹੋ ਰਹੇ, ਮੈਂ ਸਾਰਿਆਂ ਨੂੰ ਆਹ ਤਸਵੀਰ ਇੱਕ ਦਿਖਾਉਣੀ ਚਾਹੁੰਦਾ। ਆਹ ਉਹ ਫੋਟੋ ਹੈ ਜਿੱਥੇ ਬੈਠ ਕੇ ਬਾਬਾ ਜੀ ਨੇ ਇਹ ਤਸਵੀਰ ਫਰੰਟ ਪੇਜ ਦੀ ਲਈ ਹੋਈ ਹੈ। ਜੇ ਤੁਸੀਂ ਦੇਖੋ ਆਹ ਸਾਹਮਣੇ ਜਿਹੜਾ ਪਾਣੀ ਦਿਖ ਰਿਹਾ ਤੁਹਾਨੂੰ ਇਸ ਵੇਲੇ, ਬਾਬਾ ਜੀ ਕਿਸ਼ਤੀ ਦੇ ਸਵਾਰ ਨੇ ਸ਼ਾਹਿਦ ਸ਼ਬੀਰ ਜੀ।
ਉਹ ਦੂਰ ਬਿਲਕੁਲ ਕੰਢੇ ਤੇ ਜਾ ਕੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਹੈ, ਜਿਹਦਾ ਸੀਨ ਬਾਬਾ ਜੀ ਨੇ ਲਿਆ ਸੀ। ਇਹ ਹੁਣ ਜਿਹੜਾ ਇਸ ਵੇਲੇ ਜਿਹੜਾ ਤੁਸੀਂ ਪਾਣੀ ਦੇਖ ਰਹੇ ਹੋ, ਜਿਹੜੀ ਬੇਈ ਸੀ ਰਾਵੀ ਦੇ ਵਿੱਚੋਂ, ਛੋਟਾ ਜਿਹਾ ਇਹ ਇੱਕ ਬੇਈ ਸੀਗੀ ਜਿਹੜੀ ਬਰਸਾਤਾਂ ਦੇ ਦਿਨਾਂ ਚ ਭਰਦੀ ਸੀ। ਜਦੋਂ ਕਹਿ ਲਓ ਭਈ ਸਾਡੀ ਕਿਸਮਤ ਦੇ ਲਈ ਚੰਗਾ ਹੋਇਆ ਬਾਬਾ ਜੀ ਉੱਥੇ ਉਸ ਦਿਨ ਪਹੁੰਚ ਗਏ ਤੇ ਇਹਨਾਂ ਨੇ ਆਹ ਜਿਹੜਾ ਬਿਊਟੀਫੁਲ ਸ਼ਾਟ ਉਸ ਜਗ੍ਹਾ ਤੇ ਲਿਆ। ਇਸ ਪਿਕਚਰ ਨੂੰ ਅਸੀਂ ਬਿਲਕੁਲ ਉੱਪਰ ਜਿੱਥੇ ਪਹਿਲੇ ਪਾਤਸ਼ਾਹੀ ਦੀ ਸਮਾਧ ਵੀ ਹੈ ਤੇ ਨਾਲ ਮਜ਼ਾਰ ਵੀ ਹੈ, ਉਸ ਪੇਜ ਦੇ ਬਿਲਕੁਲ ਨਾਲ ਲਾਇਆ ਹੈ ਐਜ਼ ਅ ਟੋਕਨ ਆਫ ਆਰ ਥੈਂਕਸ। ਔਰ ਸਾਡੀ ਜਿਹੜੀ ਕਿਤਾਬ ਦੇ ਉੱਤੇ ਫਰੰਟ ਪੇਜ ਤੇ ਇਹ ਪਿਕਚਰ ਹੈ, ਇਹ ਬਾਬਾ ਜੀ ਦੇ ਉਸ ਸਮੇਂ ਦੇ ਦੌਰਾਨ ਜਿਹੜੀ ਆ ਲਈ ਹੋਈ ਹੈ। ਹੁਣ ਆਪਾਂ ਫਿਰ ਬਾਬਾ ਜੀ ਕੋਲ ਵਾਪਸ ਚੱਲਦੇ ਹਾਂ। ਪਤਾ ਨਹੀਂ ਉਹਨਾਂ ਦੀ ਸ਼ੇਅਰਿੰਗ ਹਾਲੇ ਸੈੱਟ ਹੋਈ ਹੈ ਕਿ ਨਹੀਂ ਹੋਈ ਆਪਣੇ ਦੋਸਤਾਂ ਦੇ ਨਾਲ। ਆਪਾਂ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਸ਼ੁਰੂ ਕਰਦੇ ਹਾਂ, ਕਿਉਂਕਿ ਅੱਜ ਆਪਾਂ ਉਹਨਾਂ ਤੋਂ ਬਹੁਤ ਕੁਝ ਸਿੱਖਣਾ ਹੈ। ਉਹਨਾਂ ਦੀ ਜਿਹੜੀ ਰਿਸਰਚ ਹੈਗੀ ਆ ਉਹਦੇ ਬਾਰੇ ਜਾਣਨਾ ਹੈ। ਆਪਾਂ ਆਪਣੀ ਕਿਤਾਬ ਦੇ ਚੈਪਟਰਸ ਫਿਰ ਕਿਸ ਦਿਨ ਸ਼ੁਰੂ ਕਰਾਂਗੇ। ਅੱਜ ਆਪਾਂ ਥੋੜਾ ਜਿਹਾ ਸ਼ਾਇਦ ਸ਼ਬੀਰ ਬਾਬਾ ਜੀ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹਾਂ। ਸ਼ਾਇਦ ਸ਼ਬੀਰ ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ। ਹਾਂਜੀ ਭਾਜੀ, ਆਮ ਬੈਕ ਜੀ, ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣਾ ਕੰਮਕਾਰ ਛੱਡ ਕੇ, ਆਪਣੀ ਰੋਜ਼ੀ ਰੋਟੀ ਸਾਰਾ ਕੁਝ ਕੰਮ ਕਰਦੇ, ਪਰਿਵਾਰ ਛੱਡ ਕੇ ਇਹ ਸਾਰੇ ਕੁਝ ਚੱਕਰ ਦੇ ਵਿੱਚ ਕਿਉਂ ਪਏ ਹੋਏ ਹੋ? ਕੀ ਹੈ ਕਿ ਇਹਦੇ ਵਿੱਚ ਕੀ ਧੁਨ ਹੈ? ਭਾਜੀ ਇਹ ਤਾਂ ਕਹਿੰਦੇ ਨੇ ਕਿ ਨਾ ਛੇੜ ਮੇਰੀਆਂ ਦੁੱਖ ਦੀਆਂ ਰਗਾਂ ਨੂੰ, ਜਾਂ ਨਾ ਛੇੜ ਮੇਰੇ ਦੁੱਖ ਦੇ ਸਾਹਾਂ ਨੂੰ, ਕਿ ਮੇਰੇ ਤੋਂ ਦਰਦ ਸੁਣਾਇਆ ਨਹੀਂ ਜਾਣਾ। ਫਿਰ ਮੈਂ ਮਾਨ ਜੀ ਦਾ ਉਹ ਗੀਤ ਦੇ ਬੋਲ ਜਿਹੜੇ ਆ ਉਹ ਬੋਲ ਦੇਣੇ ਆ ਕਿ ਇਹ ਤਾਂ ਪੀੜ ਜਿਹੜੀ ਹੈ ਹਰ ਪੰਜਾਬੀ ਦੇ ਅੰਦਰ ਹੈ ਕਿ ਵੀ ਪੰਜਾਬੀ ਕਲਚਰ ਐਂਡ ਪੰਜਾਬੀ ਹੈਰੀਟੇਜ ਨੂੰ ਲੈ ਕੇ ਅਗਰ ਕਿਸੇ ਨੂੰ ਸੁੱਧ ਬੁੱਧ ਹੈ ਜਾਂ ਕਿਸੇ ਨੂੰ ਜਾਣਨ ਦਾ ਸ਼ੌਕ ਹੈ ਤੇ ਉਹ ਜ਼ਰੂਰ ਪੰਜਾਬੀ ਕਲਚਰ ਔਰ ਪੰਜਾਬੀ ਹੈਰੀਟੇਜ ਦੀ ਗੱਲ ਕਰੇਗਾ। ਔਰ ਜਿਉਂ ਉਮਰ ਗੁਜ਼ਰਦੀ ਹੈ ਇਹ ਤਸ਼ਨਗੀ ਜਿਹੜੀ ਹੈ, ਪਿਆਸ ਹੈ, ਜਿਹੜੀ ਤ੍ਰੇਹ ਹੈ, ਇਹ ਵੱਧਦੀ ਹੈ। ਤੇ ਬੀਂਗ ਏ ਪੰਜਾਬੀ ਮੈਂ ਕਹਾਂਗਾ ਕਿ ਕੋਈ ਨਵੇਕਲੀ ਚੀਜ਼ ਨਹੀਂ ਹੈਗੀ। ਮੇਰੇ ਨਾਲ ਦੇ ਕਈ ਪੰਜਾਬੀ ਜਿਹੜੇ ਹੈ ਇਹਨਾਂ ਚੀਜ਼ਾਂ ਨੂੰ ਖੋਜਦੇ ਫਿਰਦੇ ਨੇ ਜਾਂ ਇਹਨਾਂ ਬਾਰੇ ਗੱਲ ਕਰਦੇ ਨੇ ਔਰ ਇਹਨਾਂ ਨੂੰ ਸਾਰਾ ਕੁਝ ਨੂੰ ਦੇਖਣਾ ਵੀ ਚਾਹੁੰਦੇ ਹੈ, ਪਿਆਰ ਵੀ ਕਰਨਾ ਚਾਹੁੰਦੇ ਹੈ, ਲੇਕਿਨ ਕਿਸੇ ਦੀ ਐਕਸੈਸ ਹੈਗੀ ਹੈ, ਕਿਸੇ ਦੀ ਐਕਸੈਸ ਨਹੀਂ ਹੈਗੀ। ਤੇ ਸੋ ਮੈਂ ਚਾਹੁੰਦਾ ਸੀ, ਮੇਰੇ ਅੰਦਰ ਇੱਕ ਪੀੜ ਸੀਗੀ ਕਿ ਵੀ ਮੈਂ ਇੱਦਾਂ ਕਰਾਂ ਕਿ ਜਿੱਦਾਂ ਸਾਰੀ ਦੁਨੀਆ ਦੇ ਵਿੱਚ ਸਾਰੀਆਂ ਕੌਮਾਂ ਆਪਣਾ ਆਪਣਾ ਵਿਰਸਾ ਔਰ ਹੈਰੀਟੇਜ ਨੂੰ ਲੈ ਕੇ ਨਿਕਲਦੇ ਨੇ ਔਰ ਗੱਲ ਕਰਦੇ ਨੇ। ਤੇ ਮੈਨੂੰ ਸ਼ੁਰੂ ਦੇ ਵਿੱਚ ਔਕੜ ਆਈ ਕਿ ਮੇਰੀ ਇੰਗਲਿਸ਼ ਨਹੀਂ ਅੱਛੀ। ਮੈਂ ਮਾਸਟਰ ਹਿਸਟਰੀ ਕੀਤਾ ਹੋਇਆ, ਲੇਕਿਨ ਉਹਦੇ ਬਾਵਜੂਦ ਵੀ, ਔਰ ਸਾਡਾ ਪਹਿਲਾ ਬੈਚ ਸੀ ਜਿਨ੍ਹਾਂ ਨੇ ਕਿ ਇੰਗਲਿਸ਼ ਦੇ ਵਿੱਚ ਕੀਤਾ। ਇਹ ਵੀ ਨਹੀਂ ਹੈ ਕਿ ਆਪਾਂ ਕਿਸੇ ਹੋਰ ਲੈਂਗੁਏਜ 'ਚ ਕੀਤਾ, ਇੰਗਲਿਸ਼ 'ਚ ਕੀਤਾ, ਲੇਕਿਨ ਮੈਂ ਕਹਾਂਗਾ ਕਿ ਲਿਖਣ ਦੇ ਵਿੱਚ, ਪੜ੍ਹਨ ਦੇ ਵਿੱਚ ਔਰ ਹੋਣ ਦੇ ਵਿੱਚ ਤਿੰਨਾਂ ਚੀਜ਼ਾਂ 'ਚ ਬਹੁਤ ਫਰਕ ਹੈ। ਲੇਕਿਨ ਸਾਡੇ ਜਿਹੜੇ ਦੇਖਣ ਵਾਲੇ ਹੈ ਬਹੁਤੇ ਉਹ ਨੇ 95 to 96% ਜਿਹੜੇ ਨੇ ਉਹ ਸਾਰੇ ਪੰਜਾਬੀ ਨੇ। ਤੇ ਮੈਂ ਫਿਰ ਸੋਚਿਆ ਕਿ 2 ਸਾਲ ਲੰਘ ਗਏ ਆ ਭਾਜੀ, ਮੈਂ ਰਿਸਰਚ ਵੀ ਕਰ ਰਿਹਾ ਵਾਂ ਲੇਕਿਨ ਸਾਹਮਣੇ ਨਹੀਂ ਲੈ ਕੇ ਆ ਪਾ ਰਿਹਾ, ਕੀ ਕਰਾਂ? ਫਿਰ ਕਿਸੇ ਮੈਨੂੰ ਮਸ਼ਵਰਾ ਦਿੱਤਾ ਕਿ ਡੋਂਟ ਬੀ ਸ਼ਾਏ, ਤੁਸੀਂ ਸ਼ਰਮ ਨਾ ਕਰੋ ਔਰ ਸ਼ੁਰੂ ਹੋ ਜਾਓ ਆਪਣੇ ਨੈਚੁਰਲ ਅੰਦਾਜ਼ ਦੇ ਵਿੱਚ। ਬਸ ਫਿਰ ਕੁਛ ਨਾ ਪੁੱਛੋ, ਜਦੋਂ ਮੈਂ ਆਪਣੇ ਨੈਚੁਰਲ ਅੰਦਾਜ਼ ਦੇ ਵਿੱਚ ਸ਼ੁਰੂ ਹੋਇਆ, ਜੋ ਚੀਜ਼ਾਂ ਮੇਰੀਆਂ ਅੰਦਰ ਸਨ, ਕਾਸ਼ ਕਿ ਉਹ ਮੈਂ 2 ਸਾਲ ਪਹਿਲੇ ਕਰ ਰਿਹਾ ਹੁੰਦਾ ਤਾਂ ਉਹਦੇ 'ਚ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਬਾਰਿਸ਼ਾਂ ਨਾਲ ਡਿੱਗ ਚੁੱਕੀਆਂ ਸੀ ਜਾਂ ਜ਼ਲਜ਼ਲੇ ਨਾਲ ਡਿੱਗ ਚੁੱਕੀਆਂ ਸੀ, ਸ਼ਾਇਦ ਉਹ ਬਚ ਜਾਂਦੀਆਂ, ਉਸ ਵੇਲੇ ਤੁਹਾਡੇ ਤੱਕ ਹੋਰ ਚੀਜ਼ਾਂ ਪਹੁੰਚ ਜਾਂਦੀਆਂ। ਉਹਦੀ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਮਾਫੀ ਮੰਗਦਾ ਕਿ ਮੇਰੇ ਕੋਲ ਉਹ ਗਲਤੀ ਹੋਈ ਹੈ ਕਿ ਮੈਂ ਇੰਗਲਿਸ਼ ਦੇ ਚੱਕਰ 'ਚ ਪੈ ਕੇ ਤੇ ਕੋਸ਼ਿਸ਼ ਕੀਤੀ, ਇੱਧਰ ਉੱਧਰੋਂ ਚੁੱਕ ਕੇ ਮਟੀਰੀਅਲ ਪਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਦੇ ਨਾਲ ਗੱਲ ਨਹੀਂ ਬਣੀ। ਬਾਬਾ ਜੀ, ਦਾ ਮੇਨ ਟਾਈਮ ਮੈਂ ਤੁਹਾਨੂੰ 1 ਮਿੰਟ ਦੇ ਲਈ ਕੱਢਦਾ ਕਿਉਂਕਿ ਮੈਂ ਤੁਹਾਡੇ ਸਾਰੇ ਪੇਜ ਜਾ ਕੇ ਦੇਖੇ ਨੇ, ਉੱਥੇ ਤੁਹਾਡੇ ਹਾਲੇ ਲਾਈਵ ਵੀਡੀਓ ਜਿਹੜੀ ਜਾ ਨਹੀਂ ਰਹੀ। ਮੈਂ ਇਨ ਦਾ ਮੇਨ ਟਾਈਮ ਥੋੜਾ ਜਿਹਾ ਕਵਰ ਕਰਨ ਦੀ ਕੋਸ਼ਿਸ਼ ਕਰਦਾ। ਮੇਰੇ ਖਿਆਲ 'ਚ ਤੁਹਾਨੂੰ ਉਸ ਪੇਜ ਤੋਂ ਜਾ ਕੇ, ਜਿਹੜੇ ਤੁਹਾਡੇ ਪੇਜ ਹੈਗੇ ਪਹਿਲਾਂ ਉੱਥੋਂ ਲਾਈਕ ਕਰਨਾ ਪਏਗਾ ਉਹ ਪੇਜ, ਫਿਰ ਉਸ ਪੇਜ ਨੂੰ ਜਿਹੜੀ ਉਹ ਫੀਡ ਮਿਲੇਗੀ। ਵਾਈਲ ਯੂ ਆਰ ਡਿਸਕਸਿੰਗ ਇਟ, ਤੁਹਾਨੂੰ ਮੈਂ 2-3 ਮਿੰਟ ਹੋਰ ਦਿੰਦਾ, ਮੈਂ ਕਵਰ ਕਰਨ ਦੀ ਕੋਸ਼ਿਸ਼ ਕਰਦਾ ਸਾਰੇ ਜਿੰਨੇ ਸਾਡੇ ਦੋਸਤ ਨੇ। ਇਨ ਦਾ ਮੇਨ ਟਾਈਮ ਤੁਸੀਂ ਆਪਣੀ ਜਿਹੜੀ ਲਾਈਵ ਸਟਰੀਮ ਹੈ ਕੋਸ਼ਿਸ਼ ਕਰੋ ਆਪਣੇ ਪੇਜਸ ਤੇ ਸ਼ੇਅਰ ਕਰਨ ਦੀ। ਸਾਡੇ ਨਾਲ ਦੋਸਤ ਜੁੜ ਚੁੱਕੇ ਨੇ ਜੀ, ਨੁਮਾਨ ਅਲੀ, ਰਾਜਵੀਰ ਸਿੰਘ ਹੁੰਦਲ ਜੀ, ਜਸਕਰਨ ਸਿੰਘ ਜੀ, ਸਾਰੇ ਬਹੁਤ ਧੰਨਵਾਦ ਕਰ ਰਹੇ ਆ। ਸਾਰੇ ਦੋਸਤਾਂ ਨੂੰ ਮੈਂ ਦੱਸ ਦਿਆਂ ਕਿ ਪਾਕਿਸਤਾਨ 'ਚ ਜਿੰਨੇ ਵੀ ਦੋਸਤਾਂ ਨੇ ਸਾਡੇ ਨਾਲ ਕੰਮ ਕੀਤਾ ਹੈ, ਇਸ ਕਿਤਾਬ ਦੇ ਵਿੱਚ ਆਪਾਂ ਅਬਾਊਟ 40 ਦੋਸਤਾਂ ਦਾ ਨਾਮ ਦਿੱਤਾ ਹੈ ਪਾਕਿਸਤਾਨ ਦੇ ਵਿੱਚੋਂ, 40 ਪੀਪਲ। ਇਹ ਹੁਣ ਆਲਮੋਸਟ ਕਹਿ ਲਓ ਵੀ ਸਾਡੇ ਪਰਿਵਾਰ ਦਾ ਹਿੱਸਾ ਨੇ, ਫੈਮਿਲੀ ਹੈ। ਇਹਨਾਂ ਦੇ ਬੱਚਿਆਂ ਦਾ ਨਾਮ ਪਤਾ ਹੈ, ਇਹਨਾਂ ਦੇ ਬਰਥਡੇਜ਼ ਪਤਾ ਨੇ, ਮੈਰਿਜ ਐਨੀਵਰਸਰੀ ਪਤਾ ਹੈ। ਅਸੀਂ ਇੱਕ ਦੂਜੇ ਦੇ ਨਾਲ ਇੱਦਾਂ, ਬਾਬਾ ਜੀ ਜਿਨ੍ਹਾਂ ਨਾਲ ਅੱਜ ਗੱਲਬਾਤ ਕਰ ਰਹੇ ਹਾਂ, ਇਹ ਅਮਰੀਕਾ ਜਾ ਕੇ ਮੇਰੇ ਕੋਲ ਘਰ ਜਾ ਕੇ ਰਹਿ ਕੇ ਗਏ ਨੇ। ਔਰ ਇਹ ਕਹਿ ਲਓ ਵੀ ਇੱਕ ਤਰ੍ਹਾਂ ਦਾ ਅਸੀਂ ਬਹੁਤ ਵੱਡਾ ਪਰਿਵਾਰ ਬਣ ਚੁੱਕੇ ਹਾਂ। ਸੋ ਹੁਣ ਕੁਆਰੰਟੀਨ ਦੇ ਦਿਨਾਂ 'ਚ ਆਪਾਂ ਸਾਰੇ ਘਰ ਬੈਠੇ ਹਾਂ, ਬਹੁਤ ਦਿਨਾਂ ਤੋਂ ਚੈਪਟਰ ਪੜ੍ਹ ਰਹੇ ਸੀ। ਸੋ ਮੈਂ ਸੋਚਿਆ ਕਿਉਂ ਨਾ ਤੁਹਾਡੇ ਰੂਬਰੂ ਸ਼ਾਇਦ ਸ਼ਬੀਰ ਬਾਬਾ ਜੀ ਨੂੰ ਕੀਤਾ ਜਾਵੇ। ਇਹਨਾਂ ਦਾ ਆਪਣਾ ਕੰਮ ਕਰਨ ਦਾ ਅਲੱਗ ਸਟਾਈਲ ਹੈ,
ਸਭ ਤੋਂ ਸ਼ਹਿਰੀ ਵਿਰਕ ਜੀ ਕਹਿ ਰਹੇ ਅੱਜ ਦੋ ਬਾਬੇ ਇਕੱਠੇ ਹੋ ਗਏ ਨੇ। ਨਹੀਂ ਸ਼ਹਿਰੀ ਜੀ, ਇਹ ਬਾਬਾ ਜੀ ਨਾਮ ਸਿਰਫ ਸ਼ਾਹਿਦ ਸ਼ਬੀਰ ਜੀ ਦੇ ਲਈ ਹੀ ਆਪਾਂ ਰੱਖਿਆ ਹੋਇਆ। ਸੋ ਉਹਨਾਂ ਦੇ ਪੇਜ ਤੋਂ ਅਸੀਂ ਲਾਈਵ ਕਰਨਾ ਚਾਹੁੰਦੇ ਸੀ, ਪਰ ਹਾਲੇ ਕੁਝ ਟੈਕਨੀਕਲ ਪ੍ਰੋਬਲਮ ਹੈਗੀ ਆ, ਅਸੀਂ ਬਾਬਾ ਜੀ ਦੇ ਪੇਜ ਤੋਂ ਸ਼ੇਅਰ ਨਹੀਂ ਕਰ ਪਾ ਰਹੇ ਹਾਂ। ਇਹ ਦਲਜੀਤ ਸਿੰਘ ਕਾਲੋਂ ਜੀ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਸੋ ਆਪਾਂ ਇਹਨਾਂ ਨੂੰ ਐਕਨੋਲਜ ਕਰਨਾ ਚਾਹੁੰਦੇ ਹਾਂ। ਦੇਖੋ, ਆਪਾਂ ਇਹਨਾਂ ਦੀਆਂ ਪੋਸਟਸ, ਇਹਨਾਂ ਦੀਆਂ ਵੀਡੀਓਜ਼, ਜਿੰਨੇ ਵੀ ਪਾਕਿਸਤਾਨ 'ਚ ਸੋਸ਼ਲ ਮੀਡੀਆ ਪਲੇਅਰ ਨੇ, ਕਿੰਨੇ ਹੋਣਗੇ, 20 ਜਾਂ 30 ਹੋਣਗੇ, ਆਪਾਂ ਉਹਨਾਂ ਦੇ ਜ਼ਰੀਏ ਘਰਾਂ 'ਚ ਬੈਠੇ, ਪਾਕਿਸਤਾਨ 'ਚ ਬੈਠੇ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹਾਂ। ਆਪਾਂ ਉਹਨਾਂ ਦੇ ਆਨਸਰ 'ਚ ਉਹਨਾਂ ਨੂੰ ਸ਼ੁਕਰੀਆ ਲਿਖਦੇ ਹਾਂ, ਸਤਨਾਮ ਵਾਹਿਗੁਰੂ ਲਿਖਦੇ ਹਾਂ, ਧੰਨਵਾਦ ਲਿਖਦੇ ਹਾਂ। ਪਰ ਆਪਣਾ ਇੱਕ ਹੋਰ ਫਰਜ਼ ਬਣਦਾ ਵੀ ਆਪਾਂ ਇਹਨਾਂ ਦੇ ਨਾਲ ਇਦਾਂ ਸੰਬੰਧ ਬਣਾਈਏ ਕਿ ਇਹਨਾਂ ਨੂੰ ਗੱਲ ਚੰਗੀ ਲੱਗੇ ਵੀ ਅਸੀਂ ਇਹਨਾਂ ਲਈ ਕੁਝ ਕੀਤਾ, ਤੇ ਇਹ ਇਨ ਰਿਟਰਨ ਦੇ ਵਿੱਚ ਜਦੋਂ ਪਾਕਿਸਤਾਨ ਕਦੀ ਆਉਂਦੇ ਆ ਸਾਨੂੰ ਮਿਲਦੇ ਆ, ਗੁਲਦੇ ਆ। ਸਾਡੇ ਦੋਸਤ ਮੇਰੇ ਪਿੰਡ ਤੋਂ ਮੇਰੇ ਵੱਡੇ ਵੀਰ ਬਿੱਲੂ ਸੋਹਤਾ ਜੀ ਜੁੜ ਚੁੱਕੇ ਆ। ਸੋਹਤਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕਮਲਜੀਤ ਬੈਂਸ ਜੀ ਜੁੜ ਚੁੱਕੇ ਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਮੈਂ ਇਸ ਕਰਕੇ ਇਹਨਾਂ ਨੂੰ ਅੱਗੇ ਲੈ ਕੇ ਆਇਆ ਕਿ ਜਦੋਂ ਵੀ ਕਦੀ ਪਾਕਿਸਤਾਨ ਜਾਈਏ, ਜਿੰਨੇ ਵੀ ਦੋਸਤ ਸੋਸ਼ਲ ਮੀਡੀਆ ਤੇ ਤੁਹਾਨੂੰ ਮਿਲਦੇ ਆ, ਜਿਨ੍ਹਾਂ ਨੂੰ ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਇੰਨੀ ਮਿਹਨਤ ਕੀਤੀ ਹੈ, ਹੁਣ ਜਦੋਂ ਦੁਬਾਰਾ ਫੇਰ ਲੋਕੀ ਜਾਣਾ ਵਿਜ਼ਿਟ ਸ਼ੁਰੂ ਕਰਨਗੇ, ਇਹਨਾਂ ਨੂੰ ਰਾਬਤਾ ਕਰੋ, ਇਹਨਾਂ ਦੇ ਥਰੂ ਜਾਓ। ਤੁਹਾਨੂੰ ਉਹ ਚੀਜ਼ਾਂ ਦਿਖਾਉਣਗੇ ਜਿਹੜੀਆਂ ਤੁਹਾਨੂੰ ਆਮ ਨੋਰਮਲ ਜਿਹੜੇ ਟੂਰਿਸਟ ਕੰਪਨੀਆਂ ਹੈਗੀਆਂ ਵੱਡੀਆਂ, ਜਿਨ੍ਹਾਂ ਦਾ ਲੋਕਲ ਕਲਚਰਲ ਲੈਵਲ ਨਹੀਂ ਹੁੰਦਾ, ਉਹ ਨਹੀਂ ਕਰ ਸਕਦੀਆਂ। ਸਾਡੇ ਨਾਲ ਵੀ ਸੱਜਦ ਹੈਦਰ ਸਾਹਿਬ ਜੀ ਕਹਿ ਰਹੇ ਆ ਬਾਬਾ ਜੀ ਲਵ ਯੂ, ਜਗਵੀਰ ਸਿੰਘ ਗੜਾ ਜੀ, ਜਗੀਤ ਸਿੰਘ ਪਨੇਸਰ ਜੀ, ਸਾਰੇ ਬਹੁਤ ਸ਼ੁਕਰੀਆ ਅਦਾ ਕਰ ਰਹੇ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਜੁਆਇਨ ਕਰ ਚੁੱਕੇ ਹੋ। ਅੱਜ ਦੀ ਟਾਕ ਸਪੈਸ਼ਲ ਟਾਕ ਹੈਗੀ ਹੈ ਕਿ ਪਾਕਿਸਤਾਨ 'ਚ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਜਿਵੇਂ ਮੈਨੂੰ ਹਿਸਟਰੀ ਦਾ ਸ਼ੌਂਕ ਹੈ ਕਿ ਉੱਥੇ ਕਿਹੜਾ ਇਵੈਂਟ ਹੋਇਆ, ਗੁਰੂ ਸਾਹਿਬ ਪਹੁੰਚੇ, ਸਾਖੀ ਕਿਹਨੇ ਲਿਖੀ, ਉਹਦੇ ਰੈਫਰੈਂਸਿਸ ਕਿੱਥੋਂ ਲੱਭਣੇ। ਪਰ ਜਿਹੜੀ ਚੀਜ਼ ਦੀ ਮੈਨੂੰ ਕਦੀ ਕਦੀ ਕਮੀ ਮਹਿਸੂਸ ਹੋਈ ਹੈ ਸਾਰੇ ਕੰਮ ਦੇ ਵਿੱਚ, ਇਹ ਸਾਰੇ ਦੇ ਕੰਮ ਦੇ ਵਿੱਚ ਪਾਕਿਸਤਾਨ ਦੇ ਵਿੱਚ ਆਪਾਂ ਨੂੰ ਮੈਂ ਜਿਹੜੀ ਚੀਜ਼ ਦਿਖਾਉਣੀ ਚਾਹੁੰਦਾ, ਆ ਜਿੰਨੀਆਂ ਬਿਲਡਿੰਗਸ ਹੈਗੀਆਂ ਨੇ, ਜਿਹੜੇ ਬਹੁਤ ਵੱਡੇ ਜਗ੍ਹਾ, ਆਪਾਂ ਇੰਨੀ ਵਿਰਾਸਤੀ ਚੀਜ਼ਾਂ ਜਿਹੜੀਆਂ ਹੈਗੀਆਂ ਪਾਕਿਸਤਾਨ 'ਚ ਆਪਾਂ ਛੱਡ ਕੇ ਆਏ ਆ, ਉਹਨਾਂ ਦੇ ਅੰਦਰ ਜਿਹੜਾ ਇਹ ਕੰਮ ਹੋਇਆ ਆ, ਅੱਜ ਤੁਸੀਂ ਕਿਤਾਬ ਦੇ ਵਿੱਚ ਦੇਖੋ, ਇਹ ਉਹਨਾਂ ਦੇ ਅੰਦਰ ਕੰਮ ਹੋਇਆ ਹੈ। ਹੁਣ ਇਹ ਜਿਹੜੀਆਂ ਕੰਧਾਂ ਹੈਗੀਆਂ, ਇਹਨਾਂ ਦੀ ਚਿਣਾਈ ਕਿੱਦਾਂ ਹੋਈ, ਇਹਨਾਂ ਦੇ ਚੂਨਾ ਮਿੱਟੀ ਕੀ ਹੈ। ਹੁਣ ਜਿਹੜੀ ਤੁਸੀਂ ਚੀਜ਼ ਦੇਖ ਰਹੇ ਹੋ ਸਾਹਮਣੇ, ਇਹ ਹੁਣ ਜਿਹੜੀ ਕੰਧ ਹੈ ਇਸ ਵੇਲੇ, ਇਹ ਢੱਠਣ ਦੇ ਕਿਨਾਰੇ ਹੈ। ਅੱਜ ਆਪਾਂ ਸ਼ਾਹਿਦ ਸ਼ਬੀਰ ਬਾਬਾ ਜੀ ਨਾਲ ਇਹ ਗੱਲਾਂ ਬਾਤਾਂ ਕਰਾਂਗੇ ਕਿ ਇਹ ਕਿੱਦਾਂ ਸਟੱਡੀ ਕੀਤੀ ਜਾ ਸਕਦੀ ਹੈ। ਇਹ ਬਿਲਡਿੰਗਸ ਦੇ ਸਟਰਕਚਰ ਦੇ ਬਾਰੇ ਆਪਾਂ ਸ਼ਾਹਿਦ ਸ਼ਬੀਰ ਬਾਬਾ ਜੀ ਨਾਲ ਗੱਲਬਾਤ ਕਰਾਂਗੇ। ਤੇ ਹੁਣ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਬਾਬਾ ਜੀ ਤੁਹਾਨੂੰ ਸਟੱਡੀ ਵਿੱਚ ਕਰਾਉਣਾ। ਤੁਹਾਡੀਆਂ ਮੱਛੀਆਂ ਪਿੱਛੇ ਬਹੁਤ ਵਧੀਆ ਲੱਗ ਰਹੀਆਂ, ਪਰ ਆਪਣੇ ਦੋਸਤ ਜਿਹੜੇ ਵਿਆਕੁਲ ਹੋ ਰਹੇ ਤੁਹਾਡੇ ਨਾਲ ਗੱਲ ਕਰਨ ਲਈ। ਸੋ ਪਲੀਜ਼ ਟੈਲ ਅਸ ਲਿਟਲ ਬਿਟ, ਸਭ ਤੋਂ ਪਹਿਲਾਂ ਕਿ ਤੁਸੀਂ ਇਹ ਜਿਹੜੀ ਨੌਲੇਜ ਹੈਗੀ ਆ ਆਰਕੀਟੈਕਚਰ ਦੇ ਬਾਰੇ ਕਹਿ ਲਓ ਜਾਂ ਕੰਸਟਰਕਸ਼ਨ ਦੇ ਬਾਰੇ ਕਹਿ ਲਓ ਗੁਰਦੁਆਰਾ ਸਾਹਿਬਾਨ ਦੀ, ਇਹਦੇ ਬਾਰੇ ਕੁਝ ਸਾਡੇ ਨਾਲ ਚੀਜ਼ਾਂ ਸਾਨੂੰ ਦੱਸੋ, ਤਾਂ ਕਿ ਅਸੀਂ ਜਦੋਂ ਰਿਸਰਚ ਕਰਦੇ ਹਾਂ ਸਾਨੂੰ ਹੈਲਪ ਮਿਲੇ ਵੀ ਕਿੱਦਾਂ ਪਤਾ ਲੱਗੇ ਵੀ ਇਹ ਕਦੋਂ ਦੀ ਚੀਜ਼ ਹੈਗੀ ਆ, ਕਿਹਨੇ ਬਣਾਈ ਆ, ਕੀ ਹੈ। ਸੋ ਥੋੜੇ ਜਿਹਾ ਗੁਰ ਸਾਂਝੇ ਕਰੋ ਆਪਣੇ। ਓਕੇ ਜੀ ਵੀਰ ਜੀ, ਸਭ ਤੋਂ ਪਹਿਲੇ ਤਾਂ ਜਦੋਂ ਤੁਸੀਂ ਕਿਸੇ ਵੀ ਸਾਈਡ ਦੇ ਉੱਤੇ ਜਾਂਦੇ ਹੋ ਤੇ ਸਭ ਤੋਂ ਪਹਿਲੇ ਉਹਦਾ ਆਰਕੀਟੈਕਚਰ ਦੇਖਿਆ ਜਾਂਦਾ ਕਿ ਵੀ ਉਹਦਾ ਆਰਕੀਟੈਕਚਰ ਦੀ ਬਣਾਵਟ ਕੀ ਹੈ। ਅਗਰ ਉਹਦੀ ਆਰਕੀਟੈਕਚਰ ਦੀ ਬਣਾਵਟ ਤੁਹਾਨੂੰ ਸਮਝ ਨਹੀਂ ਆਉਂਦੀ ਤੇ ਇਹਦਾ ਮਤਲਬ ਹੈ ਕਿ ਤੁਸੀਂ ਉਸ ਬਿਲਡਿੰਗ ਦੇ ਬਾਰੇ 'ਚ ਕੁਝ ਵੀ ਨਹੀਂ ਦੱਸ ਸਕਦੇ। ਤੇ ਮੈਨੂੰ ਲੋਕੀ ਜਿਹੜੀ ਗੱਲ ਤੋਂ ਪਿਆਰ ਕਰਦੇ ਨੇ, ਉਹ ਕਹਿੰਦੇ ਨੇ ਕਿ ਤੁਸੀਂ ਨੀਹਾਂ ਤੋਂ ਫਰੋਲਣਾ ਸ਼ੁਰੂ ਕਰਦੇ ਹੋ ਚੀਜ਼ ਨੂੰ, ਜੀ ਬਿਲਕੁਲ, ਟੌਪ ਤੱਕ ਜਾਂਦੇ ਹੋ, ਔਰ ਉਸ ਤੋਂ ਬਾਅਦ ਉਹਦੇ ਅੰਦਰ ਜਿਹੜਾ ਆਰਟ ਹੋਇਆ, ਪੇਂਟ ਹੋਇਆ, ਜਾਂ ਉਹਦੇ ਤੇ ਟਹਿਲ ਸੇਵਾ ਕਰਵਾਈ ਹੋਈ ਹੈ। ਇਹ ਮੈਂ ਇੱਕ ਗੱਲ ਇੱਥੇ ਤੁਹਾਨੂੰ ਦੱਸਦਾ ਚੱਲਾਂ ਕਿ ਜਿਹੜੇ ਸਾਰੇ ਲੋਕ ਹਰ ਚੀਜ਼ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਜੋੜੀ ਜਾਂਦੇ ਹੈ, ਉਹ ਟੋਟਲੀ ਰੋਂਗ ਹੈ। ਏਦਾਂ ਨਹੀਂ ਹੈਗਾ। ਮਹਾਰਾਜਾ ਰਣਜੀਤ ਸਿੰਘ ਨੇ ਨਨਕਾਣਾ ਸਾਹਿਬ, ਠੀਕ ਹੈ ਜੀ, ਔਰ ਕਹਿ ਲਓ ਤੁਸੀਂ ਕਿ ਚੰਦ ਇੱਕ ਹੋਰ ਗੁਰਦੁਆਰੇ ਨੇ ਜਿਨ੍ਹਾਂ ਦੀ ਸੇਵਾ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਕਰਵਾਈ ਸੀਗੀ। ਬਾਕੀ ਤਮਾਮ ਗੁਰਦੁਆਰਿਆਂ ਦੀ ਸੇਵਾ ਦਾ ਕੋਈ ਰਿਕਾਰਡ ਨਹੀਂ ਮਿਲਦਾ ਕਿ ਉਹ ਮਹਾਰਾਜਾ ਰਣਜੀਤ ਸਿੰਘ। ਅੱਜ ਜਿਹੜਾ ਬੰਦਾ ਉੱਠਦਾ ਕਵਰੇਜ ਕਰਨ ਲਈ ਜਾਂਦਾ, ਉਹ ਫਿਰ ਵੀਡੀਓ ਮੇਰੇ ਕੋਲ ਆ ਜਾਂਦੀ ਹੈ, ਉਹ ਰੈਫਰੈਂਸ ਮੇਰੇ ਕੋਲ ਆ ਜਾਂਦਾ ਕਿ ਬਾਬਾ ਜੀ ਤੁਸੀਂ ਦੱਸੋ। ਮੈਂ ਕਿਹਾ ਯਾਰ, ਜਿੰਨੇ ਵੀ ਇੱਟ ਜਿਹੜੀ ਲੱਗੀ ਹੋਈ ਹੈ ਨਾ, ਇੱਟ ਆਪਣੇ ਮੂੰਹੋਂ ਬੋਲਦੀ ਹੈ ਕਿ ਕਿਹੜੇ ਸੰਨ ਦੀ ਲੱਗੀ ਹੋਈ ਹੈ। ਠੀਕ ਹੈ ਜੀ, ਆਪਾਂ ਕਲਾਸੀਫਿਕੇਸ਼ਨ ਦੱਸਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਜਦੋਂ ਕਿਸੇ ਗੁਰੂ ਘਰ ਦੇ ਕੋਲ, ਧਰਮਸ਼ਾਲ ਦੇ ਕੋਲ, ਕਿਸੇ ਮੰਦਿਰ ਦੇ ਕੋਲ, ਵਟਐਵਰ ਕੋਈ ਵੀ ਬਿਲਡਿੰਗ ਹੈ, ਕੋਈ ਫੋਰਟ ਹੈ, ਤੁਸੀਂ ਉਹਨੂੰ ਜੱਜਮੈਂਟ ਕਰਨਾ ਵਾ। ਤੇ ਜੱਜਮੈਂਟ ਕਰਨ ਵਾਸਤੇ ਤੁਹਾਡੀ ਇੱਕ ਨਜ਼ਰ ਜਿਹੜੀ ਹੈ ਨਾ, ਉਹ ਬਾਰੀਕ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੱਕ ਤੁਹਾਡੀ ਨਜ਼ਰ ਬਾਰੀਕ ਨਹੀਂ ਹੈਗੀ, ਤੁਸੀਂ ਇਹਨਾਂ ਚੀਜ਼ਾਂ ਨੂੰ, ਯਾਨੀ ਕਿ ਤੁਸੀਂ ਕਹੋ ਕਿ ਬਸ ਮੈਂ ਵੀਡੀਓ ਬਣਾਵਾਂ ਔਰ ਮੈਂ ਚੱਲ ਜਾਵਾਂ, ਜਾਂ ਮੈਂ ਕਾਲਮ ਲਿਖਾਂ ਔਰ ਮੈਂ ਭੱਜ ਜਾਵਾਂ, ਤੇ ਫੇਰ ਨਹੀਂ ਹੋ ਸਕਦਾ। ਠੀਕ ਹੈ ਜੀ, ਤੁਹਾਨੂੰ ਘੱਟੋ ਘੱਟ ਇੱਕ ਦਿਨ ਪੂਰਾ ਲਾਉਣਾ ਪੈਂਦਾ ਵਾ ਕਿ ਵੀ ਇਹਦੀ ਬੁਨਿਆਦਾਂ ਦੇ ਵਿੱਚੋਂ ਕਿਤੋਂ ਨਾ ਕਿਤੋਂ
ਪੁਰਾਣੀਆਂ ਬਿਲਡਿੰਗਾਂ ਦੀ ਬੁਨਿਆਦ ਲੱਭ ਹੀ ਜਾਂਦੀ ਹੈ ਕਿ ਵੀ ਕਿਸ ਪਾਸੇ ਜ਼ਿਆਦਾ ਨੀਵਾਂ, ਕਿੱਥੋਂ ਜੀ ਇੱਟਾਂ ਟੁੱਟੀਆਂ ਹੋਈਆਂ ਬਾਹਰ ਨੂੰ ਨਿਕਲੀਆਂ ਨੇ। ਤੇ ਜੀ ਜਿਹੜੀ ਸਾਡੀ ਸਭ ਤੋਂ ਪਹਿਲੇ ਚੀਜ਼ ਮਿਲਦੀ ਹੈ ਉਹ ਮਿਲਦਾ ਹੈ ਜੀ ਪੋਰਸ ਪੱਥਰ। ਠੀਕ ਹੈ ਪੋਰਸ ਪੱਥਰ ਜਿਹੜਾ ਹੈ, ਯਾਨੀ ਕਿ ਜਿਹਦੇ ਅੰਦਰ ਮੋਰੀਆਂ ਹੋਈਆਂ ਹੁੰਦੀਆਂ, ਜਿਹਨੂੰ ਕਿ ਫੋਸਲ ਸਟੋਨ ਕਹਿੰਦੇ ਆ ਆਪਾਂ। ਜੀ ਫੋਸਲ ਬਿਲਕੁਲ ਸਟੋਨ ਜਿਹੜਾ ਵਾ, ਉਹ ਤੁਹਾਨੂੰ ਅਗਰ ਕਿਸੇ ਗੁਰਦੁਆਰੇ 'ਚ ਤੁਸੀਂ ਦੇਖਣਾ ਚਾਹੋ ਤੇ ਤੁਹਾਨੂੰ ਹਰੀਪੁਰ ਦਾ ਇੱਕ ਗੁਰਦੁਆਰਾ ਹੈ ਬਾਰਾਦਰੀ, ਠੀਕ ਉਹਦੇ ਹੈ ਜੀ ਵਿੱਚ ਸ਼ਹੀਦ ਉਹਨੂੰ ਸ਼ਹੀਦਗੰਜ ਕਿਹਾ ਜਾਂਦਾ। ਠੀਕ ਹੈ ਉਹਦੀ ਜੀ ਜਿਹੜੀ ਬਾਰਾਦਰੀ ਹੈ ਉਹਦੇ ਅੰਦਰ ਜਿਹੜੇ ਲੱਗੇ ਹੋਏ ਸਟੋਨ ਨੇ ਜੀ ਉਹ ਕੀ ਨੇ, ਉਹ ਪੋਰਸ ਨੇ। ਜੀ ਠੀਕ ਹੈ ਜੀ। ਆਪਾਂ ਹੁਣ ਦੇਖੋ ਜੀ, ਸ਼ਹੀਦਾਂ 'ਚ ਨਾਂ ਲਿਖਾਉਣ ਵਾਲੀ ਗੱਲ ਹੈ ਕਿ ਜੀ ਬਹੁਤ ਜ਼ਿਆਦਾ ਸਾਰੀ ਜਗ੍ਹਾ ਦੇ ਉੱਤੇ ਗੁਰਦੁਆਰੇ ਜਿਹੜੇ ਨੇ ਉਹ ਨਾਨਕਸ਼ਾਹੀ ਇੱਟ ਨਾਲ ਬਣੇ ਹੋਏ ਨੇ ਜ਼ਿਆਦਾ, ਫਿਰ ਜੀ ਬ੍ਰਿਟਿਸ਼ ਇੱਟ ਨਾਲ ਬਣੇ ਹੋਏ ਨੇ, ਮੁਗਲਈ ਇੱਟ ਨਾਲ ਵੀ ਬਹੁਤ ਘੱਟ ਬਣੇ ਹੋਏ ਨੇ। ਜੀ ਤੇ ਸੋ ਮੈਂ ਕਹਾਂਗਾ ਕਿ ਖਾਲਸਾ ਪੰਥ ਇਸ ਗੱਲੋਂ ਬਹੁਤ ਖੁਸ਼ਕਿਸਮਤ ਹੈ ਕਿ ਤਵਾਰੀਖ ਦੇ ਵਿੱਚ ਉਹਨਾਂ ਦਾ ਵੀ ਨਾਮ ਲਿਖਿਆ ਗਿਆ ਕਿ ਕੋਈ ਗੁਰੂ ਘਰ ਐਸੇ ਨੇ ਜਿਨ੍ਹਾਂ ਦੇ ਵਿੱਚ ਪੋਰਸ ਪੱਥਰ, ਯਾਨੀ ਕਿ ਸਭ ਤੋਂ ਐਂਸ਼ੀਅੰਟ ਪੱਥਰ ਜਿਹੜਾ ਹੈ, ਘੜਵਾ ਪੱਥਰ, ਉਹ ਵੀ ਲਾ ਜੀ ਦਿੱਤਾ ਹੈ, ਜਿਹੜਾ ਕਿ ਤੁਹਾਨੂੰ ਹਿੰਦੂ ਸ਼ਾਹੀ ਟੈਂਪਲਸ ਦੇ ਵਿੱਚ ਖਾਲੀ ਮਿਲਦਾ ਹੈ। ਜੀ ਦੂਸਰੀ ਚੀਜ਼ ਆ ਜਾਂਦੀ ਹੈ ਤੁਹਾਡੀ ਜੇਲਮ ਸਟੋਨ ਹੈ, ਜਾਂ ਤੁਹਾਡਾ ਸਟੋਨ ਆ ਜਾਂਦਾ ਹੈ ਚਕਵਾਲ ਸਟੋਨ। ਜੀ ਪੋਖਾਰ ਰੀਜਨ ਦੇ ਅੰਦਰ ਜਿਹੜੇ ਗੁਰਦੁਆਰੇ ਬਣੇ ਹੋਏ ਆ, ਉਹਨਾਂ ਦੀਆਂ ਸਟੋਨ ਲੇਟ ਜਿਹੜੀਆਂ ਨੇ 3-3 ਤੋਂ 4-4 ਫੁੱਟ ਮੋਟੀਆਂ ਨੇ, ਉਹਨਾਂ ਦੀਆਂ ਜਿਹੜੀਆਂ ਬੇਸ ਰੱਖੀ ਗਈ ਹੈ, ਜਿੰਨੀ ਨੀਂਹ ਪੱਥਰ ਰੱਖੀ ਗਈ ਹੈ, ਉਹ ਜਾਂ ਤੇ ਚਕਵਾਲ ਸਟੋਨ ਨਾਲ ਹੈ ਔਰ ਜਾਂ ਜੇਲਮ ਸਟੋਨ ਦੇ ਨਾਲ ਹੈ। ਉਹਦਾ ਇਹ ਮਕਸਦ ਨਹੀਂ ਹੈਗਾ ਕਿ ਵੀ ਜਿਹੜਾ ਪੱਥਰ ਜੇਲਮ ਚੋਂ ਨਿਕਲੇਗਾ ਉਹ ਜੇਲਮ ਹੈ, ਜਾਂ ਜਿਹੜਾ ਚਕਵਾਲ ਤੋਂ ਨਿਕਲੇਗਾ ਇਹਦੇ ਕਲਰ ਤੋਂ ਇੱਕ ਗ੍ਰੇ ਦਾ ਪੱਥਰ ਹੁੰਦਾ, ਇੱਕ ਹੁੰਦਾ ਹੈ ਸੈਂਡਸਟੋਨ, ਜਿਹਨੂੰ ਐਂ ਕਰਕੇ ਤੋੜੋ ਤੇ ਉਹ ਟੋਟੇ ਟੋਟੇ ਛੇਤੀ ਹੋ ਜਾਂਦਾ, ਔਰ ਇੱਕ ਹੁੰਦਾ ਸੋਲਿਡ ਪੱਥਰ। ਠੀਕ ਹੈ ਜੀ। ਮਾਰਗਲਾ ਦਾ ਵੀ ਹੈ, ਉਹ ਜੇਲਮ ਦਾ ਵੀ ਹੈ, ਉਹ ਚਕਵਾਲ ਦਾ ਵੀ ਹੈ। ਲੇਕਿਨ ਇਹ 3 ਹਿਲ ਸਟੇਸ਼ਨ ਜਿਹੜੇ ਮਸ਼ਹੂਰ ਨੇ ਜਿੱਥੋਂ ਇਹ ਪੱਥਰ ਲਿਆ ਕੇ ਕੰਸਟਰਕਸ਼ਨ ਕੀਤੀ ਗਈ ਹੈ, ਜਿਹਦੇ ਵਿੱਚ ਨੀਂਹ ਪੱਥਰ ਕਹਿ ਸਕਦੇ ਹੋ ਤੁਸੀਂ ਮਾਨਸੇਰਾ ਵਾਲਾ ਗੁਰਦੁਆਰਾ ਔਰ 6ਵੀਂ ਪਾਤਸ਼ਾਹੀ ਵਾਲਾ ਨਲੱਛੀ ਵਾਲਾ ਕਸ਼ਮੀਰ ਵਾਲਾ, ਜਿਹੜਾ ਜੰਮੂ ਐਂਡ ਕਸ਼ਮੀਰ ਮੁਜ਼ੱਫਰਾਬਾਦ ਦੇ ਅੰਦਰ ਨਲੱਛੀ ਵਾਲਾ ਗੁਰਦੁਆਰਾ ਹੈ। ਜੀ ਬਿਲਕੁਲ ਬਿਲਕੁਲ ਕਹਿ ਸਕਦੇ ਇਹਨਾਂ ਦੇ ਨੀਂਹ ਪੱਥਰ ਜਿਹੜੇ ਨੇ ਉਹਦੇ ਨਾਲ ਲੱਗੇ ਹੋਏ ਨੇ, ਔਰ ਸ਼ੇਪ ਵੀ ਉਹੀ ਹੈ ਜਿਹੜੀ ਕਿ ਕਸ਼ਮੀਰੀ ਸਟਾਈਲ ਹੈ। ਤੇ ਫਿਰ ਉਸ ਤੋਂ ਬਾਅਦ ਵੀਰ ਜੀ ਗੱਲ ਆ ਜਾਂਦੀ ਹੈ ਮੁਗਲਈ। ਉਸ ਤੋਂ ਬਾਅਦ ਕੰਮ ਆ ਜਾਂਦਾ ਹੈ ਕਿ ਵੀ ਇਨਸਾਨ ਨੇ ਇੱਟ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਇਨਸਾਨ ਨੇ ਇੱਟ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਹਨੂੰ ਸਭ ਤੋਂ ਪਹਿਲੇ ਛੋਟੀ ਇੱਟ ਉਹਨੇ ਬਣਾਈ, ਜਿੰਨਾ ਕੁ ਅੱਜ ਕੱਲ ਆਪਣਾ ਆਈਫੋਨ ਪ੍ਰੋ ਹੈ, ਇੰਨੀ ਕਿ ਜਿੰਨੀ ਇੱਟ ਹੁੰਦੀ ਸੀ ਉਹ ਛੋਟੀ ਜਿੰਨੀ, ਬਿਲਕੁਲ 4 ਤੋਂ 5 ਇੰਚ ਦਾ ਚੋਕਾ ਉਹਨੂੰ ਕਿਹਾ ਜਾਂਦਾ ਸੀ। ਅੱਜ ਬਿਲਕੁਲ ਇਹੀ ਸਾਈਜ਼ ਹੈ। ਉਹ ਜਿਹੜਾ ਅਸਲ ਜਿਹੜਾ ਸਾਈਜ਼ ਹੈ ਉਹ ਇੰਨਾ ਕੁ ਹੈ, ਲੇਕਿਨ 1 ਇੰਚ ਦਾ ਵਾਈਡ ਕਰ ਲਓ, ਇਹਨੂੰ ਥੋੜਾ ਜਿਹਾ ਚੌੜਾ ਕਰ ਲਓ, ਤੇ ਇੰਨਾ ਕੁ ਹੈ, ਇੰਨੀ ਕੁ ਪੀਸ ਹੁੰਦੀ ਸੀ। ਇਹਨੂੰ ਬਣਾਉਣ ਦਾ ਇੱਕ ਮਕਸਦ ਸੀ ਕਿ ਜਿੰਨੀ ਛੋਟੀ ਹੋਏਗੀ ਓਨੀ ਮਜ਼ਬੂਤੀ ਹੋਏਗੀ। ਅੱਛਾ। ਲੇਕਿਨ ਇਹ ਟਾਈਮ ਕੰਜ਼ਿਊਮ ਕਰਦੀ ਸੀ। ਹਾਂਜੀ ਬਿਲਕੁਲ ਟਾਈਮ ਕੰਜ਼ਿਊਮ ਕਰਦੀ ਸੀ ਡੈਫੀਨਿਟਲੀ। ਛੋਟੇ ਛੋਟੇ ਪੀਸ ਜਦੋਂ ਵੀ ਤੁਸੀਂ ਲਾਉਂਦੇ ਹੋ ਕਿਸੇ ਵੀ ਚੀਜ਼ ਦੇ, ਤੇ ਉਹ ਤੁਹਾਡਾ ਟਾਈਮ ਬਹੁਤ ਜ਼ਿਆਦਾ ਲੈ ਲੈਂਦੇ ਨੇ। ਲੇਕਿਨ ਅਗਰ ਤੁਸੀਂ ਥੋੜੀ ਜਿਹੀ ਵੱਡੀ ਲਾਉਂਦੇ ਹੋ ਤੇ ਤੁਹਾਡਾ, ਉਹ ਤੁਸੀਂ ਦੇਖਿਆ ਹੋਣਾ ਬੁੱਧਿਸਟ ਡਰਾਇੰਗਸ ਜਿਹੜੀਆਂ ਪਾਕਿਸਤਾਨ ਦੇ ਵਿੱਚ ਨੇ, ਉਹਨਾਂ 'ਚ ਬਹੁਤ ਵੱਡੇ ਵੱਡੇ ਪੱਥਰ ਹੈ, ਲੇਕਿਨ ਉਹਨਾਂ 'ਚ ਕੈਂਕਰਾਂ ਦੇ ਕੇ ਉਹਨਾਂ ਨੇ ਕਿੱਦਾਂ ਸੋਹਣੇ ਜਿਹੇ ਕਰਕੇ ਉਹਨਾਂ ਨੂੰ ਲਾਇਆ ਹੋਇਆ, ਲੱਗਦਾ ਬਿਲਕੁਲ ਗੁਣੀਆਂ 'ਚ ਲੱਗੇ ਹੋਏ ਆ। ਕਿਉਂਕਿ ਮੈਂ ਹਲੇ ਫਿਲਹਾਲ ਸਿੱਖ ਹਿਸਟਰੀ ਮਗਰ ਪਿਆ ਹੋਇਆ ਵਾਂ। ਮੇਰੇ ਕੋਲ ਕਲੈਕਸ਼ਨ ਜਿਹੜੀ ਆ, ਮੈਨੂੰ ਲੋਕ ਕਹਿੰਦੇ ਆ ਕਿ ਬਾਬਾ ਸਿਰਫ ਸਿੱਖ ਹਿਸਟੋਰੀਅਨ ਹੈ, ਸਿੱਖਾਂ ਮਗਰ ਪਿਆ ਹੋਇਆ। ਤੇ ਮੈਂ ਉਹਨਾਂ ਨੂੰ ਅੱਜ ਤੁਹਾਡੇ ਪ੍ਰੋਗਰਾਮ ਦੇ ਤਵਸਤ ਨਾਲ ਇਹ ਵੀ ਪੈਗਾਮ ਦੇਣਾ ਚਾਹੁੰਦਾ ਵਾਂ ਕਿ ਮੇਰੇ ਕੋਲ ਜਿਹੜੇ ਨਾਰਥ ਵੈਸਟ ਪਾਕਿਸਤਾਨ ਦੇ ਬੁੱਧਿਸਟ ਡਰਾਇੰਗਸ ਨੇ, ਉਹਨਾਂ ਦਾ ਤਮਾਮ ਰਿਕਾਰਡ ਹੈ, ਔਰ ਮੇਰੇ ਕੋਲ ਵੀਡੀਓਜ਼ ਵੀ ਨੇ, ਔਰ ਉਹਨਾਂ ਦੀ ਮੇਰੇ ਕੋਲ ਪਿਕਚਰਸ ਵੀ ਨੇ। ਔਰ ਮੈਂ ਸਾਹਮਣੇ ਵੀ ਲੈ ਕੇ ਆਂਦਾ, ਤੇ ਉਹਦਾ ਇਹ ਮਕਸਦ ਨਹੀਂ ਹੈਗਾ ਕਿ ਮੇਰੇ ਕੋਲ ਕੁਝ ਹੈਗਾ ਨਹੀਂ ਹੈ। ਠੀਕ ਹੈ ਜੀ, ਠੀਕ ਹੈ ਕਿ ਨਹੀਂ। ਮੈਂ ਐਂਸ਼ੀਅੰਟ ਸਿਵਲਾਈਜੇਸ਼ਨਸ ਦੇ ਉੱਤੇ ਵੀ ਕੰਮ ਕਰ ਰਿਹਾ, ਲੇਕਿਨ ਹਲੇ ਉਹ ਸਾਹਮਣੇ ਨਹੀਂ ਲੈ ਕੇ ਆ ਰਿਹਾ ਹੈ। ਠੀਕ ਹੈ ਜੀ, ਕਦੇ ਵਕਤ ਆਏਗਾ ਉਹ ਸਾਹਮਣੇ ਲੈ ਕੇ ਆਊਂਗਾ। ਅਗਲੀ ਗੱਲ ਹੈ ਕਿ ਉਹ ਫਿਰ ਆ ਗਿਆ ਹੁਣ ਮੁਗਲ ਪੀਰੀਅਡ ਦਾ ਡਿਕਲਾਈਨ ਜਦੋਂ ਸ਼ੁਰੂ ਹੁੰਦਾ। ਜੀ ਬਿਲਕੁਲ। ਮੁਗਲ ਪੀਰੀਅਡ ਦਾ ਡਿਕਲਾਈਨ ਜਦੋਂ ਸ਼ੁਰੂ ਹੁੰਦਾ ਤੇ ਉਸ ਵੇਲੇ ਵੀ ਜਿਹੜੀ ਧਰਮਸ਼ਾਲ ਜਾਂ ਗੁਰਦੁਆਰੇ ਜਾਂ ਮੰਦਿਰ ਜਿਹੜੇ ਬਣ ਰਹੇ ਨੇ, ਉਹ ਕਾਹਦੇ ਨਾਲ ਬਣ ਰਹੇ ਨੇ? ਉਹ ਮੁਗਲਈ ਇੱਟ ਨਾਲ ਹੀ ਬਣ ਰਹੇ ਨੇ। ਮੁਗਲ ਬ੍ਰਿਕ। ਮੁਗਲ ਬ੍ਰਿਕ ਉਹਨੂੰ ਕਿਉਂ ਕਿਹਾ ਜਾਂਦਾ ਹੈ? ਕੁਝ ਲੋਕਾਂ ਨੂੰ ਸ਼ਾਇਦ ਉਹਦੇ ਤੇ ਇਤਰਾਜ਼ ਵੀ ਹੋਏ, ਕਿਉਂਕਿ ਸਾਡੇ ਲੋਕ ਇਤਰਾਜ਼ ਕਰਨਾ ਮਤਲਬ ਹੋਣਾ ਵੀ ਚਾਹੀਦਾ ਹੈ। ਹੋਣਾ ਵੀ ਚਾਹੀਦਾ ਹੈ ਕਿ ਤੁਸੀਂ ਜਦੋਂ ਤੱਕ ਕ੍ਰਿਟਿਕ ਨਹੀਂ ਕਰਦੇ ਤਾਂ ਕੋਈ ਚੀਜ਼ ਸਾਹਮਣੇ ਨਵੀਂ ਸਾਹਮਣੇ ਨਹੀਂ। ਤੇ ਉਹ ਕ੍ਰਿਟਿਕ ਦੇ ਵਿੱਚ ਉਹਨਾਂ ਦੀ ਕ੍ਰਿਟਿਕ ਤਾਂ ਮੈਂ ਪਹਿਲੇ ਜਵਾਬ ਦੇ ਦਾਂ ਕਿ ਮੁਗਲਈ ਇੱਟ ਨੂੰ ਇਸ ਲਈ ਕਿਹਾ ਗਿਆ ਕਿ ਉਹ ਮੁਗਲਸ ਨੇ ਸਪੈਸ਼ਲੀ ਸਬ ਕੰਟੀਨੈਂਟ ਦੇ ਅੰਦਰ ਆ ਕੇ ਤਿਆਰ ਕੀਤੀ ਹੈ। ਔਰ ਕਾਹਦੇ ਵਾਸਤੇ ਤਿਆਰ ਕੀਤੀ ਸੀਗੀ? ਉਹ ਕੰਸਟਰਕਸ਼ਨ ਵਾਸਤੇ। ਜਿੰਨੇ ਵੀ ਤੁਸੀਂ ਇੰਡੀਆ ਦੇ ਕਿਲੇ ਦੇਖ ਰਹੇ ਹੋ, ਪਾਕਿਸਤਾਨ ਦੇ ਵਿੱਚ ਕਿਲੇ ਦੇਖ ਰਹੇ ਹੋ, ਕੋਈ 1-2 ਜਿਹੜੇ ਅਫਗਾਨਿਸਤਾਨ ਦੇ ਹੈ, ਉਹ ਵੀ ਮਤਲਬ ਕਿ ਸਾਰੇ ਦੇ ਸਾਰੇ ਜਿਹੜੇ ਸਬ ਕੰਟੀਨੈਂਟ ਦੇ ਅੰਦਰ ਕਿਲੇ ਨੇ, ਇਹ ਤਮਾਮ ਮੁਗਲਈ ਇੱਟ ਨਾਲ ਬਣੇ ਹੋਏ ਨੇ। ਚਾਹੇ ਉਹ ਕਿਲਾ ਗੋਬਿੰਦਗੜ੍ਹ ਹੋਵੇ, ਚਾਹੇ ਉਹ ਲਾਹੌਰ ਫੋਰਟ ਹੋਵੇ, ਚਾਹੇ ਉਹ ਕੀ ਕਹਿੰਦੇ ਨੇ ਜਨਰਲ ਹਰੀ ਸਿੰਘ ਨਲਵਾ ਦਾ ਬਣਾਇਆ ਹੋਇਆ ਕਿਲਾ ਹੈ ਕੋਈ, ਜਦ ਕਿ
लोग बहुत तारीफ करते है अपना की किला है लास्ट जिहड़ा काबुल दी बाउंड्री दे नाल है जमरोद। हाँ जी, हालांकि वो कच्ची मिट्टी का सीगा, ਉਹਦੇ ਚ ਇੱਟ ਦਾ ਵਰਕ ਨਹੀਂ ਹੈਗਾ, ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਅੱਜ ਤੱਕ ਉਹ ਕੱਚੀ ਮਿੱਟੀ ਦਾ ਹੀ ਹੈ, ਉਹ ਪੱਕਾ ਨਹੀਂ ਕੀਤਾ ਗਿਆ। ਉਹ ਦੁਨੀਆ ਦਾ ਵਾਹਿਦ डिफेंस पॉलिसी भी टाइट तरीन, नुकसान भी बहुता, जाना भी गई, लेकिन है वो मिट्टी का। एनीवेज अगली साडी आ जाती है जी कि नानकशाही और मुगल पीरियड के दरम्यान एक चौका तैयार होया जिहदा बहुत घट जिक्र आंदा है। दो इट्टां इकट्ठियां कर लो मुगल पीरियड वालियां कि वो चौका जिहड़ा तैयार होया इन बिटवीन खालसा राज एंड मुगल पीरियड, यानी कि बफर जोन वाला जिहड़ा टाइम है, बफर पीरियड है, ਉਹਦੇ ਵਿੱਚ ਵੀ ਇੱਕ ਇੱਟ ਇਨਵੈਂਟ ਹੋਈ ਹੈ ਜਿਹਦਾ ਨਾਮ ਜਿਹੜਾ ਹੈ ਕਹਿ ਲਵੋ ਉਹਨੂੰ ਚੌਕਾ ਹੀ ਕਿਹਾ ਜਾਂਦਾ ਹੈ, ਲੇਕਿਨ ਉਹਨੂੰ ਨਾ ਮੁਗਲਈ ਕਿਹਾ ਜਾ ਰਿਹਾ ਤੇ ਨਾ ਹੀ ਉਹਨੂੰ ਨਾਨਕਸ਼ਾਹੀ ਕਿਹਾ ਜਾ ਰਿਹਾ ਹੈ। ਇਸ ਤਰ੍ਹਾਂ ਕਰਕੇ ਅਸੀਂ ਤਕਰੀਬਨ ਚੌਥੀ ਪੰਜਵੀਂ ਕਲਾਸੀਫਿਕੇਸ਼ਨ ਦੇ ਉੱਤੇ ਪਹੁੰਚ ਚੁੱਕੇ ਹਾਂ ਤੇ ਉਸ ਤੋਂ ਬਾਅਦ ਜਦੋਂ ਮੁਗਲ ਪੀਰੀਅਡ ਬਿਲਕੁਲ ਐਂਡ ਹੋ ਜਾਂਦਾ ਹੈ ਔਰ ਖਾਲਸਾ ਪੀਰੀਅਡ ਸ਼ੁਰੂ ਹੋ ਜਾਂਦਾ ਹੈ, ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਹੈ ਜਿਹਦੇ ਤੇ ਮੈਂ ਕਹਾਂਗਾ ਕਿ ਲੋਕਾਂ ਦਾ ਸਭ ਤੋਂ ਜ਼ਿਆਦਾ ਇੰਟਰਸਟ ਹੁੰਦਾ ਕਿ ਅਸੀਂ ਉਹਦੇ ਬਾਰੇ ਚ ਜਿੰਨਾ ਵੀ ਜ਼ਿਆਦਾ ਜਾਣ ਸਕੀਏ। ਤੇ ਕਹਿ ਲਓ ਕਿ ਤੁਸੀਂ ਮਿਸਲਾਂ ਦੇ ਦੌਰ ਤੋਂ, ਕਿਉਂਕਿ ਮਿਸਲਾਂ ਦਾ ਜਿਹੜਾ ਦੌਰ ਹੈ ਉਹ ਘੱਟ ਲੋਕ ਨਾ ਗਲੋਰੀਫਾਈ ਹੀ ਸਮਝਦੇ ਹੈ ਕਿ ਗਲੋਰੀਅਸ ਪੀਰੀਅਡ ਸੀਗਾ, ਲੇਕਿਨ ਇਹ ਯਾਦ ਰੱਖਣਾ ਕਿ ਜਦੋਂ ਤੱਕ ਬ੍ਰਿਟਿਸ਼ ਨਹੀਂ ਆਇਆ ਉਨੀ ਦੇਰ ਤੱਕ ਮਾਈਟ ਇਜ਼ ਰਾਈਟ ਵਾਲੀ ਗੱਲ ਸੀਗੀ, ਵਾਰ ਆਫ ਸਕਸੈਸ਼ਨ ਸੀਗੀ ਕਿ ਜਿਹੜਾ ਬੰਦਾ ਲੜਦਾ ਸੀ, ਜਿਹੜਾ ਜਿੱਤਦਾ ਸੀਗਾ ਉਹੀ ਖਾਂਦਾ ਸੀਗਾ ਤੇ ਜਿਹੜਾ ਹਾਰਦਾ ਸੀ ਉਹਨੂੰ ਭੁੱਖ ਹੀ ਮਿਲਦੀ ਸੀ, ਉਹਦੀ ਜਗੀਰ ਖੋਹ ਲਿੱਤੀ ਜਾਂਦੀ ਸੀ, ਉਹਦੀ ਜ਼ਮੀਨ ਵੀ ਖੋਹ ਲਈ ਜਾਂਦੀ ਸੀ, ਉਹਦੇ ਕਿਲੇ ਵੀ ਹੈ, ਖੁਆ ਉਹ ਮੁਸਲਿਮ ਸਨ, ਖੁਆ ਉਹ ਸਿੱਖ ਸਨ, ਖੁਆ ਉਹ ਬੁੱਧਿਸਟ ਸਨ, ਖੁਆ ਉਹ ਹਿੰਦੂਸ਼ਾਹੀ ਨਾਲ ਬਿਲੋਂਗ ਕਰਦੇ ਸੀ। ਆਪਾਂ ਕਿਸੇ ਇੱਕ ਕੈਟੇਗਰੀ ਨੂੰ ਨਹੀਂ ਗਿਣਦੇ, ਤਮਾਮ ਜਿੰਨੀਆਂ ਵੀ ਮਤਲਬ ਕਿ ਸਾਡੀ ਸਿਵਲਾਈਜੇਸ਼ਨਸ ਚੱਲਦੀਆਂ ਆ ਰਹੀਆਂ ਨੇ ਤਮਾਮ ਦੇ ਮਤਲਬ ਕਵਾਂਗੇ ਕਿ ਉਹਨਾਂ ਦੀ ਵਾਰ ਆਫ ਸਕਸੈਸ਼ਨ ਦੇ ਉੱਤੇ ਹੀ ਉਹਨਾਂ ਦਾ ਡਿਪੈਂਡ ਹੈਗਾ ਸੀ। ਸੋ ਜਿਹੜਾ ਆਂਦਾ ਗਿਆ ਉਹਨੇ ਆਪਣੀ ਆਪਣੀ ਕਨਸਟਰਕਸ਼ਨ ਕੀਤੀ, ਜਿੱਦਾਂ ਕਿ ਮੁਗਲਸ ਆਏ ਇਹਨਾਂ ਨੇ ਜਿਹੜੀ ਕਨਸਟਰਕਸ਼ਨ ਸ਼ੁਰੂ ਕੀਤੀ, ਜਿੱਦਾਂ ਹੁਣ ਬਾਰਾਦਰੀ ਦਾ ਕਨਸੈਪਟ ਸੀਗਾ, ਆਰਚਿਸ ਜਿਹੜੀਆਂ ਸੀਗੀਆਂ ਇਹਨਾਂ ਨੇ ਇੰਡੋ ਪਰਸ਼ੀਅਨ ਆਰਕੀਟੈਕਚਰ ਜਿਹੜਾ ਹੈ ਉਹਨੂੰ ਮੁਤਾਰਫ ਕਰਾਇਆ, ਉਹਨੂੰ ਇੰਟਰੋਡਿਊਸ ਕਰਵਾਇਆ। ਅੱਜ ਆਪਾਂ ਜਿੰਨੇ ਵੀ ਗੁਰਦੁਆਰਿਆਂ 'ਚ ਜਿੰਨੇ ਵੀ ਆਰਕਸ ਦੇਖ ਰਹੇ ਹਾਂ ਉਹ ਐ ਲਹਿਰਦਾਰ ਬੜੀਆਂ ਹੋਈਆਂ ਨੇ, ਦੈਟਸ ਨੋਟ ਅ ਪੰਜਾਬੀ ਆਰਕੀਟੈਕਚਰ, ਤੇ ਇਹ ਇੰਡੋ ਪਰਸ਼ੀਅਨ ਯਾਨੀ ਕਿ ਅੱਧਾ ਇੰਡੀਅਨ ਅੱਧਾ ਇਰਾਨੀ, ਇਹਨਾਂ ਦੋਵਾਂ ਨੂੰ ਮਿਕਸ ਕਰੋ ਤੇ ਵਿੱਚ ਤੁਸੀਂ ਅਰੈਬਿਕ ਟੱਚ ਪਾ ਦਿਓ ਤੇ ਜਨਾਬ ਇਹ ਬਣ ਗਿਆ ਕਿ ਇਹ ਇੰਡੋ ਪਰਸ਼ੀਅਨ ਆਰਕੀਟੈਕਚਰ ਬਣ ਗਿਆ। ਤੇ ਉਹਦੇ ਚ ਬਹੁਤ ਹੀ ਵਧੀਆ ਲੱਗਦਾ, ਖੂਬਸੂਰਤੀ ਆਉਂਦੀ ਹੈ ਉਹਨਾਂ ਆਰਚਿਸ ਦੇ ਵਿੱਚ। ਅੱਜ ਵੀ ਜਾ ਕੇ ਖੜੇ ਹੋਵੋ ਤੁਹਾਨੂੰ ਅਪਨਾਈਅਤ ਜੀ ਫੀਲ ਹੁੰਦੀ ਹੈ, ਆਪਣਾਪਨ ਜਿਹਾ ਫੀਲ ਹੁੰਦਾ। ਜਦ ਬਾਬਾ ਜੀ ਇੱਥੇ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ, ਜਦੋਂ ਅਸੀਂ ਸਪੇਨ ਜਾਂ ਪੋਰਤੂਗਲ ਇਹਨਾਂ ਦੋ ਕੰਟਰੀ 'ਚ ਜਾਈਦਾ, ਉਹ ਬਹੁਤ ਸਾਨੂੰ ਸਮਝਾਉਂਦੇ ਆ ਕਿ ਪੁਰਾਣੇ ਜ਼ਮਾਨੇ 'ਚ ਕਿਉਂਕਿ ਉੱਥੇ ਕ੍ਰਿਸਚੈਨਿਟੀ ਔਰ ਇਸਲਾਮ ਦਾ ਬਹੁਤ ਚੱਕਰ ਰਿਹਾ, ਜਦੋਂ ਇਸਲਾਮ ਆ ਜਾਣਾ ਬਿਲਡਿੰਗ ਦਾ ਰਿਲੀਜਨ ਚੇਂਜ ਕਰਕੇ ਇਸਲਾਮੀਅਤ ਦਾ ਟੱਚ ਆ ਜਾਂਦਾ ਸੀ, ਮੁੜ ਕੇ ਫਿਰ ਚਰਚ ਬਣ ਜਾਂਦਾ ਸੀ। ਉਹ ਆਪਸ ਵਿੱਚ ਕਈ ਸੈਂਚਰੀਜ਼ ਹੁੰਦੀਆਂ ਰਹੀਆਂ। ਇਦਾਂ ਹੀ ਕੀ ਪੰਜਾਬ 'ਚ ਵੀ ਆਪਾਂ ਨੂੰ ਇਦਾਂ ਪੁਰਾਣੇ ਕਿਲਿਆਂ 'ਚ ਕੁਝ ਇਹੋ ਜਿਹਾ ਕੁਝ ਮਿਲਦਾ ਵੀ ਬਿਲਡਿੰਗ ਦਾ ਆਰਕੀਟੈਕਚਰ ਜਦੋਂ ਰਾਜੇ ਆਉਂਦੇ ਗਏ ਉਹ ਮਾੜਾ ਮੋਟਾ ਐ ਕਰਕੇ ਬਿਲਡਿੰਗ ਦਾ ਰਿਲੀਜਨ ਵੀ ਚੇਂਜ ਕਰਨ ਦੀ ਕੋਸ਼ਿਸ਼ ਮਿਸਤਰੀਆਂ ਵੱਲੋਂ ਕੀਤੀ ਗਈ? ਦੇਖੋ ਜੀ, ਜਿਸ ਤਰ੍ਹਾਂ ਹੁਣ ਸਭ ਨੂੰ ਪਤਾ ਕਿ ਸਬ ਕੰਟੀਨੈਂਟ ਦੇ ਵਿੱਚ ਮੁਗਲਸ ਨੇ ਸਭ ਤੋਂ ਜ਼ਿਆਦਾ ਫੋਰਟ ਬਣਾਇਆ ਜੀ, ਬਿਲਕੁਲ ਠੀਕ ਹੈ ਜੀ, ਲੇਕਿਨ ਘੱਟ ਲੋਕ ਜਾਣਦੇ ਆ ਕਿ ਨਾਰਥ ਵੈਸਟ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਅੰਦਰ ਤਕਰੀਬਨ 18 ਤੋਂ 19 ਕਿਲੇ ਸੀਗੇ ਕਿਹਦੇ ਹਿੰਦੂਸ਼ਾਹੀ ਦੇ, ਠੀਕ ਹੈ ਜੀ। ਉਧਰੋਂ ਸਾਡੀ ਬਰਥ ਹੋ ਰਹੀ ਹੈ ਲਾਸਟ ਪ੍ਰੋਫਿਟ ਹਜ਼ਰਤ ਮੁਹੰਮਦ ਪੀਸ ਬੀ ਅਪਨ ਹਿਮ ਦੀ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਦਾਇਸ਼ ਹੋ ਰਹੀ ਹੈ ਔਰ ਇੱਧਰ ਜਿਹੜਾ ਅਰੂਜ ਹੈ ਕਿਹਦਾ ਹੈ? ਹਿੰਦੂਸ਼ਾਹੀ ਦਾ, ਠੀਕ ਹੈ। ਹਿੰਦੂਸ਼ਾਹੀ ਦਾ ਹੈ, ਉਹ ਹਿੰਦੂਸ਼ਾਹੀ ਜਿਹੜੀ ਹੈ ਉਹ ਬੜੀ ਸਟਰੋਂਗ ਹੈ ਇੱਥੇ, ਮਤਲਬ 7th 8th ਸੈਂਚਰੀ ਦੀ ਗੱਲ ਹੋ ਰਹੀ ਹੈ। 6 to 7 ਜੀ, 6 to 7 ਇਹਨਾਂ ਦਾ ਪੀਕ ਚੱਲ ਰਿਹਾ ਉਸ ਵੇਲੇ, ਇਹਨਾਂ ਦਾ ਪੀਕ ਚੱਲ ਰਿਹਾ ਔਰ ਜਨਾਬ ਇੱਧਰ ਬਣ ਰਿਹਾ ਹੈ ਵੱਡੇ ਵੱਡੇ ਆਰਕੀਟੈਕਚਰ, ਵੱਡੇ ਵੱਡੇ ਪੱਥਰ ਤਰਾਸ਼ ਕੇ ਔਰ ਉਹਦੇ ਚ ਪੋਰਸ ਸਟੋਨ ਇਸਤੇਮਾਲ ਕੀਤਾ ਜਾ ਰਿਹਾ ਹੈ, ਯਾਨੀ ਕਿ ਫੋਸਲ ਸਟੋਨ ਇਸਤੇਮਾਲ ਕੀਤਾ ਜਾ ਰਿਹਾ। ਉਹਨੂੰ ਪਤਾ ਨਹੀਂ ਕਿਹੜੀ ਚੀਜ਼ ਨਾਲ ਇਹਨਾਂ ਨੇ ਜੋੜਿਆ ਹੈ। ਉਹ ਗਜ਼ਨਵੀ ਨੇ ਵੀ ਢਾਹ ਢੇਰੀ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਕੇ, ਉਹਦੇ ਕੋਲ ਵੀ ਨਹੀਂ ਟੁੱਟੇ। ਬਾਬਾ ਜੀ ਮਾੜਾ ਜਿਹਾ ਇੱਥੇ ਕਲੀਅਰ ਕਰ ਦਿਓ, ਹਿੰਦੂਸ਼ਾਹੀ ਨਾਰਥ 'ਚ ਸੀਗੇ ਕਿ ਜਿਹੜੇ ਸਾਊਥ 'ਚ ਦਰਾਵਿਡੀਅਨ ਨੇ ਹੋਰ ਨੇ? ਨਹੀਂ, ਦਰਵਿਡੀਅਨਸ ਹੋਰ ਨੇ। ਜਿਹੜੀ ਜਿਨ੍ਹਾਂ ਦੀ ਗੱਲ ਕਰ ਰਿਹਾ ਵਾਂ ਮੈਂ, ਹਿੰਦੂਸ਼ਾਹੀ ਗੱਲ ਕਰ ਰਿਹਾ ਵਾਂ, ਇਹਨਾਂ ਦਾ ਪਹਿਲਾ ਜਿਹੜਾ ਮੁਕਾਮ ਹੈ, ਥੋੜਾ ਜਿਹਾ ਸਾਡੇ ਟੌਪਿਕ ਤੋਂ ਤਾਂ ਅਸੀਂ ਆਪਾਂ ਹਟ ਗਏ, ਲੇਕਿਨ ਆਰਕੀਟੈਕਚਰ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਵਾਸਤੇ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਗਾਂ ਵਾਲਾ ਪਿੰਡ ਦਾਦਨ ਖਾਨ ਵੀ ਪੈਂਦਾ ਵਾ, ਡਿਸਟ੍ਰਿਕਟ ਜੇਹਲਮ ਪੈਂਦਾ ਵਾ। ਪਹਿਲਾ ਫੋਰਟ ਆਉਂਦਾ ਵਾ ਜਿਹਨੂੰ ਕਿ ਨੰਦਨਾ ਕਿਹਾ ਜਾਂਦਾ ਵਾ, ਜਿੱਥੋਂ ਅਲ ਬੈਰੂਨੀ ਨੇ ਬੈਠ ਕੇ ਪੂਰੀ ਜ਼ਮੀਨ ਦਾ
ਰੇਡੀਅਸ ਸਰਕਮਫਰੈਂਸ ਕੱਢਿਆ। ਕੱਢਿਆ, ਹਾਂਜੀ ਕੱਢਿਆ। ਉਹ ਉਸ ਜਗ੍ਹਾ ਦੇ ਉੱਤੇ ਬੈਠ ਕੇ ਕੱਢਿਆ। ਉਹ ਨੰਦਨਾ ਦੇਵੀ ਦਾ ਕਿਲਾ ਸੀਗਾ, ਠੀਕ ਹੈ ਜੀ, ਹਿੰਦੂ ਸ਼ਾਹੀ ਦਾ ਪਹਿਲਾ ਕਿਲਾ ਜਿਹੜਾ ਵਾ ਪੰਜਾਬ ਦੇ ਵਿੱਚ ਉੱਥੋਂ ਸ਼ੁਰੂ ਹੋ ਜਾਂਦਾ ਵਾ। ਦੂਸਰਾ ਆ ਜਾਂਦਾ ਮਿਲੋਟ, ਠੀਕ ਹੈ, ਸੌਰੀ, ਦੂਸਰਾ ਆ ਜਾਂਦਾ ਹੈ ਅੰਬ ਸ਼ਰੀਫ ਦੇ ਟੈਂਪਲਸ ਜਿਹੜੇ ਨੇ। ਅੰਬ ਸ਼ਰੀਫ ਕਿੱਥੇ ਹੈ ਜੀ? ਵਾਦੀਏ ਸੂਨਸ ਕੇਸਰ ਦੇ ਵਿੱਚ, ਸਾਲਟ ਰੇਂਜ ਹੀ ਚੱਲ ਰਿਹਾ ਸਾਰਾ। ਅੱਛਾ, ਹੈਰਤ ਵਾਲੀ ਗੱਲ ਹੈ ਕਿ ਹਿੰਦੂ ਸ਼ਾਹੀ ਨੇ ਜਿੰਨੇ ਵੀ ਟੈਂਪਲ ਬਣਾਏ ਆ ਸਾਰੇ ਸਾਲਟ ਰੇਂਜ ਦੇ ਉੱਤੇ ਬਣਾਏ, ਪਹਾੜਾਂ ਦੇ ਉੱਤੇ ਬਣਾਏ ਆ। ਹਿੰਦੂ ਸ਼ਾਹੀ ਦਾ ਪਤਨ ਕਦੋਂ ਜਾ ਕੇ ਹੋਇਆ ਬਾਬਾ ਜੀ? ਐਂਡ ਇਹਨਾਂ ਦਾ ਜਿਹੜਾ ਵਾ ਉਹ ਗਜ਼ਨਵੀ ਨੇ ਹੀ ਆ ਕੇ ਜਿਹੜਾ ਵਾ ਇਹਨਾਂ ਦੇ ਲਾਸਟ 11th ਸੈਂਚਰੀ, 11th ਸੈਂਚਰੀ 11th ਸੈਂਚਰੀ ਦੇ ਵਿੱਚ ਰਾਜਾ ਤਿਲ ਔਰ ਬਿਲ, ਦੋ ਰਾਜੇ ਸਨ। ਇਹ ਨਾਮ ਸੀ ਤਿਲ ਤੇ ਬਿਲ? ਹਾਂਜੀ ਜੀ, ਰਾਜਾ ਤਿਲ ਔਰ ਰਾਜਾ ਬਿਲ, ਦੋ ਭਰਾ ਸੀਗੇ। ਇਹਨਾਂ ਦੀਆਂ ਦੋ ਸਟੇਟਾਂ ਸੀਗੀਆਂ। ਇਹਨਾਂ ਦੇ ਕਿਲੇ ਹੈ ਜਿਨ੍ਹਾਂ ਦੇ ਉੱਤੇ ਸ਼ਾਇਦ ਤੁਸੀਂ ਦੇਖਿਆ ਵੀ ਹੋਏ, ਮੇਰੀਆਂ ਬਹੁਤ ਤਸਵੀਰਾਂ ਜਿਹੜੀਆਂ ਨੇ ਇੰਡੀਆ 'ਚ ਪਪੂਲਰ ਹੋਈਆਂ ਸੀ। ਮੈਂ ਟੈਂਪਲ ਦੀ ਛੱਤ ਦੇ ਉੱਤੇ ਬੈਠਾ ਹੋਇਆ ਵਾਂ, ਜ਼ਮੀਨ ਤੋਂ ਕਿਸੇ ਨੇ ਕੈਮਰਾ ਲੈ ਕੇ ਮਾਰਿਆ ਔਰ ਮੈਂ ਇੱਕ ਛੱਤ ਤੋਂ ਦੂਜੀ 4 ਟੈਂਪਲ ਦਿਖਾ ਰਿਹਾ, 5 ਟੈਂਪਲ ਦਿਖਾ ਰਿਹਾ। ਬਾਬਾ ਜੀ ਕਿਹੜੇ ਸ਼ਹਿਰ 'ਚ ਨੇ ਇਹ, ਕਿਹੜੇ ਸਿਟੀ 'ਚ ਨੇ ਇਹ? ਜੀ ਹੁਣ ਕਦੀ ਤੇ ਡੇਰਾ ਜਾਤ ਹੁੰਦੇ ਸੀ ਪੰਜਾਬ ਦੇ, ਠੀਕ ਹੈ ਜੀ, ਹੁਣ ਇਹ KPK ਪ੍ਰੋਵਿੰਸ ਦੇ ਵਿੱਚ ਚਲੇ ਗਏ ਨੇ। ਡੇਰਾ ਇਸਮਾਈਲ ਖਾਨ ਦੇ ਵਿੱਚ ਜਿਸ ਤਰ੍ਹਾਂ ਚਸ਼ਮਾ ਬਿਰਾਜ ਕ੍ਰਾਸ ਕਰਦੇ ਹੋ ਤੁਸੀਂ, ਜਿੱਥੇ ਇੰਡਸ ਦਾ ਪਾਣੀ ਇਕੱਠਾ ਕਰਕੇ ਇੱਕ ਬਿਰਾਜ ਬਣਾਇਆ ਗਿਆ ਵਾ, ਜਿੱਥੋਂ ਕਿ ਸਪਿਲਵੇਸ ਖੋਲੇ ਗਏ ਆ, ਨਿੱਕੀਆਂ ਨਹਿਰਾਂ ਕੱਢੀਆਂ ਗਈਆਂ ਵਾ ਉਸ ਜਗ੍ਹਾ ਦੇ ਉੱਤੇ। ਤੇ ਉੱਥੋਂ ਅਗਰ ਤੁਸੀਂ ਦੇਖਦੇ ਹੋ ਤੇ ਉੱਥੇ ਲਾਸਟ ਇਹਨਾਂ ਦਾ ਜਿਹੜਾ ਕਹਿ ਲਵੋ ਕਿ ਦੌਰ ਸੀਗਾ, ਗਲੋਰੀਅਸ ਪੀਰੀਅਡ ਸੀਗਾ, ਜਿੱਥੇ ਕਿ ਸੂਰਜ ਕੁੰਡ ਵੀ ਸੀਗਾ, ਰਾਮ ਕੁੰਡ ਵੀ ਸੀਗਾ। ਫਿਰ ਉਸ ਤੋਂ ਬਾਅਦ ਉੱਥੇ ਜਿਹੜੇ ਇੱਕ ਹੀ ਜਗ੍ਹਾ ਦੇ ਉੱਤੇ ਤੁਹਾਨੂੰ 9 ਟੈਂਪਲ ਮਿਲਦੇ ਆ ਹਿੰਦੂ ਸ਼ਾਹੀ ਦੇ, 9, ਮੂੰਹ ਨਾ ਕਹਿਣਾ ਹੁੰਦਾ, 9 ਟੈਂਪਲ ਉਸ ਦੌਰ ਦੇ ਵਿੱਚ, ਜਦੋਂ ਕਿ ਪੱਥਰ ਨੂੰ ਇਨਸਾਨ ਨੇ ਹਲੇ ਤਰਾਸ਼ ਨਹੀਂ ਸਿੱਖਿਆ ਸੀਗਾ। ਤੇ ਮਟੀਰੀਅਲ ਕਿਹੜਾ ਮੈਂ ਜਿਹੜਾ ਕਹਿ ਰਿਹਾ ਵਾਂ ਕਿ ਬੜੀ ਕੋਸ਼ਿਸ਼ ਕੀਤੀ ਗਈ ਹੈ ਹਮਲਾਵਰਾਂ ਵੱਲੋਂ ਕਿ ਜਦੋਂ ਆਪਾਂ ਹਿਸਟਰੀ ਤੇ ਗੱਲ ਕਰਦੇ ਹਾਂ ਉਸ ਵੇਲੇ ਹਿਸਟਰੀ ਦਾ ਕੋਈ ਰਿਲੀਜਨ ਨਹੀਂ ਹੁੰਦਾ। ਤੇ ਸੋ ਕੋਈ ਦੋਸਤ ਜਿਹੜੇ ਮੇਰੇ ਭਰਾ ਰਹੇ ਆ ਉਹ ਇਹ ਨਾ ਲੈ ਕੇ ਜਾਣ ਕਿ ਵੀ ਮੈਂ ਕਿਸੇ ਦੀ ਫੇਵਰ ਕਰ ਰਿਹਾ ਵਾਂ, ਔਰ ਕਿਸੇ ਨੂੰ ਇਹ ਮੈਂ ਟਾਈਮ ਪੀਰੀਅਡ ਦੇ ਹਿਸਾਬ ਨਾਲ ਦੱਸ ਰਿਹਾ ਵਾਂ, ਕਿਉਂਕਿ ਹਿਸਟੋਰੀਅਨ ਇਜ਼ ਆਲਵੇਜ਼ ਅਨਬਾਇਸਡ, ਉਹਨੂੰ ਅਨਬਾਇਸਡ ਹੋਣਾ ਚਾਹੀਦਾ। ਤੇ ਉਹ ਪੀਰੀਅਡ ਜਿਹੜਾ ਵੀ ਆਇਆ ਵਾ ਅਫਗਾਨਿਸਤਾਨ ਤੋਂ ਬਾਰਡਰ ਕ੍ਰਾਸ ਕਰਕੇ, ਚਾਹੇ ਉਹ ਅਫਗਾਨਿਸਤਾਨ ਤੋਂ ਆਇਆ, ਚਾਹੇ ਉਹ ਸੈਂਟਰਲ ਏਸ਼ੀਆ ਤੋਂ ਆਇਆ ਵਾ, ਜਦੋਂ ਉਹਨੇ ਅਫਗਾਨਿਸਤਾਨ ਦੀ ਬਾਉਂਡਰੀ ਕ੍ਰਾਸ ਕਰਕੇ ਨਾਰਥ ਵੈਸਟ ਪੰਜਾਬ ਦੇ ਵਿੱਚ ਇੰਟਰ ਹੋਇਆ ਤਾਂ ਹੀ ਇਜ਼ ਅ ਇਨਵੇਡਰ। ਚਾਹੇ ਉਹ ਸਿਕੰਦਰ ਸੀ, ਚਾਹੇ ਉਹ ਕਹਿ ਲਓ ਤੁਸੀਂ ਕਿ ਸ਼ਹਾਬੁਦੀਨ ਗੋਰੀ ਸੀ ਜਾਂ ਮਹਿਮੂਦ ਗਜ਼ਨਵੀ, ਜੋ ਵੀ ਮਤਲਬ ਜੋ ਵੀ ਸੀ, ਵਟਐਵਰ ਸੀ, ਉਹ ਜਿਹੜਾ ਵੀ ਆਇਆ ਵਾ ਉਹਨੇ ਆ ਕੇ ਇਨਵੇਡ ਕੀਤਾ ਵਾ ਜੀ, ਉਹਨੇ ਵਾਰ ਆਫ ਸਕਸੈਸ਼ਨ ਕੀਤੀ ਹੈ, ਲੜ ਕੇ ਜਿੱਤ ਕੇ ਤੇ ਉਹਨੇ ਕਬਜ਼ਾ ਕੀਤਾ। ਤੇ ਉਹਦੇ ਵਿੱਚ ਇਹਨਾਂ ਨੇ ਇਹਨੂੰ, ਇਸ ਡਾਇਨੈਸਟੀ ਨੂੰ, ਜਿਹੜੀ ਜੰਜਵਾ ਡਾਇਨੈਸਟੀ ਜਿਹਨੂੰ ਕਿਹਾ ਜਾਂਦਾ, ਜੰਜਵਾ ਐਕਚੁਅਲੀ ਕੌਣ ਸੀਗੇ? ਇਹ ਜੰਜਵਾ ਰਾਜਪੂਤ ਸੀਗੇ। ਇਹ ਜਿਹੜੇ ਹੁਣ ਵੀ ਜੰਜੂਆ ਹੈਗੇ ਨੇ ਉਹੀ ਨੇ, ਆਪਣੇ ਮਸੂਦ ਅਖਤਰ ਜੰਜਵਾ ਸਾਹਿਬ ਵੀ ਸਾਡੇ ਨਾਲ ਹੈਗੇ। ਹਾਂਜੀ, ਤਾਂ ਮੈਂ ਕਹਿਣ ਲੱਗਾ ਸੀ ਵੀ ਜੰਜੂਆ ਜੀ, ਬਿਲਕੁਲ ਉਹੀ ਜੰਜਵਾ ਰਾਜਪੂਤ ਜਿਹੜੇ ਨੇ। ਇੰਡੀਆ 'ਚ ਬਹੁਤ ਨੇ ਜੀ, ਫਗਵਾੜੇ ਮੇਰੇ ਬਹੁਤ ਦੋਸਤ ਜੰਜੂਆ ਨੇ। ਹਾਂਜੀ ਹਾਂਜੀ ਜੀ, ਇਹ ਜੰਜਵਾਸ ਜਿਹੜੀ ਹੈ ਨਾ, ਇਹ ਕਲੇਮ ਜਿਹੜਾ ਵਾ ਇਹਨਾਂ ਨੇ, ਫਿਰ ਆਪਾਂ ਪਹੁੰਚੇ ਸੀਗੇ ਅੰਬ ਸਟੇਟ ਤੱਕ। ਅੰਬ ਸਟੇਟ ਦੇ ਜਿਹੜੇ ਟੈਂਪਲ ਨੇ ਉਹ ਵੀ ਪੋਰਸ ਸਟੋਨ ਦੇ ਨਾਲ ਬਣੇ ਹੋਏ, ਉਹਨਾਂ ਦਾ ਸੇਮ ਆਰਕੀਟੈਕਚਰ ਜਿਹੜਾ ਨੰਦਨਾ ਵਾਲਾ ਹੈ। ਉਸ ਤੋਂ ਥੋੜਾ ਜਿਹਾ ਅੱਗੇ ਆਨੇ ਆ, ਕਟਾਸ ਰਾਜ ਤੋਂ ਤੁਸੀਂ ਸਾਊਥ ਵਾਲੇ ਪਾਸੇ ਉੱਤੇ ਪਹਾੜ ਦੀ ਚੋਟੀ ਤੇ ਚੜ੍ਹਦੇ ਹੋ, ਉੱਥੇ 2 ਟੈਂਪਲ ਨੇ ਜੀ, ਠੀਕ ਹੈ ਜੀ। ਉਹਨੂੰ ਮਿਲੋਟ ਕਿਹਾ, ਉਹਨੂੰ ਹਾਂ ਮਿਲੋਟ, M ਦੇ ਨਾਲ ਮਿਲੋਟ ਕਿਹਾ ਜਾਂਦਾ। ਉੱਥੇ 2 ਟੈਂਪਲ ਨੇ। ਅਗਰ ਬਾਬਾ ਜੀ 1 ਸਕਿੰਟ ਪਹਿਲਾਂ ਆਪਾਂ ਸਾਰੇ ਦੋਸਤ ਜਿਹੜੇ ਤੁਹਾਡਾ ਬਹੁਤ ਧੰਨਵਾਦ ਕਰ ਰਹੇ ਆ, ਉਹਨਾਂ ਨੂੰ ਥੈਂਕ ਯੂ ਕਰੀਏ। ਸੁਖਵਿੰਦਰ ਸਿੰਘ ਸਰਪੰਚ ਉਬੋਕੇ ਜੀ, ਜਗਜੀਤ ਸਿੰਘ ਪਨੇਸਰ ਜੀ, ਸੰਦੀਪ ਸੰਧੂ, ਦਲਜੀਤ ਸਿੰਘ ਕਾਲੋਂ, ਬਿੰਦਰਾ ਰਾਜਦੀਪ, ਜਿੰਨੇ ਵੀਰ ਸ਼ਾਇਦ ਸ਼ਬੀਰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਆ। ਔਰ ਜਿਹੜੀ ਜਾਣਕਾਰੀ ਅੱਜ ਤੁਸੀਂ ਬਾਬਾ ਜੀ ਦੇ ਰਹੇ ਹੋ ਪੰਜਾਬੀ 'ਚ ਵੀ, ਦਾ ਕਿ ਮਤਲਬ ਇਹ ਅਲੱਗ ਤਰ੍ਹਾਂ ਦੀ ਇਨਫੋਰਮੇਸ਼ਨ ਹੈਗੀ ਆ। ਸੋ ਰੀਅਲੀ ਅਪਰੀਸ਼ੀਏਟ। ਇਹ ਰੀਜ਼ਨ ਸੀ ਤੁਹਾਨੂੰ ਲਿਆਉਣ ਦਾ ਕਿ ਤੁਸੀਂ ਅਲੱਗ ਤਰ੍ਹਾਂ ਦੀ ਚੀਜ਼ ਜਿਹੜੀ ਹੈ, ਮੈਨੂੰ ਪਤਾ ਸੀ ਸਾਡੇ ਦੋਸਤਾਂ ਨੂੰ ਦੱਸੋਗੇ। ਸਾਡੇ ਦੋਸਤ ਰਮਨ ਦੱਤ ਜੀ ਨਾਲ ਜੁੜ ਚੁੱਕੇ ਆ। ਸੋ ਥੈਂਕ ਯੂ ਸੋ ਮਚ ਬਾਬਾ ਜੀ। ਸਾਰੇ ਜਿੰਨੇ ਦੋਸਤ ਤੁਹਾਡਾ ਧੰਨਵਾਦ ਕਰ ਰਹੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲੈਟਸ ਕੰਟੀਨਿਊ ਵਿਦ ਦ ਸਟੋਨ ਡਿਊਰਿੰਗ ਦ ਹਿੰਦੂ ਸ਼ਾਹੀ ਪੀਰੀਅਡ। ਹੁਣ ਹੋ ਗਏ ਆਪਣੇ ਇਹ ਮੁਗਲਸ ਆ ਗਏ, ਉਹਨਾਂ ਨੇ ਇਸ ਸਟਰਕਚਰ ਦੇ ਵਿੱਚ ਕੀ ਚੇਂਜਸ ਲਿਆਂਦੀਆਂ? ਭਾਜੀ ਹਲੇ ਥੋੜਾ ਜਿਹਾ ਅਸੀਂ ਅੱਗੇ ਚੱਲਦੇ ਹਾਂ, ਕਿਉਂਕਿ ਹਲੇ ਥੋੜਾ ਜਿਹਾ ਜਗ੍ਹਾ ਬਾਕੀ ਹੈ, ਤਾਂ ਕਿ ਸਾਰਿਆਂ ਨੂੰ ਕਲੀਅਰ ਹੋ ਜਾਏ ਕਿ ਸਾਲਟ ਰੇਂਜ ਕਿੱਥੇ ਤੱਕ ਜਾਂਦੀ ਹੈ ਜੀ। ਮਿਲੋਟ ਤੋਂ ਅੱਗੇ ਅੱਗੇ ਆ ਜਾਂਦੀ ਹੈ ਲੇਕ, ਆ ਜਾਂਦੀ ਹੈ ਜਿਹਨੂੰ ਕਿ ਕੱਲਰ ਕਹਾਰ ਕਿਹਾ ਜਾਂਦਾ। ਕਿਸੇ ਨੂੰ ਇਹ ਨਹੀਂ ਪਤਾ ਕਿ ਉੱਥੇ ਦਾ ਇੱਕ ਰਾਜਾ ਸੀਗਾ ਕੱਲਰ, ਉਹ ਵੀ ਹਿੰਦੂ ਰਾਜਾ ਸੀ। ਅੱਛਾ ਜੀ। ਉਹਦੇ ਨਾਮ ਦੇ ਉੱਤੇ ਮਤਲਬ ਕਿ ਇਹ ਸਾਰੀ ਜਿਹੜੀ ਬਸਤੀ ਹੈ ਜਾਂ ਆਬਾਦੀ ਹੈ ਜਾਂ ਵੈਲੀ ਹੈ, ਉਹਦਾ ਨਾਮ ਜਿਹੜਾ ਕੱਲਰ ਕਹਾਰ ਹੈ। ਜਿੱਥੇ ਸਾਡੇ ਪੰਜਾਬ ਦੇ 'ਚ ਇਹ ਮਸ਼ਹੂਰ ਹੈ ਕਿ ਉੱਥੇ ਪਰੀਆਂ ਉਤਰਦੀਆਂ, ਯਾਨੀ ਕਿ ਇੰਨੀ ਖੂਬਸੂਰਤ ਹੈ, ਠੰਡੀ ਹਵਾ ਹੈ, ਕਿਤੇ ਵੀ ਗਰਮੀ ਹੋਵੇ ਉੱਥੇ ਠੰਡ ਹੁੰਦੀ ਹੈ, ਉੱਥੇ ਚਸ਼ਮੇ ਨੇ, ਉੱਥੇ ਮਿੱਠਾ ਪਾਣੀ ਹੈ। ਤੇ ਉੱਥੇ ਹੀ ਤਖਤੇ ਬਾਬਰੀ ਵੀ ਲੱਗਾ, ਬਾਬਰ ਨੇ ਆ ਕੇ ਪਹਿਲਾ ਬਣਾਓ ਉਸ ਜਗ੍ਹਾ ਦੇ ਉੱਤੇ ਕੀਤਾ ਸੀ। ਫਿਰ ਉਸ ਤੋਂ ਬਾਅਦ
ਕਾਫੀ ਹਿੰਦੂ ਜਿਹੜੇ ਮਹੰਤ ਨੇ ਜਾਂ ਸਾਧ ਨੇ ਜਾਂ ਜੋਗੀ ਨੇ ਉਹਦੇ ਕੰਢੇ ਤੇ ਡੇਰਾ ਲਾਇਆ। ਫਿਰ ਬਾਬਾ ਫਰੀਦ ਜੀ ਨੇ ਵੀ ਉਸ ਜਗ੍ਹਾ ਦੇ ਉੱਤੇ ਆ ਕੇ ਡੇਰਾ ਲਾਇਆ। ਯਾਨੀ ਕਿ ਵੱਡੇ ਵੱਡੇ ਸੈਂਟਸ ਜਿੰਨੇ ਵੀ ਆ ਸੂਫੀ ਨੇ, ਮੇ ਵੀ ਬਾਬਾ ਜੀ ਗੁਰੂ ਨਾਨਕ ਸਾਹਿਬ ਜਦੋਂ ਟਰੈਵਲ ਕਰ ਰਹੇ ਸੀ, ਸ਼ਾਇਦ ਅਸੀਂ ਉਸ ਪੇੜਾਂ ਤੱਕ ਹਾਲੇ ਤੱਕ ਨਹੀਂ ਪਹੁੰਚੇ ਜਾਂ ਉਹਨਾਂ ਪਿੰਡਾਂ ਤੱਕ ਨਹੀਂ ਪਹੁੰਚੇ ਜਿੱਥੇ ਉਹਨਾਂ ਦੇ ਪੈਰ ਲੱਗੇ ਹੋਣ। ਔਰ ਉੱਥੇ ਵੀ ਕੋਈ ਨਾ ਕੋਈ, ਜਿਸ ਤਰ੍ਹਾਂ ਕਿ ਬਾਬਾ ਗੁਰੂ ਨਾਨਕ ਸਾਹਿਬ ਦੇ ਕੋਈ ਤਕਰੀਬਨ 11 ਥੜੇ ਨੇ ਜਿਨ੍ਹਾਂ ਨੂੰ ਥੜਾ ਬਾਬਾ ਗੁਰੂ ਨਾਨਕ ਸਾਹਿਬ ਕਿਹਾ ਜਾਂਦਾ ਹੈ। ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿੱਚ ਨੇ। ਆਪਾਂ ਕਿਸੇ ਦਿਨ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ। ਥੜਾ ਮੀਨ ਤੇ ਉਹਨਾਂ ਦੀ ਬੈਠਣ ਦੀ ਜਗ੍ਹਾ, ਪੰਜਾਬੀ ਚ ਆਪਾਂ ਕਹੀਏ ਤੇ ਮੰਜੀ ਜਾਂ ਪੀੜੀ ਸਾਹਿਬ ਜਾਂ ਮੰਜੀ ਸਾਹਿਬ, ਉਹ ਸੇਮ ਵਰਡਿੰਗ ਜਿਹੜੀ ਆ ਥੋੜੀ ਜਿਹੀ ਨਾਰਥ ਵੱਲ ਜਾਂਦੇ ਤਾਂ ਤੁਸੀਂ ਉਹ ਥਲਾ ਨਾ ਥਲਾ ਲਾਮ। ਅੱਛਾ, ਉਹ ਹਾਂ ਉੱਥੇ ਨਾਰਥ ਵੈਸਟ ਵਾਲੇ ਗੁਰਦੁਆਰਾ ਹੈਗਾ ਥਲਾ ਸਾਹਿਬ। ਉਹ ਥਲਾ ਸਾਹਿਬ ਜਿਹੜੇ ਹੈ, ਮੇਰੇ ਕੋਲ 3-4 ਥਲਿਆਂ ਦਾ ਵੀ ਰਿਕਾਰਡ ਹੈਗਾ ਵਾ, ਜਿਨ੍ਹਾਂ ਤੇ ਸਭ ਤੋਂ ਪਹਿਲੇ ਜਾ ਕੇ ਥੜਿਆਂ ਤੇ ਮੈਂ ਕੰਮ ਕਰਕੇ ਆਇਆ। ਫਿਰ ਨੈਸ਼ਨਲ ਕਾਲਜ ਆਫ ਆਰਟਸ ਦੇ ਆਰਕੀਟੈਕਚਰ ਸਟੂਡੈਂਟਸ ਜਿਹੜੇ ਨੇ ਉਹ ਉੱਥੇ ਗਏ ਸੀਗੇ ਉਹਦੀ ਫਰਦਰ ਰਿਸਰਚ ਵਾਸਤੇ। ਤੇ ਫਿਰ ਆਪਾਂ ਭਾਜੀ ਉਸ ਤੋਂ ਬਾਅਦ ਕੱਲਰ ਤੋਂ ਬਾਅਦ ਆਪਾਂ ਚੱਲਦੇ ਹਾਂ, ਕੱਲਰ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਕਿ ਜਿਹੜਾ ਇੱਕ ਹੋਰ ਏਰੀਆ ਆ ਜਾਂਦਾ ਹੈ ਜਿੱਥੇ ਸਾਨੂੰ ਇਹ ਸਾਰਾ ਕੁਝ ਮਿਲਦਾ ਦੇਖਣ ਨੂੰ, ਉਹ ਏਰੀਆ ਹੈ ਬਿਲੋਟ ਫੋਰਟ ਦਾ। ਹਾਂਜੀ, ਬਿਲੋਟ ਫੋਰਟ ਸਭ ਤੋਂ ਵੱਡਾ ਕੰਪਲੈਕਸ ਹੈ ਜਿਹਦੀ ਆਪਾਂ ਗੱਲ ਕਰ ਰਹੇ ਸੀ ਕਿ ਉੱਥੇ ਕਾਫਰ ਕੋਟ, ਜਿਹਨੂੰ ਕਾਫਰ ਕੋਟ ਵੀ ਕਿਹਾ ਜਾਂਦਾ। ਨਹੀਂ, ਕਾਫਰ ਕੋਟ ਉਹ ਨਹੀਂ ਹੈ। ਇੱਥੇ ਹੀ ਅੱਜ ਮੈਂ ਤੁਹਾਨੂੰ ਇਹ ਵੀ ਮੈਂ ਕਲੀਅਰ ਕਰਨਾ ਵਾ ਕਿ ਕਾਫਰ ਕੋਟ ਇਜ਼ ਐਨ ਅਦਰ ਪਲੇਸ। ਉਹ ਦੂਰ ਹੈ ਉਹ ਤੋਂ? ਹਾਂਜੀ ਜੀ, ਉਹਦੇ ਤੋਂ ਤਕਰੀਬਨ 7.5 ਤੋਂ ਨਹੀਂ ਬਲਕਿ ਹਾਂ ਤਕਰੀਬਨ 9 ਤੋਂ 11 ਕਿਲੋਮੀਟਰ ਦਾ ਫਾਸਲਾ ਹੈ। ਅੱਛਾ, ਠੀਕ ਹੈ ਜੀ, ਠੀਕ ਹੈ ਜੀ। ਬਿਲੋਟ ਫੋਰਟ ਦੇ ਜਿਹੜੇ ਨੇ ਉਹ ਦੀਵਾਰਾਂ ਜਿਹੜੀਆਂ ਨੇ 6 ਫੁੱਟ ਮੋਟੀਆਂ ਨੇ। ਇਹ ਬਾਬਾ ਜੀ ਸਾਰਾ ਕੁਝ ਹਾਲੇ 8ਵੀਂ 9ਵੀਂ ਸੈਂਚਰੀ ਦਾ ਚੱਲ ਰਿਹਾ ਕਿ ਆਪਾਂ ਨਵੇਂ ਪੀਰੀਅਡ ਥੋੜੇ ਜਿਹਾ ਆ ਗਏ ਆ? ਇਹਨਾਂ ਦੀ ਕੰਸਟਰਕਸ਼ਨ ਆਪਾਂ ਇਹ ਹਲੇ ਉੱਥੇ ਹੀ ਚੱਲ ਰਿਹਾ ਹੈ। ਇਹ ਉਹ ਪੀਰੀਅਡ ਹੈ ਕਿ ਜਿਹਦੇ ਦਾ ਮਤਲਬ ਉਸ ਜ਼ਮਾਨੇ 'ਚ ਵੀ ਆਪਾਂ ਲੋਕੀ ਆਹ ਜਿਹੜੇ ਗ੍ਰੀਕ ਹੋਏ, ਰੋਮਨਸ ਹੋਏ, ਆਪਾਂ ਉਹਨਾਂ ਨੂੰ ਬੜੀ ਤਾਰੀਫ ਕਰਦੇ ਆ। ਇਹਦਾ ਮਤਲਬ ਆਪਣੇ ਖਿੱਤੇ 'ਚ ਵੀ ਲੋਕਾਂ ਨੇ ਪੁਰਾਣੇ ਉਸ ਸਮੇਂ 'ਚ ਕੰਮ ਕੀਤੇ ਹੋਏ ਸੀ। ਤੁਸੀਂ ਇਸ ਵਾਰੀ ਆਓ ਨਾ, ਤੁਹਾਨੂੰ ਮੈਂ ਲੈ ਜਾਣਾ ਸਾਰਿਆਂ ਦੇ ਉੱਤੇ। ਥੋੜਾ ਜਿਹਾ ਡਿਫਿਕਲਟ ਜ਼ਰੂਰ ਹੈ, ਚੜਾਈਆਂ ਬਹੁਤ ਨੇ, ਅੱਜ ਵੀ ਔਕੜਾਂ ਬਹੁਤ ਨੇ ਉਸ ਜਗ੍ਹਾ ਦੇ ਉੱਤੇ ਜਾਣ ਵਾਸਤੇ। ਠੀਕ ਹੈ, ਆਪ ਤੁਸੀਂ ਪੂਰੇ ਦਿਨ ਵਿੱਚ ਸਵੇਰੇ ਚੜੋ ਤੇ ਸ਼ਾਮ ਨੂੰ ਸਿਰਫ ਤੁਸੀਂ ਟੈਂਪਲਸ ਜਿਹੜੇ ਨੇ 7 ਟੈਂਪਲ ਹੈ ਜਿਹੜੇ ਬਾਕੀ ਨੇ, 9 ਸਨ ਤੇ ਉਹਨਾਂ ਚੋਂ 7 ਰਹਿ ਗਏ। 7 ਦੇ ਵਿੱਚੋਂ ਵੀ 9 ਦੇ ਅੱਧੇ ਦੇ ਟੁੱਟੇ ਕਿਉਂਕਿ ਕਦੀ ਪਾਣੀ ਆ ਗਿਆ, ਕਦੀ ਸਲਾਬ ਆ ਗਿਆ, ਬਿਜਲੀ ਕੜਕ ਪਈ, ਕਦੀ ਜ਼ਲਜ਼ਲਾ ਆ ਗਿਆ। ਉਹ ਬਾਕੀ 7 ਦੇ 7 ਜਿਹੜੇ ਹੈ ਉਹ ਆਪਣੀ ਸ਼ੇਪ ਦੇ ਵਿੱਚ ਖਲੋਤੇ, ਜਦੋਂ ਆਇਡੈਂਟੀਫਾਈ ਹੁੰਦਾ ਵਾ ਕਿ ਵੀ ਆਹ ਟੈਂਪਲ ਆ ਜੀ। ਕੁਝ ਲੋਕਾਂ ਨੇ ਮੇਰੇ ਨਾਲ ਬਹਿਸ ਕੀਤੀ ਸੀਗੀ ਕਿ ਇਹ ਜਿਹੜੇ ਹੈ ਸ਼ਿਵ ਮੰਦਿਰ ਹੈ। ਮੈਂ ਕਿਹਾ ਜੀ ਸ਼ਿਵ ਮੰਦਿਰ ਨਹੀਂ ਹੈ, ਉਹ ਸਾਰੇ ਸਨ ਡਾਇਲ ਡਾਇਰੈਕਸ਼ਨ ਤੇ ਬਣੇ ਹੋਏ ਆ। ਉਹ ਸੂਰਜ ਦੀ ਤੁਹਾਨੂੰ ਇਹ ਇਨਫੋਰਮੇਸ਼ਨ ਸ਼ਿਵ ਮੰਦਿਰ, ਸਾਨੂੰ ਅਸੀਂ ਇੰਡੀਆ 'ਚ ਰਹਿੰਦੇ, ਸਾਨੂੰ ਨਹੀਂ ਪਤਾ। ਤੁਹਾਨੂੰ ਇਹ ਤੁਸੀਂ ਇੱਕ ਵਾਰੀ ਅੱਗੇ ਵੀ ਗੱਲ ਕੀਤੀ ਸੀ, ਤ੍ਰਿਮੂਰਤੀ ਦੀ ਵੀ ਤੁਸੀਂ ਗੱਲ ਕੀਤੀ ਸੀ। ਕਮਾਲ ਦੀ ਚੀਜ਼ ਹੈ, ਕਮਾਲ ਦੀ ਗੱਲ ਹੈ। I love it. I love your sense of multiple different religions. I like it. Thank you. ਦੇਖੋ ਭਾਜੀ, ਜਦੋਂ ਤੁਸੀਂ ਹਿਸਟਰੀ, ਮੈਂ ਕਿਹਾ ਕਿ ਜਿਹੜਾ ਇੱਕ ਹਿਸਟੋਰੀਅਨ ਹੁੰਦਾ ਨਾ ਭਾਜੀ, ਉਹ ਅਨਬਾਇਸਡ ਹੁੰਦਾ ਹੈ ਔਰ ਉਹ ਸੂਫੀ ਟਾਈਪ ਆਦਮੀ ਹੁੰਦਾ ਜੀ। ਜਿਹੜਾ ਸੂਫੀ ਹੁੰਦਾ ਹੈ ਉਹ ਇੱਕ ਰੱਬ ਤੋਂ ਬਾਅਦ ਲਾਦੀਨ ਹੁੰਦਾ ਜੀ। ਸੂਫੀ ਤੋਂ ਬਾਅਦ ਉਹ ਲਾਦੀਨ ਹੁੰਦਾ, ਮੀਨਡ ਕਿ ਉਹ ਇੱਕ ਰੱਬ ਤੋਂ ਬਾਅਦ ਉਹਦੇ ਲਈ ਪੂਰੀ ਇਨਸਾਨੀਅਤ, ਪੂਰਾ ਸਭ ਕੁਝ ਬਰਾਬਰ ਹੁੰਦਾ। ਜਦੋਂ ਤੱਕ ਤੁਸੀਂ ਇਸ ਤਰ੍ਹਾਂ ਰਿਸਰਚ ਨਹੀਂ ਕਰੋਗੇ, ਤੁਸੀਂ ਆਪਣੇ ਉਸ ਪੁਆਇੰਟ ਤੇ ਨਹੀਂ ਪਹੁੰਚ ਸਕਦੇ। ਤੁਸੀਂ ਉਸ ਜਗ੍ਹਾ ਤੇ ਖਲੋ ਕੇ ਉਹਨੂੰ ਵੇਖੋ ਜੀ, ਫਿਰ ਤੁਹਾਨੂੰ ਉਹ ਚੀਜ਼ਾਂ ਨਜ਼ਰ ਆਉਣੀਆਂ। ਤੇ ਜੇ ਅਗਰ ਤੁਸੀਂ, ਮੈਂ ਮੁਸਲਿਮ ਹਿਸਟੋਰੀਅਨ ਬਣ ਕੇ ਦੇਖਾਂ, ਫਿਰ ਤੇ ਮੈਂ ਆ ਕੇ ਅਬਦਾਲੀ ਤੇ ਆ ਕੇ ਰੁਕ ਜਾਵਾਂਗਾ। ਉਸ ਤੋਂ ਬਾਅਦ ਪੀਰੀਅਡ ਖਤਮ ਹੋ ਗਿਆ। ਫਿਰ ਤੇ ਮੈਨੂੰ ਹਿਸਟਰੀ ਪੜ੍ਹਨੀ ਨਹੀਂ ਚਾਹੀਦੀ। ਜਿਹੜੇ ਕਿ ਸਾਡੇ ਨਾਲ ਹੋਇਆ, ਸਾਡੇ ਨਾਲ ਕੀਤਾ ਗਿਆ, ਸਾਨੂੰ ਧੱਕੇ ਦੇ ਨਾਲ ਪੜ੍ਹਾਇਆ ਗਿਆ, ਸਾਨੂੰ ਧੱਕੇ ਨਾਲ ਸਿਖਾਇਆ ਜਾ ਰਿਹਾ ਕਿ ਆਹ ਗਲਤ ਆ। ਹੁਣ ਜਿੱਦਾਂ ਹੁਣ ਇੰਟਰਨੈਸ਼ਨਲ ਬੁੱਕਸ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ, ਤੇ ਇੱਕ ਵਾਰੀ ਐਂ ਕਰਕੇ ਦਿਮਾਗ ਫੜ ਕੇ, ਯਕੀਨ ਕਰੋ ਅੱਧਾ ਘੰਟਾ ਮੈਂ ਬੈਠਾ ਰਹਿਣਾ ਵਾਂ ਕਿ ਮੈਨੂੰ ਸਮਝ ਨਹੀਂ ਆਉਂਦੀ, ਪੀੜ ਨਹੀਂ ਖਤਮ ਹੁੰਦੀ ਦਿਮਾਗ ਦੀ ਕਿ ਮੈਂ ਤੇ ਆਹ ਪੜ੍ਹਦਾ ਰਿਹਾ 12 ਸਾਲ, ਆਹ ਮੈਂ ਪੜ੍ਹਿਆ 18 ਸਾਲ, ਆਹ ਮੈਂ ਪੜ੍ਹਿਆ 25 ਸਾਲ। ਕਈ ਲੋਕ ਐਸੇ ਹਨੇਰੇ 'ਚ ਬੈਠੇ ਹੋਏ ਆ। ਬਾਬਾ ਜੀ ਤੁਸੀਂ 32 ਸਾਲ ਦੇ ਹੋ ਗਏ? ਭਾਜੀ ਮੈਂ 45 ਦਾ ਹੋ ਗਿਆ। ਨਹੀਂ ਸੱਚੀ? ਮੇਰੀ 45 ਜਿਹੜੀ ਹੈ ਪੂਰੀ ਹੋ ਜਾਣੀ ਹੈ ਸੈਪਟੰਬਰ ਦੇ ਵਿੱਚ। 9 ਸੈਪਟੰਬਰ ਨੂੰ ਮੇਰੀ ਬਰਥਡੇ ਹੈ ਤੇ 9 ਸਤੰਬਰ ਨੂੰ 45 ਸਾਲ ਮੇਰੀ ਏਜ ਜਿਹੜੀ ਹੈ। ਮੁਬਾਰਕਾਂ, ਵੈਰੀ ਗੁੱਡ, ਥੈਂਕ ਯੂ। ਚਲੋ ਬਸ, ਤੇ ਉਸ ਤੋਂ ਬਾਅਦ ਭਾਜੀ ਆਪਾਂ ਥੋੜਾ ਜਿਹਾ ਅੱਗੇ ਚੱਲਨੇ ਆ ਕਿ ਉਹ ਜਿਹੜੇ ਇਸ ਤਰ੍ਹਾਂ ਕੰਪਲੈਕਸ ਹੈ, ਉਹ ਵਾਈਟ, ਉਹਨੂੰ ਜਿਹਨੂੰ ਕਹਿੰਦੇ ਨਾ, ਜਿੱਦਾਂ ਇੱਕ ਸਰਾਮਿਕ ਵਿੱਚ ਪੱਥਰ ਯੂਜ਼ ਹੁੰਦਾ। ਮੈਂ ਖਾਲੀ ਇਹ ਮੈਂ ਉਹਦੀ ਤਹਿ ਤੱਕ ਜਾਣਾ ਵਾ, ਉਹਨੂੰ ਕਹਿੰਦੇ ਲਾਈਮਸਟੋਨ।
ਜੀ ਉਹਦੀਆਂ ਜਿਹੜੀਆਂ ਦੀਵਾਰਾਂ ਕਿਲੇ ਦੀਆਂ, ਰਾਜਾ ਤਿਲ ਔਰ ਬਿੱਲ ਜਿਹੜਾ ਬਿਲੋਟ ਫੋਰਟ ਤੇ ਆਪਾਂ ਪਹੁੰਚੇ ਸੀ, ਬਿਲੋਟ ਜੀ ਫੋਰਟ ਦੇ ਜਿਹੜੇ ਟੈਂਪਲ ਹੈ ਉਹਨਾਂ ਦੇ ਦੀਵਾਰਾਂ ਜਿਹੜੀਆਂ 6 ਫੁੱਟ ਮੋਟੀਆਂ ਨੇ ਕਿਲੇ ਦੀਆਂ, ਔਰ ਬੱਲੇ ਐਸੀਆਂ ਬੱਲੇ ਗੁਨੀਆਂ ਦੇ ਵਿੱਚ ਬਣੀਆਂ ਹੋਈਆਂ ਕਿ ਅੱਜ ਵੀ ਉੱਥੇ ਕਿਲੋਮੀਟਰਾਂ ਦੇ ਵਿੱਚ ਉਹ ਪੱਥਰ ਫੈਲਿਆ ਪਿਆ ਹੋਇਆ ਕਿ ਅਗਰ ਉਹਨੂੰ ਇਕੱਠਾ ਕੀਤਾ ਜਾਏ ਤੇ ਕਿਲਾ ਦੁਬਾਰਾ ਬਣ ਸਕਦਾ ਹੈ। ਵਾਹ ਬਾਹਰੋਂ ਪੱਥਰ ਲਿਆਉਣ ਦੀ ਲੋੜ ਨਹੀਂ ਹੈ। ਅਗਰ ਜੀ ਕਿਸੇ ਨੂੰ, ਲੋਕੀ ਗੱਲਾਂ ਤਾਂ ਬਹੁਤ ਕਰਦੇ ਆ, ਜੀ ਫਿਰ ਮੇਰੇ ਨਾਲ ਕਮੈਂਟਸ ਦੇ ਵਿੱਚ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਲੜਾਈ ਵੀ ਹੋ ਰਹੀ ਹੁੰਦੀ ਹੈ ਹਾਂਜੀ ਕਿ ਵੀ ਹਾਂਜੀ ਬਣਾਉਂਦੇ ਆ, ਤੁਹਾਡਾ ਹੈਰੀਟੇਜ ਨਹੀਂ ਹੈ, ਏਦਾਂ ਨਹੀਂ ਹੈਗਾ। ਲੇਕਿਨ ਜਦੋਂ ਤੱਕ ਤੁਸੀਂ ਸਾਥ ਨਹੀਂ ਦੋਗੇ ਕਿੱਦਾਂ ਬਣੇਗਾ? ਜੀ ਬਿਲਕੁਲ ਬਿਲकुल ਨਹੀਂ ਬਣ ਸਕਦਾ ਭਾਜੀ। ਜੀ ਔਰ ਮੈਂ ਕਿਹਾ ਬਾਹਰੋਂ ਪੱਥਰ ਲਿਆਉਣ ਦੀ ਲੋੜ ਨਹੀਂ, ਉੱਥੇ ਘੜਵਾ ਪੱਥਰ ਪਿਆ ਹੋਇਆ ਹੈ ਉਹੀ ਭਾਜੀ ਜੀ 1200 ਸਾਲ 1500 ਸਾਲ ਪਹਿਲਾਂ ਪੁਰਾਣਾ ਜਿਹੜਾ ਵਾ ਪੱਥਰ ਉੱਥੇ ਹੀ ਪਿਆ ਵਾ। ਜੀ ਉਹ ਸਿਰਫ ਉੱਥੇ ਸਾਨੂੰ ਐਕਸਪਰਟਿਜ਼ ਦੀ ਜ਼ਰੂਰਤ ਹੈ, ਸਾਡੇ ਕੋਲ ਪੈਸਾ ਨਹੀਂ ਹੈ, ਜੀ ਸਾਡੇ ਜਿਹੜੇ ਡਿਪਾਰਟਮੈਂਟਸ ਨੇ, ਸਾਡੇ ਮਸਾਇਲ ਜ਼ਿਆਦਾ ਨੇ ਔਰ ਵਸਾਇਲ ਘੱਟ ਹੈ, ਯਾਨੀ ਕਿ ਟ੍ਰੈਜਰੀ ਛੋਟੀ ਹੈ ਔਰ ਐਕਸਪੈਂਡੀਚਰ ਜਿਹੜੇ ਆ ਵੱਡੇ ਆ। ਇਸ ਚੀਜ਼ ਨੂੰ ਸਮਝਣੀ ਨਹੀਂ ਪਈ ਦੁਨੀਆ, ਔਰ ਸਾਡਾ ਪੈਸਾ ਵੀ ਛੋਟਾ ਹੈ ਕਿ ਤੁਸੀਂ $1 ਲੈ ਕੇ ਆਉਂਦੇ ਹੋ ਪਾਕਿਸਤਾਨ ਚ ਆ ਕੇ ਤੁਹਾਨੂੰ ਉਹਦੇ 160 ਮਿਲਦੇ ਆ। ਹੁਣ ਜੀ ਤੁਸੀਂ ਜੀ ਇੱਥੋਂ ਅੰਦਾਜ਼ਾ ਕਰ ਲਓ ਕਿ ਵੀ ਪੇ ਆਫ ਜਿਹੜੀ ਹੈ ਬਿਲਕੁਲ ਦੀ ਵਜ੍ਹਾ ਨਾਲ ਸਾਨੂੰ ਬਹੁਤ ਜ਼ਿਆਦਾ ਮਸਾਇਲ ਨੇ ਸਾਡੇ ਕੋਲ। ਸਾਡਾ ਕਿਹਦਾ ਦਿਲ ਨਹੀਂ ਕਰਦਾ ਕਿ ਵੀ ਆਪਣੀ ਹਿਸਟਰੀ ਨੂੰ ਪ੍ਰੀਜ਼ਰਵ ਕਰੇ, ਕਿਹਦਾ ਦਿਲ ਨਹੀਂ ਕਰਦਾ ਕਿ ਆਪਣੇ ਹੈਰੀਟੇਜ ਨੂੰ ਪ੍ਰੀਜ਼ਰਵ ਕਰੇ? ਹਰ ਇੱਕ ਦਾ ਦਿਲ ਕਰਦਾ ਹੈ ਭਾਜੀ, ਭਾਵੇਂ ਕਿਸੇ ਵੀ ਰਿਲੀਜਨ ਨਾਲ। ਅਗਰ ਜੈਨ ਮਤ, ਸੌਰੀ, ਅਗਰ ਬੁੱਧ ਮਤ ਤੇ ਕੰਮ ਹੋ ਰਿਹਾ ਹੈ, ਹਿੰਦੂ ਮਤ ਤੇ ਨਹੀਂ ਹੋ ਸਕਦਾ, ਜੈਨ ਮਤ ਤੇ ਨਹੀਂ ਹੋ ਸਕਦਾ। ਅੱਜ ਤੱਕ ਮੈਨੂੰ ਕਿਸੇ ਜੈਨ ਨੇ ਨਹੀਂ ਕਿਹਾ ਕਿ ਸਾਡਾ ਫਲਾਣਾ ਟੈਂਪਲ ਅਬੰਡਡ ਹੈ, ਤੁਸੀਂ ਗਵਰਨਮੈਂਟ ਨਾਲ ਰਾਬਤਾ ਕਰੋ। ਸਾਰੇ ਸਿੱਖਾਂ ਨੂੰ ਹੀ ਪੀੜ ਹੈ, ਸਾਰੇ ਸਿੱਖਾਂ ਨੂੰ ਹੀ ਦਰਦ ਹੈ, ਪੰਜਾਬੀ ਕੌਮ ਨੂੰ ਹੀ ਦਰਦ ਹੈ ਕਿ ਯਾਰ ਫਲਾਣਾ ਸਾਡਾ ਗੁਰਦੁਆਰਾ ਖਰਾਬ ਹੈ, ਭਾਜੀ ਕੋਈ ਸੰਸਥਾ ਬਣਾਓ। ਮੈਨੂੰ 50 ਜਣਿਆਂ ਨੇ ਕਿਹਾ ਵਾ ਕਿ ਤੁਸੀਂ ਕੋਈ ਬਣਾਓ, ਫੰਡਿੰਗ ਅਸੀਂ ਕਰਦੇ ਹਾਂ, ਤੁਸੀਂ ਉਹਦੀ ਰੈਨੋਵੇਸ਼ਨ ਕਰੋ। ਸੌਰੀ, ਮੈਂ ਸਾਰਿਆਂ ਦੇ ਅੱਗੇ ਐਂ ਕਰਕੇ ਹੱਥ ਖੜੇ ਕੀਤੇ ਆ ਕਿ ਆਈ ਐਮ ਹਿਸਟੋਰੀਅਨ, ਆਈ ਐਮ ਅ ਰਿਸਰਚਰ, ਆਈ ਐਮ ਨੋਟ ਅ, ਮਤਲਬ ਕਿ ਮੈਂ ਆਰਕੀਓਲੋਜਿਸਟ ਨਹੀਂ ਆ। ਮੈਂ ਕਿਉਂ ਪੰਗੇ ਲਵਾਂ? ਮੈਂ ਉਹਨਾਂ ਚੀਜ਼ਾਂ 'ਚ ਕਦੀ ਪੰਗਾ ਨਹੀਂ ਲਵਾਂਗਾ ਜਿਹਦਾ ਮੈਨੂੰ ਨਹੀਂ ਪਤਾ। ਤੁਸੀਂ ਦੇਖਿਆ ਹੋਣਾ ਮੇਰੀ ਆਦਤ ਹੈ, ਬਿਲਕੁਲ ਬਿਲਕੁਲ ਮੈਂ ਗੱਲ ਨਹੀਂ ਕਰਦਾ ਉਹਦੇ ਤੇ। ਜੀ ਮੈਨੂੰ ਕੋਈ ਸ਼ਰਮ ਨਹੀਂ ਆਉਂਦੀ ਕਹਿਣ ਲੱਗਿਆ ਕਿ ਵੀ ਮੈਨੂੰ ਇਸ ਟੌਪਿਕ ਦੇ ਉੱਤੇ ਕੰਮ ਨਹੀਂ ਆਉਂਦਾ। ਲੇਕਿਨ ਅੱਜ ਤੱਕ ਕਿਸੇ ਵੀ ਸਿੰਸੀਅਰਲੀ ਕਿਸੇ ਹਿੰਦੂ ਫੈਮਿਲੀ ਨੇ, ਕਦੀ ਹਿੰਦੂ ਸੰਸਥਾ ਨੇ ਕਦੀ ਕਿਹਾ ਵਾ ਕਿ ਫਲਾਣਾ ਕੰਪਲੈਕਸ ਜਿਹੜਾ ਵਾ ਬਾਬਾ ਜੀ ਉਹ ਰੈਨੋਵੇਟ ਕਰਾਉਣਾ ਵਾ? ਤੁਸੀਂ ਦੇਖੋ ਗੁਰਦੁਆਰਿਆਂ ਬਾਰੇ ਕਿੰਨੀ ਗੱਲਬਾਤ ਹੋਈ ਹੈ, ਅਸੀਂ ਅੱਗੇ ਗੱਲ ਵਧਾਈ ਹੈ। ਜਿੱਦਾਂ ਹੁਣ ਲਵਲੀ ਵੀਰ ਜੀ ਨਾਲ, ਨਾਸਰ ਢਿੱਲੋਂ ਵੀਰ ਜੀ, ਤੁਸੀਂ ਹੋ ਗਏ, ਸਰਜੀਤ ਸਿੰਘ ਹੋਤੀ ਜੀ ਹੋ ਗਏ, ਕਾਲੂ ਜੀ ਹੋ ਗਏ, ਤੁਹਾਡੇ ਸਾਰੇ ਦੋਸਤਾਂ ਦੀ ਇੱਕ ਇਕੱਠ ਬਣੀ ਹੈ, 2-3 ਗੁਰਦੁਆਰਿਆਂ ਦਾ ਕੰਮ ਸ਼ੁਰੂ ਹੋ ਗਿਆ। ਅਗਰ ਮੈਂ ਇਹਨਾਂ ਗੁਰਦੁਆਰਿਆਂ ਨੂੰ 2013 ਚ ਜਾਂ 14 ਚ ਸਾਹਮਣੇ ਨਾ ਲੈ ਕੇ ਆਂਦਾ, ਦੁਨੀਆ ਨੂੰ ਕਿੱਦਾਂ ਪਤਾ ਲੱਗਦਾ ਕਿ ਵੀ ਇੰਨੇ ਗੁਰਦੁਆਰੇ ਹੈਗੇ ਆ? ਐਬਸੋਲੂਟਲੀ। ਜਿਹੜੀ ਕਿਤਾਬਾਂ ਦੇ ਵਿੱਚ ਤੁਸੀਂ ਪਿਕਚਰਾਂ ਜਿਹੜੀਆਂ ਬਣਾਈਆਂ ਇੰਨੀਆਂ ਸੋਹਣੀਆਂ ਸੋਹਣੀਆਂ ਵਾਲ ਫਰੈਸਕੋਸ ਦੀਆਂ, ਵਾਲ ਆਰਟਸ ਦੀਆਂ, ਉਹ ਤਾਂ ਪੂਰੀ ਦੁਨੀਆ ਦੇ ਵਿੱਚ ਹੋਰ ਕਿਤੇ ਹੈ ਹੀ ਨਹੀਂ ਪਾਕਿਸਤਾਨ ਦੇ ਇਲਾਵਾ। ਫਿਰ ਵੀ ਪਾਕਿਸਤਾਨ ਮਾੜਾ, ਫਿਰ ਵੀ ਪਾਕਿਸਤਾਨ ਬੁਰਾ। ਪਾਕਿਸਤਾਨ ਨੇ ਉਹ ਗੁਰਦੁਆਰੇ ਨਹੀਂ ਤੋੜੇ, ਪਾਕਿਸਤਾਨ ਨੇ ਉਹ ਮੰਦਿਰ ਨਹੀਂ ਤੋੜੇ। ਸਿਰਫ ਇੱਕ ਇਵੈਂਟ ਜਿਹੜਾ ਵਾ 92 ਵਾਲਾ, ਬਾਬਰੀ ਮਸਜਿਦ ਦਾ ਨਾਮ ਹੁੰਦਾ, ਸਾਡੇ ਕਿੰਨੇ ਗੁਰਦੁਆਰੇ, ਕਿੰਨੇ ਮੰਦਿਰ ਆਪਣੀ ਥਾਂ ਦੇ ਉੱਤੇ ਉਦਾਂ ਹੀ ਹੁੰਦੇ। ਜਿਹੜੀਆਂ ਕੋਈ 50-60 ਜਾਂ 100 ਚੀਜ਼ਾਂ ਜਿਹੜੀਆਂ ਡਿੱਗ ਪਈਆਂ, ਉਹ ਮੇਰੇ ਕਲੇਜੇ ਨੂੰ ਪੁੱਛੋ ਕਿੰਨੀ ਪੀੜ ਹੁੰਦੀ ਹੈ ਕਿ ਮੈਂ ਆਪਣੇ ਚਾਈਲਡਹੁੱਡ 'ਚ ਦੇਖਿਆ ਵਾ ਤੇ ਜਵਾਨੀ 'ਚ ਚੜ੍ਹਦੇ ਆ ਉਹ ਚੀਜ਼ਾਂ ਮੇਰੇ ਗਾਇਬ ਹੋ ਗਈਆਂ। ਕਾਸ਼ ਮੇਰੇ ਕੋਲ ਉਦੋਂ ਕੈਮਰਾ ਹੁੰਦਾ, ਕਾਸ਼ ਉਦੋਂ ਕੋਈ ਲਾਈਵ ਸਿਸਟਮ ਹੁੰਦਾ, ਕਾਸ਼ ਮੇਰੇ ਕੋਲ ਹੁੰਦਾ ਜਿੱਦਾਂ ਮੈਂ ਆਪਣਾ 2500 GB ਦਾ ਡਾਟਾ ਇਕੱਠਾ ਕੀਤਾ, ਉਹ ਵੀ ਚੀਜ਼ਾਂ ਮੈਂ ਇਕੱਠੀਆਂ ਕਰਕੇ ਰੱਖਦਾ ਜੀ। ਠੀਕ ਹੈ ਜੀ। ਉਹ ਫਿਰ ਟੈਂਪਲ ਜਿਹੜੇ ਹੈ, ਅੰਬ ਤੋਂ ਬਾਅਦ ਤੁਸੀਂ ਥੋੜਾ ਜਿਹਾ ਵੈਸਟ ਵਾਲੇ ਪਾਸੇ ਜਾਓ। ਬਾਬਾ ਜੀ ਇੱਕ ਸੈਕਿੰਡ ਹੋਲਡ ਕਰਿਓ, ਆਪਾਂ ਥੈਂਕ ਯੂ ਕਰਦੇ। ਅਸ਼ਰ ਸਿੰਘ ਜੀ ਬੋਲ ਰਹੇ ਕਿ 7 ਸਤੰਬਰ ਨੂੰ ਉਹਨਾਂ ਦੇ ਬੇਟੇ ਦਾ ਵੀ ਬਿਲਕੁਲ ਜਨਮ ਦਿਨ ਹੈ ਜੀ ਤੁਹਾਡੇ ਨਾਲ ਹੀ। ਤੀਰਥ ਸਿੰਘ ਚੱਠਾ ਜੀ ਕਹਿ ਰਹੇ ਵਾਹਿਗੁਰੂ ਜੀ। ਤੇ ਜੀਵਨ ਜੋਤ ਸੰਧੂ ਜੀ ਸਾਡੇ ਨਾਲ ਜੁੜ ਜਾਏ ਨੇ, ਇਹ ਪ੍ਰੋਫੈਸ਼ਨਲ ਆਰਕੀਟੈਕਟ ਨੇ ਜੀ ਯੂਨੀਵਰਸਿਟੀ ਆਫ ਚੰਡੀਗੜ੍ਹ ਦੇ ਵਿੱਚ। ਸੋ ਆਪਣਾ ਪ੍ਰੋਗਰਾਮ ਦੇਖ ਰਹੇ ਆ, ਆਰਕੀਟੈਕਟ ਨੇ ਬਕਾਇਦਾ ਤੁਹਾਡਾ ਪ੍ਰੋਗਰਾਮ ਲਾਈਕ ਕਰ ਰਹੇ ਆ। ਥੈਂਕ ਯੂ ਜੀ, ਤੁਸੀਂ ਸਾਨੂੰ ਐਕਸਪਰਟ ਕਹਿ ਰਹੇ ਹੋ, ਅਸੀਂ ਤੇ ਸ਼ੌਕੀਆ ਵਾਲੇ ਬੰਦੇ ਆ, ਤੁਸੀਂ ਐਕਚੁਅਲੀ ਯੂਨੀਵਰਸਿਟੀ ਦੇ ਸਿੱਖ ਆਰਕੀਟੈਕਟ ਹੋ। ਥੈਂਕ ਯੂ ਸੋ ਮਚ, ਤੁਸੀਂ ਸਾਡਾ ਪ੍ਰੋਗਰਾਮ ਜੁਆਇਨ ਕਰ ਰਹੇ ਹੋ, ਰੀਅਲੀ ਅਪਰੀਸ਼ੀਏਟ ਜੀ। ਬਾਬਾ ਮੈਂ ਇੱਥੇ ਗੱਲ ਕਰਾਂਗਾ ਅਸ਼ਰ ਸਿੰਘ ਜੀ ਵੀਰ ਜੀ ਜਿਹਨੇ ਇਹਨਾਂ ਅਸ਼ਰ ਸਿੰਘ ਵੀਰ ਜੀ ਜਿਹੜੇ ਨੇ, ਇਹ ਜਦੋਂ ਵੀ ਆਪਾਂ ਕੋਈ ਵੀ ਪ੍ਰੋਗਰਾਮ ਕਰੀਏ, ਕੋਈ ਵੀ ਗੱਲ ਕਰੀਏ, ਲਾਈਵ ਕਰੀਏ, ਮੈਂ ਕਹਿੰਦਾ ਸਭ ਤੋਂ ਜ਼ਿਆਦਾ ਯੋਗਦਾਨ ਇਹਨਾਂ ਦਾ ਹੁੰਦਾ। ਜਾਂ ਬਿੰਦਰਾ ਰਾਜਦੀਪ ਜੀ ਹੋ ਗਏ, ਇਹਨਾਂ ਦਾ ਹੋ ਗਿਆ 1 ਮਿੰਟ ਤੋਂ ਪਹਿਲੇ, ਮਤਲਬ ਮੇਰੀ ਹਰ ਵੀਡੀਓ ਦੇ ਉੱਤੇ ਹੁੰਦੇ ਹੈ। ਬਿਲ ਜਾਨ ਹੈ, 1-2 ਲੜਕੇ ਹੋਰ ਹੈ, ਮੈਂ ਕਹਿੰਦਾ ਵਾਂ ਕਿ ਬਹੁਤ ਹੀ ਪਿਆਰ ਦਿੰਦੇ ਆ। ਬਾਕੀ ਰਾਜਦੀਪ ਵੀਰ ਜੀ ਨੇ, ਤੁਹਾਨੂੰ ਪਤਾ, ਉਹ ਵੀ ਹਰ ਚੀਜ਼ 'ਚ ਜੁੜ ਜਾਂਦੇ ਆ। ਡਾਕਟਰ ਸਰਜੀਤ ਸਿੰਘ ਹੋਤੀ ਆ ਵੀ ਜੁੜ ਜਾਂਦੇ ਆ। ਮਗਰ ਨਾਮ ਲੈਣੇ ਹੁਣ ਇੱਥੇ ਔਖੇ ਹੈ ਕਿ ਕਿੰਨੇ ਲੋਕ, ਮਤਲਬ ਥੋੜੀ ਦੇਰ ਪਹਿਲੇ ਅਸੀਂ ਲਾਈਵ ਹੋਏ ਤਾਂ ਦਾਨਿਸ਼ ਵੀਰ ਜੀ ਵੀ ਆਏ ਹੋਏ ਸੀ, ਠੀਕ ਹੈ ਜੀ ਨਹੀਂ, ਯਾਦਵਿੰਦਰ ਸਿੰਘ ਜੀ ਵੀ ਹੈ। ਮਤਲਬ ਕਿ ਮੈਂ ਹੁਣ ਨਾਮ ਮੈਂ ਦੂਸਰੇ ਫੋਨ ਦੇ ਉੱਤੇ, ਮੈਂ ਪਹਿਲੇ ਦੇ ਮੇਰੇ ਸਾਹਮਣੇ ਸਕਰੀਨ ਤੇ ਯਾਦਵਿੰਦਰ ਸਿੰਘ ਜੀ ਨੇ ਬੜੀ ਇੱਕ ਸਟ੍ਰਿਕਟ ਇੰਸਟਰਕਸ਼ਨ ਦਿੱਤੀ ਹੈ ਜਿਹੜੀ ਮੈਂ ਵੀ ਲਾਈਕ ਕਰਦਾ। ਉਹ ਕਹਿੰਦੇ ਵੀ ਤੁਹਾਨੂੰ ਟੋਕਿਆ ਨਾ ਜਾਵੇ, ਸਿਰਫ ਤੁਸੀਂ ਬੋਲੀ ਜਾਓ। ਤੁਸੀਂ ਇੰਨੀ ਵਧੀਆ ਗੱਲਬਾਤ ਕਰ ਰਹੇ ਹੋ, ਆਪਾਂ ਥੈਂਕ ਯੂ ਸਾਰਿਆਂ ਦਾ ਇੱਕੋ ਵਾਰੀ ਕਰ ਦਿਆਂਗੇ।
ਬਾਬਾ ਜੀ ਤੁਸੀਂ ਆਪਣਾ ਟੌਪਿਕ ਚਾਲੂ ਰੱਖੋ। ਐਕਚੁਅਲੀ ਮੈਨੂੰ ਵੀ ਬਹੁਤ ਮਜ਼ਾ ਆ ਰਿਹਾ ਸੀ, ਪਰ ਮੈਂ ਸੌਰੀ ਵਿੱਚ ਰੁਕ ਗਿਆ, ਸਿਰਫ ਇਸ ਕਰਕੇ ਕਿ ਅਸੀਂ ਵੀ ਲਾਈਵ ਨਵਾਂ ਜਿਹਾ ਸ਼ੁਰੂ ਕੀਤਾ। ਕਈ ਵਾਰੀ ਮੈਂ ਕਿਹਾ ਗੁੱਸੇ ਨਾਲ ਕੋਈ ਹੋ ਜਾਵੇ ਕਿ ਅਸੀਂ ਇਸਤਕਬਾਲ ਨਹੀਂ ਕੀਤਾ, ਇਸ ਕਰਕੇ ਸੌਰੀ ਬਾਬਾ ਜੀ, ਮੈਂ ਤੁਹਾਡਾ ਫਲੋ ਰੋਕਿਆ। ਕੰਟੀਨਿਊ ਹੋਰ ਪਲੀਜ਼। ਕਿ ਇਹਦੇ ਚ ਸਾਡੀ ਟਾਈਮ ਲਿਮਿਟ ਨਹੀਂ ਹੈਗੀ ਭਾਜੀ। ਅੱਜ ਅਸੀਂ ਗੱਲ ਜਿਹੜੀ ਹੈ ਪੂਰੀ ਖੁੱਲ ਕੇ ਕਰਨੀ ਹੈ ਆਪਣੇ ਸਰੋਤਿਆਂ ਨਾਲ, ਤਾਂ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਆਨ ਮਿਲ ਸਕੇ। ਠੀਕ ਹੈ ਜੀ। ਮੈਂ ਤੇ 10-12 ਸਾਲਾਂ ਚ ਸਾਰਾ ਕੁਝ ਇਕੱਠਾ ਕਰਕੇ ਲਿਆਇਆ, ਤੇ ਹੁਣ ਤਾਂ ਮੈਂ ਕਹਿ ਲਓ ਸਮੁੰਦਰ ਨੂੰ ਕੂਜ਼ੇ ਚ ਬੰਦ ਕਰਨਾ ਵਾ। ਠੀਕ ਹੈ ਜੀ। ਉਹ ਕੂਜ਼ੇ ਚ ਬੰਦ ਕਰਨਾ ਵਾ, ਉਹ ਇਹ ਆਪਣੇ ਸਰੋਤਿਆਂ ਵਾਸਤੇ ਕਰਨਾ ਵਾ, ਕਿ ਆਪਣਾ ਲਾਈਫ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਕਿ ਕਿੱਦਾਂ ਮੈਨੂੰ ਕਿਹੜੀ ਚੀਜ਼ ਤੋਂ ਇਨਸਪਾਇਰੇਸ਼ਨ ਮਿਲੀ ਹੈ ਔਰ ਕਿਸ ਤਰੀਕੇ ਨਾਲ। ਅੱਛਾ, ਕਾਫਰਕੋਟ ਦੇ ਜਿਹੜੇ ਟੈਂਪਲ ਆ ਉੱਥੇ ਲੋਕ ਬਹੁਤ ਘੱਟ ਪਹੁੰਚੇ ਆ, ਜਿਹਦੀ ਗੱਲ ਤੁਸੀਂ ਕਰ ਰਹੇ ਸੀ। ਉਹ ਤਕਰੀਬਨ ਕੋਈ 7.5 ਤੋਂ 11 ਕਿਲੋਮੀਟਰ ਜਿਹੜਾ ਹੈ ਪਹਾੜੀ ਰਸਤਾ ਹੈ ਵਿੱਚੋਂ ਦੀ। ਉਹ ਪਹਾੜਾਂ ਦੀ ਵੈਲੀ ਵਿੱਚ ਬਣਿਆ ਹੋਇਆ ਔਰ ਬਹੁਤ ਪੁਰਸਕੂਨ ਜਗ੍ਹਾ ਹੈ। ਇਹ ਪਿਆਰੀ ਜਗ੍ਹਾ ਹੈ ਕਿ ਉੱਥੇ ਲੋਕਾਂ ਦੀ ਐਕਸੈਸ ਘੱਟ ਹੈ। ਉਹ ਤਾਂ ਹੀ ਟੈਂਪਲ ਅੱਜ ਤੱਕ 2 ਟੈਂਪਲ ਨੇ ਜੀ, ਉਹ ਬਚੇ ਹੋਏ ਨੇ ਜੀ। ਉਹ ਬਹੁਤ ਹੀ ਸੋਹਣੇ ਨੇ, ਮੈਨੂੰ ਬਹੁਤ ਅਟਰੈਕਟ ਕਰਦੇ ਨੇ। ਮੇਰੇ ਆਪਣੇ ਜਿਹੜੇ ਸਾਡੇ ਸੀਨੀਅਰ ਮੈਂਬਰਸ ਨੇ, ਅਬਦੁਲ ਮਨਾਨ ਸਾਹਿਬ, ਉਹ ਗਏ ਸੀਗੇ ਤੇ ਉਹਨਾਂ ਨੇ ਮੈਨੂੰ ਉੱਥੋਂ ਲਾਈਵ ਭੇਜਿਆ ਸੀਗਾ ਸਾਰਾ ਕੁਝ। ਤੇ ਮੈਂ ਉਹਨਾਂ ਨੂੰ ਉਸ ਵੇਲੇ ਦੱਸਿਆ ਕਿ ਵੀ ਆਹ ਜਿਹੜੇ ਟੈਂਪਲ ਹੈ ਇਹ ਬਿਲੋਟ ਫੋਰਟ ਨਹੀਂ ਹੈ, ਇਹ ਜਿਹੜਾ ਹੈ ਕਾਫਰਕੋਟ, ਇਹਨੂੰ ਕਾਫਰਕੋਟ ਕਿਹਾ ਜਾਂਦਾ। ਲੋਕੀ ਬਿਲੋਟ ਫੋਰਟ ਨੂੰ ਕਾਫਰਕੋਟ ਕਹੀ ਜਾਂਦੇ ਆ, ਜਦ ਕਿ ਬਿਲੋਟ ਫੋਰਟ ਔਰ ਕਾਫਰਕੋਟ ਦੋਨੋਂ ਜਿਹੜੀਆਂ ਬਿਲਡਿੰਗਸ ਨੇ ਉਹ ਅਲੱਗ-ਅਲੱਗ ਨੇ। ਉਸ ਤੋਂ ਬਾਅਦ ਮਾੜੀ ਇੰਡਸ, ਆਖਰੀ ਜਿਹੜਾ ਟੈਂਪਲ ਹੈ ਮਾੜੀ ਇੰਡਸ, ਯਾਨੀ ਕਿ ਛੋਟਾ ਜਿਹਾ ਪੰਜਾਬ ਦਾ ਆਖਰੀ ਸ਼ਹਿਰ ਹੈ ਜਿਹੜਾ ਕਿ ਇੰਡਸ ਦੇ ਕੰਢੇ ਦੇ ਉੱਤੇ ਹੈ, ਜਿਹਨੂੰ ਕਿ ਇੰਡਸ ਨੇ ਘੱਟੋ ਘੱਟ 12 ਵਾਰੀ ਬਰਬਾਦ ਕੀਤਾ, 12 ਟਾਈਮ ਡਿਸਟਰੋਏ ਕੀਤਾ ਵਾ ਇੰਡਸ ਨੇ। ਜਦੋਂ ਪਿੱਛੇ ਇਹਦੇ ਤੇ ਬੰਨ ਨਹੀਂ ਸੀ ਮਾਰਿਆ ਹੋਇਆ, ਜਦੋਂ ਡੈਮ ਨਹੀਂ ਸੀ ਬਣਿਆ ਹੋਇਆ, ਈਵਨ ਬ੍ਰਿਟਿਸ਼ ਪੀਰੀਅਡ ਤੱਕ ਉਹ ਤਬਾਹੀ ਫੈਲਾਉਂਦਾ ਰਿਹਾ। ਔਰ ਉਹਦੇ ਜਿਹੜੇ 2 ਟੈਂਪਲ ਸੀਗੇ ਉਹ ਸਿਰੇ ਤੋਂ ਖਤਮ ਹੋ ਚੁੱਕੇ ਨੇ ਬਿਕੋਜ਼ ਆਫ ਫਲੱਡ, ਕਿਉਂਕਿ ਉਹਨਾਂ ਨੇ ਮਿੱਟੀ ਦੀਆਂ ਢੇਰੀਆਂ ਦੇ ਉੱਤੇ ਬਣਾਏ ਸੀ। ਔਰ ਤੁਹਾਨੂੰ ਪਤਾ ਕਿ ਮਿੱਟੀ ਦੀ ਢੇਰੀ ਜਿਹੜੀ ਹੈ ਪਾਣੀ ਆਵੇ ਉਹ ਸਿਰਕ ਜਾਂਦੀ ਹੈ, ਉਹਦੇ ਥੱਲੋਂ ਮਿੱਟੀ ਨਿਕਲ ਜਾਂਦੀ ਹੈ। ਸੋ ਉਹਦੇ ਚ ਪਹਿਲੇ ਪਾੜ ਪੈ ਕੇ ਫਿਰ ਉਹਦੀਆਂ ਕੰਧਾਂ ਡਿੱਗੀਆਂ। ਅੱਜ ਸਿਰਫ ਉਹਦੀਆਂ ਬੇਸਿਸ ਨਜ਼ਰ ਆਉਂਦੀਆਂ ਨੇ ਕਿ ਇੱਥੇ ਸ਼ੁਕੱਠਾ ਰਹਿ ਗਿਆ ਮੰਦਿਰ ਦਾ, ਕਿ ਇੱਥੇ ਕਦੀ ਮੰਦਿਰ ਹੁੰਦੇ ਸੀ। ਲੇਕਿਨ ਮਾੜੀ ਇੰਡਸ ਦੇ ਵਿੱਚ ਐਂ ਕਰਕੇ ਜਿਹੜੀਆਂ ਪੌੜੀਆਂ ਐਂ ਕਰਕੇ ਉਤਰਦੀਆਂ ਨਾ, ਐਂ ਕਰਕੇ, ਯਾਰ ਉਹ ਕਿਆ ਬਾਤ ਹੈ। ਉਹ ਸਿੱਧਾ ਇਸ਼ਨਾਨ ਘਾਟ ਵੀ ਬਣੇ, ਮੰਦਿਰ ਵੀ ਬਣੇ ਹੋਏ ਹੈ। ਇਸੇ ਤਰ੍ਹਾਂ ਹੀ ਮੈਂ ਮਖੱਡ ਗਿਆ ਸੀਗਾ। ਮਖੱਡ ਦੇ ਵਿੱਚ ਖਾਲਸਾ ਪੀਰੀਅਡ ਦਾ 14ਵੀਂ ਹਿਸਟਰੀ ਦਾ ਜਿਹੜਾ ਪੀਰੀਅਡ ਹੈ, ਉਹਦੇ ਵਿੱਚ ਚੈਪਟਰ ਨੰਬਰ ਜਿਹੜਾ ਹੈ ਕਹਿ ਲਓ ਤੁਸੀਂ ਕਿ ਸਰਦਾਰ ਦਿਲ ਸਿੰਘ ਔਰ ਮਹਾਰਾਜਾ ਰਣਜੀਤ ਸਿੰਘ ਔਰ ਵਾਲੀਏ ਮੰਕੀਰਾ ਦੇ ਦਰਮਿਆਨ ਚ ਜਿਹੜੀ ਆਪਸ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ ਇਹਨਾਂ ਦੇ, ਉਹਦੇ ਮੁਤਲਕ ਉੱਥੋਂ ਇੱਕ ਚਿੱਟੀ ਪਰੀ ਘੋੜੀ ਜਿਹੜੀ ਹੈ ਵਾਲੀਏ ਮੰਕੀਰਾ ਦੀ, ਉਹ ਲੈ ਕੇ ਤੇ ਸਰਦਾਰ ਦਿਲ ਮੁਹੰਮਦ ਜਿਹਨੇ ਕਿ ਕਬਜ਼ਾ ਕੀਤਾ ਸੀਗਾ ਮਖੱਡ ਸ਼ਰੀਫ ਦੇ ਉੱਤੇ। ਮਖੱਡ ਸ਼ਰੀਫ ਜਿਹੜਾ ਹੈ ਉਹ ਵੀ ਬਿਲਕੁਲ ਦਰਿਆ ਦੇ ਕੰਢੇ ਤੇ, ਜਿੱਦਾਂ ਮਾੜੀ ਇੰਡਸ ਹੈ। ਤੇ ਇਸ ਤਰ੍ਹਾਂ ਕਰਕੇ ਆਰਕੀਟੈਕਚਰ ਦੇ ਮੁਤਲਕ ਆਪਾਂ ਜਿਹੜੀ ਸਟੋਨ, ਜਿਹੜਾ ਸੀ ਪੋਰਸ ਸਟੋਨ ਸੀ, ਉਹਦੀ ਕਲਾਸੀਫਿਕੇਸ਼ਨ ਕੀਤੀ ਹੈ ਕਿ ਇਸ ਵੇਲੇ ਤੁਹਾਨੂੰ ਪਾਕਿਸਤਾਨ ਦੇ ਵਿੱਚ ਸਟੱਡੀ ਕਰਨੀ ਹੋਵੇ ਤੇ ਤੁਸੀਂ ਕਿੱਥੇ ਕਿੱਥੇ ਜਾ ਸਕਦੇ ਹੋ। ਐਂਸ਼ੀਐਂਟ ਜਿਹੜਾ ਸਭ ਤੋਂ ਪਹਿਲਾ ਪੱਥਰ ਹੈ ਮੋਰੀਆਂ ਵਾਲਾ ਪੱਥਰ, ਸੁਰਾਖਦਾਰ ਪੱਥਰ, ਜਿਹਨੂੰ ਪੋਰਸ ਪੱਥਰ, ਇੱਥੇ ਪੋਰਸ ਪੱਥਰ ਕਿਹਾ ਜਾਂਦਾ ਹੈ। ਸ਼ਾਇਦ ਉਹ ਪੋਰਸ ਪੀਰੀਅਡ ਤੋਂ ਬਾਅਦ ਜਿਹੜਾ ਹੈ ਉਹ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀ, ਇਸ ਲਈ ਉਹਦਾ ਨਾਮ ਹੀ ਪੋਰਸ ਪੱਥਰ ਹੈ। ਵਾਹਿਦ ਨਿਸ਼ਾਨੀ ਹੈ ਪੋਰਸ ਜੀ ਦੀ ਕਿ ਜਿਹੜਾ ਉਹਨਾਂ ਦੇ ਨਾਮ ਦੇ ਉੱਤੇ ਕੋਈ ਸਟੋਨ ਜਾਂ ਕੋਈ ਚੀਜ਼ ਬਾਕੀ ਹੈ ਕਿ ਜਿਹਨੂੰ ਅੱਜ ਵੀ ਯਾਦ ਕੀਤਾ ਜਾਂਦਾ, ਤੇ ਉਹ ਪੋਰਸ ਪੱਥਰ ਹੈ ਜੀ। ਠੀਕ ਹੈ ਜੀ। ਇਹ ਸੀਗੀ ਸਾਡੀ। ਫਿਰ ਉਸ ਤੋਂ ਬਾਅਦ ਆ ਗਈ ਨਾਨਕਸ਼ਾਹੀ ਜੀ। ਇਹ ਸਾਰਾ ਖਤਮ ਹੋ ਗਿਆ ਪੀਰੀਅਡ ਐਂਸ਼ੀਐਂਟ ਸਟੋਨ ਤੋਂ ਲੈ ਕੇ ਆਪਾਂ ਆ ਗਏ ਸੀ ਮੁਗਲਈ ਪੀਰੀਅਡ ਤੱਕ, ਮੁਗਲ ਇੱਟ ਤੱਕ ਆ ਗਏ। ਫਿਰ ਉਸ ਤੋਂ ਬਾਅਦ ਚੋਕਾ ਆ ਗਿਆ, ਜਿਹੜਾ ਕਿ ਵਿਸ਼ਕਾਰ ਆ ਗਿਆ। ਨਾ ਉਹ ਬੰਦਾ ਸੀਗਾ ਨਾ ਉਹ ਬੁੱਢੀ ਸੀਗੀ, ਦੋਵਾਂ ਦੇ ਵਿਸ਼ਕਾਰ ਆ ਗਿਆ, ਥਰਡ ਜੈਂਡਰ ਬਣ ਗਿਆ ਵਿਚਾਰਾ। ਠੀਕ ਹੈ ਜੀ। ਠੀਕ ਹੈ। ਬਾਅਦ ਉਹ ਬਹੁਤੀ ਦੇਰ ਨਹੀਂ ਚੱਲਿਆ। ਅੱਛਾ, ਉਹ ਬਹੁਤੀ ਦੇਰ ਨਹੀਂ ਚੱਲਿਆ। ਉਹ ਤਕਰੀਬਨ ਮੇਰਾ ਖਿਆਲ ਹੈ ਕਿ ਜਿਹੜਾ ਕਹਿ ਲਓ ਤੁਸੀਂ ਕਿ ਮਿਸਲਸ ਦੇ ਪੀਰੀਅਡ ਦੇ ਵਿੱਚ ਉਹ ਬਿਲਡਿੰਗਾਂ ਉਹਦੇ ਨਾਲ ਬਣਨੀਆਂ ਸ਼ੁਰੂ ਹੋ ਗਈਆਂ। ਉਸ ਤੋਂ ਬਾਅਦ ਕੀ ਹੋਇਆ ਕਿ ਸ਼ੁਰੂ ਹੋ ਗਿਆ ਫਿਰ ਨਾਨਕਸ਼ਾਹੀ। ਨਾਨਕਸ਼ਾਹੀ ਇੱਟ ਦੀ ਪਹਿਚਾਣ ਹੈ ਕਿ ਮੁਗਲਈ ਇੱਟ ਨੂੰ ਜੀ ਦੁੱਗਣਾ ਮੋਟਾ ਕਰ ਲਓ ਜੀ, ਮੋਟਾਈ ਉਹਦੀ, ਔਰ ਉਸ ਤੋਂ ਬਾਅਦ ਉਹਨੂੰ ਤੁਸੀਂ ਕਰ ਲਵੋ ਕਿੰਨਾ, ਤਕਰੀਬਨ 3 ਗੁਣਾ ਵੱਡਾ ਜੀ। 3 ਗੁਣਾ ਮਤਲਬ ਕਿ ਇੰਨਾ ਕੁ ਸਾਈਜ਼ ਕਰ ਲਓ ਜੀ। 3 ਗੁਣਾ ਜਿਹੜਾ ਜੀ, ਉਹ 3 ਗੁਣਾ ਵੱਡਾ ਕਰੋਗੇ ਮੁਗਲਈ ਇੱਟ ਨੂੰ, ਉਹ ਬਣ ਜਾਏਗੀ ਨਾਨਕਸ਼ਾਹੀ। ਨਾਨਕਸ਼ਾਹੀ ਦੀ ਲੇਅਰਸ ਜਿਹੜੀਆਂ ਨੇ, ਤੁਹਾਡਾ ਇੱਕ ਚੈਪਟਰ ਹੈ ਬੁੱਧੂ ਦੇ ਆਵਾ ਦੇ ਮੁਤਲਕ, ਤੁਸੀਂ ਪਿਛਲੇ ਦਿਨਾਂ ਚ ਗੱਲ ਕੀਤੀ ਹੈ ਭਾਈ ਬੁੱਧੂ ਦਾ,
ਤੇ ਉਹ ਜਿਹੜੀਆਂ ਇੱਟਾਂ ਜਿਹੜੀਆਂ ਨੇ ਉਹਨਾਂ ਦੇ ਆਵੇ ਦੇ ਵਿੱਚ ਅੱਜ ਵੀ ਲੈਨ ਸਿਰ, ਮੈਂ ਜਾ ਕੇ ਲਾਈਵ ਵੀਡੀਓ 'ਚ ਵੀ ਦਿਖਾ ਕੇ ਆਇਆ ਵਾਂ ਕਿ ਵੀ ਉਹ ਅੱਜ ਵੀ ਲੇਅਰਸ ਦੇ ਵਿੱਚ ਕੋਈ 500 ਇੱਟ ਜਿਹੜੀ ਆ ਉਹ ਲੱਗੀ ਪਈ ਹੈ, ਔਰ ਉੱਤੇ ਵੀ ਸਵਾਹ ਹੈ, ਥੱਲੇ ਵੀ ਸਵਾਹ ਹੈ, ਸੁਹਾਗਾ ਪਿਆ ਹੋਇਆ, ਔਰ ਉਹਦੇ ਵਿੱਚੋਂ ਇੱਟਾਂ ਲੱਗੀਆਂ ਹੋਈਆਂ। ਕੁਝ ਲੋਕ ਕਹਿ ਰਹੇ ਸੀ ਕਿ ਬੁੱਧੂ ਦੀ ਕਹਾਣੀ ਜਿਹੜੀ ਹੈ ਐਵੇਂ ਹੀ ਉਹ ਹੈ, ਫਰਜ਼ੀ ਹੈ, ਏਦਾਂ ਦਾ ਕੋਈ ਨਹੀਂ ਸੀ। ਲੇਕਿਨ ਬੁੱਧੂ ਦਾ ਆਵਾ ਲਾਹੌਰ ਦੇ ਚ ਅੱਜ ਵੀ ਮੌਜੂਦ ਹੈ, ਉਹਦਾ ਕੁਛ ਪਾਰਟ ਹੈਗਾ, ਤਕਰੀਬਨ ਕੋਈ ਤੁਸੀਂ ਕਹਿ ਸਕਦੇ ਹੋ 100 ਫੁੱਟ ਦੇ ਅੰਦਰ ਅੰਦਰ ਉਹ ਜਗ੍ਹਾ ਜਿਹੜੀ ਹੈ ਹਲੇ ਵੀ ਬਾਕੀ ਹੈ। ਬਾਬਾ ਜੀ ਜਿਹੜਾ ਬੁੱਧੂ ਦਾ ਆਵਾ ਜਿਹੜੀ ਅਸੀਂ ਜਗ੍ਹਾ ਦੇਖਦੇ ਉਹ ਤੋਂ ਉਹ ਕਿੰਨੀ ਕੁ ਦੂਰ ਹੈ? ਕਿਉਂਕਿ ਹੁਣ ਮੈਨੂੰ ਯਾਦ ਆਇਆ ਤੁਸੀਂ ਉਦੋਂ ਆਸਟ੍ਰੇਲੀਆ ਗਏ ਸੀ, ਮੈਂ ਉਹ ਲੱਭਣ ਦੀ ਕੋਸ਼ਿਸ਼ ਕੀਤੀ, ਤੁਸੀਂ ਲੱਭੇ ਨਹੀਂ, ਔਰ ਉਹ ਜਗ੍ਹਾ ਵੀ ਨਹੀਂ ਸਾਨੂੰ ਲੱਭੀ। ਇਹ ਅਸਲੀ ਜਗ੍ਹਾ ਜਿਹੜੀ ਤੁਸੀਂ ਆਪਣੀ ਵੀਡੀਓ 'ਚ ਦਿਖਾਈ ਸੀ ਉਹ ਆਹ ਜਿਹੜਾ ਆਪਣਾ GT ਰੋਡ ਦੇ ਉੱਪਰ ਹੈ ਭਾਜੀ ਬੁੱਧੂ ਦਾ ਆਵਾ, ਉਸ ਤੋਂ ਨਹੀਂ। ਹੈਲੋ ਹਾਂਜੀ ਬਾਬਾ ਜੀ ਜੀ, ਬੁੱਧੂ ਦਾ ਆਵਾ ਜਿਹੜਾ ਹੈ ਜਿੱਥੋਂ ਤੁਸੀਂ ਦੇਖ ਰਹੇ ਸੀ, ਤੁਸੀਂ ਉੱਥੋਂ ਤੁਸੀਂ ਜਾਣਾ ਵਾ ਈਸਟ ਵਾਲੀ ਸਾਈਡ ਤੇ। ਠੀਕ ਹੈ, ਈਸਟ ਵਾਲੀ ਸਾਈਡ ਭਾਜੀ ਉੱਥੋਂ ਤਕਰੀਬਨ ਕੋਈ 2.5-3 ਕਿਲੋਮੀਟਰ ਹੀ ਪੈਂਦਾ ਵਾ। ਬਸ ਠੀਕ ਹੈ ਫਿਰ ਤਾਂ, ਯਾ ਦੈਟ ਮੇਕ ਸੈਂਸ। ਬਲਕਿ ਮੈਂ ਜ਼ਿਆਦਾ ਦੱਸ ਰਿਹਾ ਵਾਂ ਕਿ ਅਗਰ ਬਿਲਕੁਲ ਸਟ੍ਰੇਟਲੀ ਲਵੋਗੇ ਤਾਂ ਤੁਸੀਂ 1.5 ਕਿਲੋਮੀਟਰ ਵੀ ਨਹੀਂ ਬਣਦਾ। ਠੀਕ ਹੈ ਜੀ, ਠੀਕ। ਕਿਉਂਕਿ ਭਾਜੀ ਇਹ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸ ਦਿਨ ਮੈਂ ਤੁਹਾਡੀ, ਕਿਉਂਕਿ ਮੈਨੂੰ ਬਹੁਤ ਹੀ ਆ ਰਿਹਾ ਸੀਗਾ ਕਿ ਮੈਂ ਕਿਉਂ ਨਹੀਂ ਮੈਂ ਬੁੱਧੂ ਦੇ ਆਵੇ, ਕਿਉਂਕਿ ਮੈਂ ਜੰਮਿਆ ਉੱਥੇ, ਪਲਿਆ ਉੱਥੇ, ਕਿਉਂਕਿ ਜਿਹੜਾ ਬੁੱਧੂ ਦਾ ਆਵਾ ਗ੍ਰੇਵਯਾਰਡ ਹੈ ਲਾਹੌਰ ਦਾ ਦੂਸਰਾ ਵੱਡਾ ਗ੍ਰੇਵਯਾਰਡ ਹੈ ਜੀ, ਠੀਕ ਹੈ ਜੀ। ਔਰ ਉੱਥੇ ਮੇਰੇ ਪੇਰੈਂਟਸ ਜਿਹੜੇ ਆ ਆਰਾਮ ਕਰ ਰਹੇ ਆ, ਮੇਰੇ ਦੋਨੋਂ ਮੰਮੀ ਡੈਡੀ ਦੀ ਜਿਹੜੀ ਗ੍ਰੇਵਸ ਨੇ ਉਸੇ ਜਗ੍ਹਾ ਤੇ ਹੈ, ਤੇ ਇਸ ਲਈ ਮੈਨੂੰ ਉਸ ਜਗ੍ਹਾ ਦੇ ਨਾਲ ਮੇਰਾ ਬਹੁਤ ਜ਼ਿਆਦਾ ਲਗਾਓ ਹੈ ਬੁੱਧੂ ਦੇ ਆਵੇ ਦੇ ਨਾਲ। ਬੁੱਧੂ ਦਾ ਆਵਾ ਈਸਟ ਵਾਲੇ ਪਾਸੇ ਤੁਸੀਂ GT ਰੋਡ ਤੇ ਜਾਂਦੇ ਹੋ ਤੇ ਪਹਿਲੇ ਜਗ੍ਹਾ ਦਾ ਨਾਮ ਆਉਂਦਾ ਸਿੰਘਪੁਰਾ, ਠੀਕ ਹੈ ਜੀ। ਜਿਹੜੀ ਸਿੰਘਪੁਰਾ ਨੇ ਔਰ ਆਬਾਦ ਕੀਤਾ ਸੀ ਤੇ ਇਸ ਲਈ ਉਹਦਾ ਨਾਮ ਸਿੰਘਪੁਰਾ ਹੈ। ਸਿੰਘਪੁਰਾ ਮਸ਼ਹੂਰ ਹੋਇਆ, ਉਹਦੇ ਲਈ ਕਿਸੇ ਦਿਨ ਆਪਾਂ ਗੱਲ ਕਰਾਂਗੇ ਲੰਬੀ ਸਾਰੀ, ਠੀਕ ਹੈ ਜੀ। ਉਹਦੇ ਉੱਤੇ ਤੇ ਸਿੰਘਪੁਰੇ ਦੇ ਵਿੱਚ ਭਾਜੀ ਫਿਰ ਤੁਸੀਂ ਮੰਡੀ ਆਉਂਦੀ ਹੈ, ਸਬਜ਼ੀ ਮੰਡੀ, ਕਿਸੇ ਤੋਂ ਵੀ ਪਤਾ ਕਰ ਸਕਦੇ ਹੋ। ਰਾਈਟ ਹੈਂਡ ਮੁੜ ਜਾਣਾ ਚੌਕ ਤੋਂ, ਤੇ ਉੱਥੋਂ ਤੁਸੀਂ ਤਕਰੀਬਨ ਅੱਧਾ ਕਿਲੋਮੀਟਰ ਅੰਦਰ ਜਾਓਗੇ ਤੇ ਲੈਫਟ ਸਾਈਡ ਤੇ ਕਿਸੇ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਕਿ ਬੁੱਧੂ ਦਾ ਆਵਾ ਜਿਹੜਾ ਹੈ ਉਹ ਗੰਦੇ ਨਾਲੇ ਦੇ ਨਾਲ ਨਾਲ ਬ੍ਰਿਟਿਸ਼ ਨੇ ਇੱਕ ਗੰਦਾ ਨਾਲਾ ਕੱਢਿਆ ਸੀ, ਠੀਕ ਹੈ ਜੀ। ਇੱਕ ਵੱਡਾ ਤਲਾਬ ਬਣਾਇਆ ਸੀ, ਛੱਪੜ ਬਣਾਇਆ ਸੀ, ਉੱਥੇ ਸਾਰਾ ਪਾਣੀ ਇਕੱਠਾ ਹੁੰਦਾ ਸੀ ਵਰਕਸ਼ਾਪਸ ਦਾ। ਉਸ ਜਗ੍ਹਾ ਦੇ ਉੱਤੇ ਭਾਜੀ ਜਾ ਕੇ ਤੇ ਤੁਹਾਨੂੰ ਬੁੱਧੂ ਦਾ ਆਵਾ ਮਿਲਦਾ ਹੈ। ਜਾਂ TTC ਸੈਂਟਰ ਹੈ ਉਹਦੀ ਬੈਕ ਸਾਈਡ ਬਣਦੀ ਹੈ, ਜਾਂ ਉਹ ਗੰਦੇ ਨਾਲੇ ਤੋਂ ਈਸਟ ਵਾਲੇ ਸਾਈਡ ਦੇ ਉੱਤੇ। ਪਿਛਲੇ ਸਾਲ ਮੈਂ ਭਾਈ ਨਿਸ਼ਾਨ ਸਿੰਘ ਜੀ ਆਏ ਸੀ ਜਿਹੜੇ ਆਸਟ੍ਰੇਲੀਆ ਵਾਲੇ, ਉਹਨਾਂ ਨੂੰ ਮੈਂ ਉੱਥੇ ਲੈ ਕੇ ਵੀ ਗਿਆ ਸੀ। ਉਹ ਕ੍ਰਿਕਟ ਖੇਡਦੇ ਸੀ ਉੱਥੇ ਬੱਚਿਆਂ ਦੇ ਨਾਲ ਸੀ, ਤੇ ਉੱਥੇ ਉਹਨਾਂ ਨੂੰ ਆਪਾਂ ਮਤਲਬ ਕਿ ਫਿਰ ਸਾਰੀਆਂ ਯਾਦਾਂ ਵੀ ਤਾਜ਼ੀਆਂ ਕਰਾਈਆਂ ਸੀ। ਤੇ ਇਸ ਤਰ੍ਹਾਂ ਅਸੀਂ ਬੁੱਧੂ ਦੇ ਆਵੇ ਦੇ ਉੱਤੇ ਪਹੁੰਚ ਜਾਂਦੇ ਹਾਂ। ਤੁਸੀਂ ਜਦੋਂ ਨੈਕਸਟ ਆਓਗੇ ਤੁਹਾਨੂੰ ਬਿਲਕੁਲ ਜੀ ਅਸੀਂ ਉੱਥੇ ਲਾਈਵ ਲੈ ਕੇ ਚੱਲਾਂਗੇ, ਔਰ ਤੁਸੀਂ ਉੱਥੇ ਜਾ ਕੇ ਆਪਣੇ ਸਰੋਤਿਆਂ ਨੂੰ ਔਰ ਮੇਰੇ ਸਰੋਤਿਆਂ ਨੂੰ ਉੱਥੇ ਜਿਹੜੀਆਂ ਗੁਰਬਾਣੀ ਨਾਲ ਜੁੜੀਆਂ ਹੋਈਆਂ ਜਾਂ ਗੁਰੂ ਸਾਹਿਬ ਨਾਲ ਜੁੜੀਆਂ ਹੋਈਆਂ ਯਾਦਾਂ ਨੇ ਆਪਾਂ ਉਸ ਜਗ੍ਹਾ ਦੇ ਉੱਤੇ ਖਲੋ ਕੇ ਕਰਾਂਗੇ। ਲੇਕਿਨ ਇੱਕ ਚੀਜ਼ ਹੋਰ, ਅਸੀਂ ਜਦੋਂ ਕਿ ਇਹ ਐਂਸ਼ੀਐਂਟ ਪੱਥਰ ਵਾਲੀ ਗੱਲ, ਮਤਲਬ ਬੁੱਧੂ ਦੇ ਆਵੇ ਤੇ ਅਸੀਂ ਪਹੁੰਚੇ ਸੀਗੇ ਕਿ ਉਸ ਤੋਂ ਬਾਅਦ ਜਿੰਨੇ ਵੀ ਮਹਾਰਾਜਾ ਦੇ ਦੌਰ ਦੇ ਵਿੱਚ ਕੰਸਟਰਕਸ਼ਨ ਹੋਈਆਂ ਨੇ, ਘੱਟ ਲੋਕ ਜਾਣਦੇ ਨੇ ਕਿ ਮਹਾਰਾਜਾ ਨੇ ਕੰਸਟਰਕਸ਼ਨ ਬਹੁਤ ਘੱਟ ਕਰਵਾਈ ਹੈ ਜੀ। ਮਹਾਰਾਜਾ ਨੇ ਕੰਸਟਰਕਸ਼ਨ ਘੱਟ ਕਰਾਈ ਹੈ ਕਿਉਂਕਿ ਮੁਗਲਸ ਆਲਰੇਡੀ ਇੰਨਾ ਵੱਡਾ ਇੰਪਾਇਰ ਛੱਡ ਕੇ ਗਏ ਸੀ ਕਿ ਉਹਦੇ ਵਿੱਚ ਮੇਰਾ ਖਿਆਲ ਆਲਟਰੇਸ਼ਨ ਕਰਨ ਦੀ ਲੋੜ ਸੀ ਸਿਰਫ, ਨਾ ਕਿ ਬਣਾਉਣ ਦੀ ਸੀ। ਹਾਂ, ਠੀਕ ਹੈ ਜੀ। ਸਮਰ ਪੈਲੇਸਿਸ ਬਣੇ, 12 ਦਰੀਆਂ ਬਣੀਆਂ ਜਿਹੜੀਆਂ ਕਿ ਜਿਸ ਜਗ੍ਹਾ ਦੇ ਉੱਤੇ ਉਹ ਚਾਹੁੰਦੇ ਸੀ ਕਿ ਉਹਨਾਂ ਦਾ ਮੋਰਚਾ ਹੋਵੇ, ਲੋਕਾਂ ਦੀ ਧਾਰ ਬੈਠੇ, ਜਿੱਦਾਂ ਕਿ ਗੁਜਰਾਂਵਾਲਾ ਦੇ ਸਰਾਊਂਡਿੰਗ 'ਚ, ਅਲੀਪੁਰ ਚੱਠਾ ਦੇ ਸਰਾਊਂਡਿੰਗ ਦੇ ਵਿੱਚ, ਚਨਾਬ ਦੇ ਕੰਢੇ, ਚਨਾਬ ਦੇ ਇੱਕ ਕੰਢੇ, ਦੂਜੇ ਕੰਢੇ, ਇਸ ਤਰ੍ਹਾਂ ਕਰਕੇ ਇਹ ਗੁਜਰਾਂਵਾਲਾ ਦੇ ਸਰਾਊਂਡਿੰਗ ਤੇ ਤੁਹਾਨੂੰ ਜ਼ਿਆਦਾ 12 ਦਰੀਆਂ ਜਿਹੜੀਆਂ ਨੇ ਮਹਾਰਾਜਾ ਦੀਆਂ ਮਿਲਦੀਆਂ ਨੇ। ਜਿਸ ਤਰ੍ਹਾਂ ਕਿ ਸ਼ੇਰਾਂਵਾਲਾ ਬਾਗ ਹੈ, ਜਿਸ ਤਰ੍ਹਾਂ ਕਿ ਕਨਵੈਂਟ ਕਾਲਜ ਦੇ ਅੰਦਰ ਜਿਹੜੀ ਮਹਾਰਾਜਾ ਦੀ 12 ਦਰੀ ਹੈ। ਫਿਰ ਉਸ ਤੋਂ ਬਾਅਦ ਅਲੀਪੁਰ ਚੱਠਾ ਦੇ ਕੋਲ ਹੈ, ਫਿਰ ਉਸ ਤੋਂ ਬਾਅਦ ਕੁੰਜਾਹ ਦੇ ਕੋਲ ਹੈ। ਕੁੰਜਾਹ ਦੇ ਕੋਲ ਉਹਨਾਂ ਦੇ ਦੀਵਾਨ ਜਿਹੜੇ ਸਨ ਉਹਨਾਂ ਨੇ ਉਹ ਬਣਾ ਕੇ ਦਿੱਤੀ ਸੀ। ਇਸੇ ਤਰ੍ਹਾਂ ਅੱਗੇ ਤੁਸੀਂ ਚੱਲਦੇ ਹੋ ਤੇ ਤੁਹਾਨੂੰ ਕਿਤੇ ਨਾ ਕਿਤੇ ਉਹ ਮਿਲਦੀਆਂ ਨੇ, ਲੇਕਿਨ ਉਹ ਇੰਨੇ ਸੋਲਿਡ ਸਟਰਕਚਰ ਨਹੀਂ ਸੀ ਹੈਗੇ ਜਿੰਨੇ ਕਿ ਮੁਗਲ ਪੀਰੀਅਡ ਦੇ ਬਣੇ ਹੋਏ ਸੀ। ਕਿਉਂਕਿ ਜਿਹੜਾ ਪੀਰੀਅਡ ਸੀਗਾ ਮੁਗਲ ਪੀਰੀਅਡ ਤੱਕ 4 ਫੁੱਟ ਮੋਟੀ ਵਾਲ ਬਣਾਈ ਜਾਂਦੀ ਸੀ ਤੇ ਉਹਨੂੰ ਤੋੜਨ ਲੱਗਿਆ ਵੀ ਸਮੇਂ ਲੱਗਦਾ, ਜਾਂ ਬਹਿਣ ਲੱਗਿਆ ਜਾਂ ਜ਼ਲਜ਼ਲਾ ਵੀ ਡਿਗਾਉਂਦਾ ਤੇ ਉਹਨੂੰ ਟਾਈਮ ਲੱਗਦਾ। ਲੇਕਿਨ ਅਫਸੋਸ ਨਾਲ ਕਹਾਂਗੇ ਕਿ ਜਿਹੜੀ ਪੀਰੀਅਡ ਖਾਲਸਾ ਪੀਰੀਅਡ ਦੇ ਵਿੱਚ ਬਣੀਆਂ, ਉਸ ਵੇਲੇ ਦੀਵਾਰ ਦੀ ਮੋਟਾਈ ਜਿਹੜੀ ਸੀ 2.5 ਤੋਂ 3 ਫੁੱਟ ਹੋ ਗਈ। ਜਿੱਦਾਂ ਜਿੱਦਾਂ ਦੀਵਾਰ ਪਤਲੀ ਹੁੰਦੀ ਗਈ ਸਟਰਕਚਰ ਕਮਜ਼ੋਰ ਹੁੰਦਾ ਗਿਆ। ਅੱਜ ਵੀ ਜਿਹੜੇ ਸਟਰਕਚਰ ਜਿਹੜੇ ਡਿੱਗ ਰਹੇ ਆ, ਖੁਦ ਡਿੱਗ ਰਹੇ ਆ ਜਾਂ ਉਹਨਾਂ ਨੂੰ ਡਿਗਾਇਆ ਜਾ ਰਿਹਾ, ਉਹ ਆਸਾਨ ਕਿਉਂ ਨੇ ਕਿ ਉਹਨਾਂ ਦੀ ਮਜ਼ਬੂਤੀ ਘੱਟ ਹੈ, ਉਹਨਾਂ 'ਚ ਇੱਟ ਵੱਡੀ ਲੱਗੀ ਹੈ। ਜਿੰਨੀ ਵੱਡੀ ਇੱਟ ਹੋਏਗੀ ਉਹਨੂੰ ਓਨਾ ਖਿੱਚਣਾ ਆਸਾਨ ਹੋਏਗਾ, ਉਹਨੂੰ ਤੋੜਨਾ ਵੀ ਆਸਾਨ ਹੋਏਗਾ। ਸੋ ਇੱਕ ਗੱਲ ਕਰ ਰਹੇ ਸੀ
ਕਿ ਤੁਸੀਂ ਗੱਲ ਕੀਤੀ ਕਿ ਜਿਹੜੀ ਹੈ ਆਰਕੀਟੈਕਚਰ ਦੇ ਮੁਤਲਕ, ਤੇ ਇਹ ਜਦੋਂ ਮਹਾਰਾਜਾ ਦਾ ਦੌਰ ਆਉਂਦਾ ਉਹਦੇ ਅੰਦਰ ਜਿਹੜੀ ਵੀ ਬਿਲਡਿੰਗ ਬਣਦੀ ਹੈ ਉਸ ਵੇਲੇ ਬਿਲਡਿੰਗ ਜਿਹੜੀ ਹੈ ਮੁਗਲਈ ਇੱਟ ਨਾਲ ਹੀ ਬਣਦੀ ਹੈ, ਉਹ ਮੁਗਲਈ ਚੌਕ ਨਾਲ ਹੀ ਬਣਦੀ ਹੈ। ਬਿਲਕੁਲ, ਦੈਟ ਮੇਕ ਸੈਂਸ। ਡਿਕਲਾਈਨ ਹੋਣ ਵਾਲਾ ਹੁੰਦਾ ਤੇ ਉਸ ਵੇਲੇ ਜਿਹੜੀ ਹੈ ਇੱਟ ਜਿਹੜੀ ਹੈ ਨਾਨਕਸ਼ਾਹੀ ਜ਼ਿਆਦਾ ਪਪੂਲਰ ਹੁੰਦੀ ਹੈ। ਜੀ। ਲੇਕਿਨ ਇੱਕ ਧੜਾ